ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲਓ ਜੀ ਗੋਰਖੀ ਸਾਹਿਬ ਆ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੋਰਖੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਲਾ ਮੇਰੇ ਸਭ ਲੇਟ ਹੋ ਗਏ। ਨਹੀਂ ਵਧੀਆ ਜੀ। ਮੇਰਾ ਨਾ ਗਲਾ ਐਕਚੁਅਲੀ ਜਿਹੜਾ ਹੈ ਉਹ ਚੱਲ ਹੀ ਨਹੀਂ ਰਿਹਾ ਸੀਗਾ। ਉਹ ਕਹਿੰਦਾ ਤੂੰ ਚੁੱਪ ਹੋ ਜਾ ਹੁਣ। ਕਿਉਂ, ਕੀ ਗੱਲ ਹੋਈ? ਬਈ ਗੋਰਖੀ ਸਾਹਿਬ ਆ ਰਹੇ ਆ ਤੇ ਕੋਈ ਨਹੀਂ, ਬੋਲਣ ਤੇ ਮੈਂ ਇਕੱਲਾ ਹੀ ਬੜਾ ਸ਼ੇਰ ਆ। ਮੈਂ ਤਾਂ ਤੁਹਾਡਾ ਟਾਈਮ ਵੀ ਖਾ ਜਾਣਾ ਕਈ ਵਾਰੀ। ਨਹੀਂ ਗੋਰਖੀ ਸਾਹਿਬ ਕਈ ਵਾਰੀ ਨਹੀਂ, ਉਹ ਨਾ ਐਕਚੁਅਲੀ ਸੰਗਤ ਜਿਹੜੀ ਹੈਗੀ ਆ, ਅਸੀਂ ਸੋਚ ਰਹੇ ਸੀਗੇ ਬਈ ਉਹ ਸੁਖਵਿੰਦਰ ਵੀ ਨਹੀਂ ਆਏ ਤੇ ਉਹੀ ਗੱਲ ਕਰ ਰਹੇ ਸੀਗੇ। ਇੰਨੀ ਦੇਰ 'ਚ ਦੇਖ ਲਓ ਮਾਲਕ ਨੇ ਜਿਹੜਾ ਹੈਗਾ ਮਸਲਾ ਹੱਲ ਹੋ ਗਿਆ। ਹਾਂਜੀ ਕੱਲ ਦੀ ਜਗ੍ਹਾ ਤੋਂ ਆਪਾਂ ਸ਼ੁਰੂ ਕਰਨਾ। ਹਾਂਜੀ ਉਹ ਆਪਾਂ ਠੀਕ ਹੈ। ਚੌਥਾ ਜਿਹੜਾ ਹੈਗਾ ਮੇਰੇ ਖਿਆਲ ਇੱਕ ਸੈਕਿੰਡ, ਕੱਲ ਜਿਹੜੇ ਹੈਗੇ ਚਾਰ ਕਰ ਲਈਆਂ ਸੀਗੀਆਂ ਆਪਾਂ ਨੇ। ਬਈ ਕੱਲ ਦੀ ਪੌੜੀ ਸੀਗੀ ਬਈ ਪਰਮਾਤਮਾ ਨੇ ਜਿਹੜਾ ਹੈਗਾ ਜੀਓ ਜਿਹੜਾ ਭਰਮਦਾ ਹੈ, ਬਹੁਤ ਭਟਕਦਾ ਹੈ, ਕਿੰਨੇ ਜਨਮ ਭਟਕ ਕੇ ਜਿਹੜਾ ਹੈਗਾ। ਔਰ ਅੱਜ ਤੱਕ ਗੁਰਕੀ ਸਾਹਿਬ ਤੀਸਰੀ ਪਾਤਸ਼ਾਹੀ ਦਾ ਇੱਕ ਸ਼ਬਦ ਸੀਗਾ ਮੈਂ ਤਾਂ ਚਾਹੂੰਗਾ ਕਿ ਉਹ ਸ਼ਬਦ ਜਿਹੜਾ ਸੰਗਤ ਦੇ ਵਿੱਚ ਵਿਚਾਰਿਆ ਜਾਏ, ਇਸ ਸੰਗਤ ਦੇ ਵਿੱਚ ਵੀ। ਤੇ ਉਹ ਮਹਾਰਾਜ ਕਹਿੰਦੇ ਕਿ ਪਿਆਰਿਆ, ਜਿਹੜੀ ਜੇ ਮਨੁੱਖਾ ਜੂਨ ਜਿਹੜੀ ਹੈ ਇਹ ਪੌੜੀ ਤੋਂ ਤੂੰ ਡਿੱਗ ਪਿਆ ਨਾ, ਤੇ ਤੂੰ ਜ਼ੀਰੋ ਦੇ ਉੱਤੋਂ 84 ਲੱਖ ਜੂਨਾਂ ਤੋਂ ਘੁੰਮ ਕੇ ਫਿਰ ਦੁਬਾਰਾ ਤੈਨੂੰ ਚਾਂਸ ਲੱਭੇਗਾ। ਜੇ ਤੂੰ ਇੱਥੇ ਪਰਮੇਸ਼ਰ ਦਾ ਨਾਮ ਜਾਂ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਬਿਲਕੁਲ ਨਹੀਂ ਕੀਤੀ, ਉਸ ਪਾਸਿਓਂ ਅਵੇਸਲਾ ਰਿਹਾ ਤੇ ਤੂੰ ਇਸ ਤਰ੍ਹਾਂ ਮਨੁੱਖ ਜੂਨ ਬਿਲਕੁਲ ਵੇਸਟ ਕਰ ਦਿੱਤੀ, ਤਾਂ ਆ ਸੀਗਾ। ਹਾਂਜੀ ਨਿੱਜਰ ਸਾਹਿਬ ਬਿਲਕੁਲ ਸਹੀ, ਆਪ ਸਿਆਣੇ ਜੋ। ਹਾਂਜੀ, ਜਦੋਂ ਜ਼ਿੰਦਗੀ ਦਾ ਜਿਹੜਾ ਮੇਨ ਮਕਸਦ ਛੱਡ ਕੇ ਆਪਾਂ ਮਾਇਆ ਦੇ ਨਾਲ ਹੀ ਆਪਣਾ ਸੰਗ ਕਰਦੇ ਹਾਂ ਔਰ ਆਪਣਾ ਜਿਹੜਾ ਕੀਮਤੀ ਸਮਾਂ ਉਹਦਾ ਆਪਾਂ ਨਸ਼ਟ ਕਰ ਲੈਂਦੇ ਹਾਂ। ਹੁਣ ਇੱਕ ਬਜ਼ੁਰਗ ਆਇਆ ਜਿਸ ਸਵੇਰੇ ਮੇਰੇ ਕੋਲ, ਕਾਫੀ ਜ਼ਿਆਦਾ ਉਮਰ ਹੋ ਗਈ, 70 ਸਾਲ ਉਹਨਾਂ ਦੀ ਉਮਰ। ਹਾਂਜੀ ਤੇ ਕਿਸੇ ਸੰਸਥਾ ਦੇ ਨਾਲ ਜੁੜੇ ਨੇ, ਇੱਥੇ ਵੀ ਡਿਊਟੀ ਕਰ ਰਹੇ ਨੇ। ਮੈਂ ਇਹਨਾਂ ਨੂੰ ਇੱਕ ਗੱਲ ਕਹੀ, ਮੈਂ ਤੁਸੀਂ ਡਿਊਟੀ ਤੇ ਨਿਭਾ ਰਹੇ ਜੋ, ਬਾਣੀ ਚ ਲਿਖਿਆ ਮਨ ਮੈਲਾ ਤੇ ਸਭ ਕੁਛ ਮੈਲਾ। ਤੁਸੀਂ ਇਹ ਜਿਹੜਾ ਕਰਮ ਯੋਗ ਆ, ਕਰਮ ਮਾਰ ਗਿਆ, ਗਿਆਨ ਮਾਰ ਗਿਆ, ਭਗਤੀ ਮਾਰ ਗਿਆ। ਤੁਸੀਂ ਕਰਮ ਤੇ ਗਿਆਨ ਦੇ ਵਿੱਚ ਬੈਠੇ ਜੋ। ਗਿਆਨ ਵੀ ਤੁਹਾਡਾ ਆਪਣਾ ਨਹੀਂ, ਕਿਸੇ ਕੋਲ ਸੁਣ ਲਿਆ ਤੁਸੀਂ। ਮੈਂ ਬਾਣੀ ਦੇ ਵਿੱਚ ਲਿਖਿਆ 7 ਦਿਨ ਤੇ ਮੈਂ 15 ਦਿਨ ਕਹਿਣਾ ਵਾ ਨਿੱਜਰ ਸਾਹਿਬ। ਇਹ ਇੰਨਾ ਟਾਈਮ ਬਾਣੀ ਦੇ ਵਿੱਚ ਮੈਂ ਇੰਨਾ ਬਹੁਤ ਕਲੈਰਿਟੀ ਨਾਲ ਦੱਸਿਆ ਕਿ 9 ਦਿਨ ਦੇ ਅੰਦਰ ਤੇਰੇ ਅੰਦਰ ਕੁਛ ਨਾ ਕੁਛ ਆ ਜਾਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਤੇ ਜੇ ਮੈਂ ਕਹਿੰਦਾ ਉਹਦੇ ਵਿੱਚ ਦੋ ਕਾਰਨ ਨੇ, ਜਾਂ ਤੇ ਜਿੱਥੇ ਤੁਸੀਂ ਬੈਠੇ ਜੋ ਗਲਤ, ਜਾਂ ਤੁਸੀਂ ਗਲਤ ਜੋ। ਬਿਲਕੁਲ ਸਹੀ ਗੱਲ ਹੈ। ਇੱਕ ਜਗ੍ਹਾ ਤੇ ਪ੍ਰੋਬਲਮ ਹੈਗੀ ਹੈ। ਤੇ ਇਹੋ ਗੱਲ ਚੱਲੀ। ਹਾਂਜੀ ਤੇ ਮੈਂ ਕਿਹਾ ਬੰਦਾ ਤੇ ਸਵਾਲ ਹੀ ਨਹੀਂ ਕਰਦਾ। ਮੈਂ ਗੁਰੂ ਤੇ ਕਹਿੰਦੇ ਆ ਕਿ ਨਹੀਂ, ਇਹ ਮਾਰਗ ਬੜਾ ਵਿਖਮ ਹੈਗਾ, ਇੱਥੇ ਤੂੰ ਆਪਣੇ ਆਪ ਨੂੰ ਕਨਫਿਊਜ਼ ਨਾ ਕਰ ਲਈ। ਪਹਿਲੇ ਦੱਸ ਕੇ ਗਏ ਕਿ ਇਹਦੀ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਮੈਂ ਬਾਣੀ ਚ ਤੇ ਬਿਲਕੁਲ ਵੀ ਗਲਤੀ ਵਾਸਤੇ ਜਗ੍ਹਾ ਨਹੀਂ ਦਿੱਤੀ। ਉਹਨਾਂ ਨੇ ਬਾਰ-ਬਾਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਿੰਦਗੀ ਜਿਹੜੀ ਆ ਉਸ ਸੁੱਖ ਤੋਂ ਬਿਨਾਂ ਜਿਉਣੀ ਨਹੀਂ ਆ। ਕਿਉਂਕਿ ਤੂੰ ਭਗਤੀ ਨਹੀਂ ਕੀਤੀ, ਔਰ ਭਗਤੀ ਨਹੀਂ ਕੀਤੀ ਮਤਲਬ ਸਾਧ ਸੰਗਤ ਜੀ ਦਾ ਮਤਲਬ ਪਤਾ ਕੀ ਹੈ? ਤੈਨੂੰ ਮੰਜ਼ਿਲ ਦਾ ਨਹੀਂ ਪਤਾ ਤੇ ਤੂੰ ਗੱਡੀ ਭਜਾ ਲਈ ਆ। ਹੁਣ ਤੂੰ 60-70 ਸਾਲ ਗੱਡੀ ਭਜਾਈ ਜਾਂਦਾ ਵਾ, ਤੇ ਮੁੜ ਕੇ ਬਾਅਦ ਚ ਕਹਿੰਦਾ ਕਿ ਮੈਂ ਬਾਅਦ ਚ ਪੜੂੰਗਾ ਮੰਜ਼ਿਲ ਕੀ ਆ। ਤੁਹਾਨੂੰ ਕਿਹੜਾ ਕੋਈ ਕਹੂਗਾ ਸਿਆਣਾ ਨਿੱਜਰ ਸਾਹਿਬ? ਬਿਲਕੁਲ। ਔਰ ਜਾ ਰਹੇ ਆਪਾਂ ਮੰਜ਼ਿਲ ਤੋਂ ਦੂਰ ਆਪੋਜ਼ਿਟ ਜਾ ਰਹੇ, ਗੱਲ ਤਾਂ ਆ ਵੀ ਹੈ। ਇੱਕ ਬੰਨੇ ਬਾਣੀ ਕਹਿੰਦੀ ਅਵਰ ਕਾਜ, ਉਹ ਕਹਿੰਦੇ ਕਿ ਤੇਰੇ ਕਾਰਜ ਦੂਜੇ ਕਿਸੇ ਕੰਮ ਦੇ ਨਹੀਂ ਹੈ, ਕਿਉਂਕਿ ਪਹਿਲਾਂ ਮੰਜ਼ਿਲ ਤੇ ਲੱਭ ਲਾ, ਜਾਣਾ ਕਿੱਥੇ ਆ। ਬਿਲਕੁਲ ਸਹੀ ਗੱਲ ਹੈ। ਤੂੰ ਸਫ਼ਰ ਤੇ ਕਰ ਰਿਹਾ ਹੈ, ਠੀਕ ਹੈ, ਪਰ ਤੈਨੂੰ ਥੋੜਾ ਆਈਡੀਆ ਜਿਹਾ ਹੋ ਜਾਏ ਕਿ ਮਤਲਬ ਆਖਰ ਦੇ ਤੇਰਾ ਟਾਰਗੇਟ ਕੀ ਹੈ, ਤੇਰਾ ਲਕਸ਼ ਕੀ ਹੈ। ਔਰ ਜਿਹੜੇ ਬੰਦੇ ਦਾ ਲਕਸ਼ ਨਹੀਂ ਹੈ, ਫਿਰ ਖਾਨਾ ਬਦੋਸ਼ਾਂ ਨੂੰ ਤੁਰੇ ਫਿਰੋ, ਕਿਤੇ ਆਹ ਪਿੰਡ, ਕਿਤੇ ਉਹ ਪਿੰਡ, ਕਿਤੇ ਉਹ ਪਿੰਡ, ਫਿਰ ਪਹੁੰਚਦੇ ਨਹੀਂ ਹੈ ਕਿਤੇ। ਵੈਸੇ ਏਦਾਂ ਹੀ ਘੁੰਮਦੇ ਜੀਵਨ ਲੰਘ ਜਾਂਦਾ, ਟਾਰਗੇਟ ਨਹੀਂ ਹੁੰਦਾ।
ਬਾਣੀ ਕਹਿੰਦੀ ਆ ਕਿ ਪਹਿਲਾਂ ਟਾਰਗੇਟ ਹੋਣਾ ਚਾਹੀਦਾ, ਔਰ ਟਾਰਗੇਟ ਪਤਾ ਕੀ ਹੈ? ਜਿਉਂਦੇ ਜੀ ਮੁਕਤ ਹੋਣਾ, ਇਹੋ ਟਾਰਗੇਟ ਹੈ। ਇਸ ਤੋਂ ਥੱਲੇ ਦਾ ਟਾਰਗੇਟ ਹੈ ਕੋਈ ਨਹੀਂ, ਉਹ ਸਭ ਨਕਲੀ ਟਾਰਗੇਟ ਹੈ। ਜਿਉਂਦੇ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋਣਾ, ਇਹ ਜੀਵਨ ਦੀ ਪ੍ਰਾਪਤੀ ਹੈ। ਬਿਲਕੁਲ। ਜਿਹੜਾ ਇਹ ਜਿੰਨੇ ਟਾਰਗੇਟ ਨੂੰ ਪਾਰ ਕਰ ਲਿਆ, ਫਿਰ ਉਸ ਤੋਂ ਬਾਅਦ ਫਿਰ ਕਬੀਰ ਸਾਹਿਬ ਕਹਿੰਦੇ ਆ ਕਿ ਮਨ ਨਿਰਮਲ ਹੋ ਗਿਆ। ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਜਦੋਂ ਇਹਨਾਂ ਪੰਜਾਂ ਨੂੰ ਖਿੱਚ ਕੇ ਇਹਨਾਂ ਦੇ ਆਤਮ ਤੱਤ ਚ ਲੀਨ ਕਰਤਾ, ਇਹਨਾਂ ਦੇ ਔਗੁਣਾਂ ਨੂੰ ਗੁਣ ਚ ਪ੍ਰਗਟ ਕਰਤਾ, ਤੇ ਜੌਬ ਕੰਪਲੀਟ। ਔਰ ਇਹ ਪੰਜ ਜਿਹੜੇ ਆ ਨਾ ਗੁਰਕੀ ਸਾਹਿਬ, ਇਹ ਹੈ ਹੀ ਜਿਹੜੇ ਹੈਗੇ ਆ ਆਪਣੇ ਸਾਹਮਣੇ ਜਿਹੜਾ ਚੋਗਾ ਖਿਲ ਰਿਹਾ ਹੋਇਆ ਆ, ਜੋ ਵੀ ਆਪਣੇ ਇੰਦਰੀਆਂ ਦੇ ਭੋਗ ਪਏ ਹੋਏ ਆ, ਇਹੀ ਜਿਹੜੇ ਹੈਗੇ ਇਹ ਆਪਣਾ ਜੌਬ ਹੈਗਾ। ਇਹਨਾਂ ਨੂੰ ਹੀ ਜਿਹੜਾ ਹੈਗਾ ਇਹਨਾਂ ਤੋਂ ਸੰਕੋਚ ਕਰਨਾ, ਅਰਥਾਤ ਆਪਣੇ ਮਨ ਨੂੰ ਜਿਹੜਾ ਹੈਗਾ ਕੰਟਰੋਲ ਕਰਨਾ, ਮਤਲਬ ਬਈ ਓਨਾ ਕੀ ਲੈਣਾ ਇਹਨਾਂ ਤੋਂ ਜਿੰਨੀ ਕੁ ਆਪਣੇ ਸਰੀਰ ਦੀ ਜ਼ਰੂਰਤ ਹੈਗੀ। ਬਸ ਆਹੀ ਗੇਮ। ਹਾਂ ਬਿਲਕੁਲ ਠੀਕ ਹੈ। ਦੇਖੋ ਸਾਧ ਸੰਗਤ ਜੀ, ਕੰਟਰੋਲ ਕਰਨ ਦਾ ਮਤਲਬ ਇਹ ਹੈ ਕਿ ਆਪਣੇ ਘਰਾਂ 'ਚ ਡਿਊਟੀ ਹੁੰਦੀ ਹੈ ਨਾ, ਆਪਾਂ ਪਾਣੀ ਓਨਾ ਕੀ ਯੂਜ਼ ਕਰਦੇ ਆ, ਸਾਨੂੰ ਪਤਾ ਟੈਂਕੀ 'ਚ ਕਿੰਨਾ ਕੁ ਹੈ। ਬਿਲਕੁਲ ਸਹੀ ਗੱਲ ਹੈ ਗੋਰਕੀ ਸਾਹਿਬ, ਮਾਫ ਕਰਨਾ। ਇੱਧਰ ਜਿਹੜਾ ਹੈਗਾ ਨਾ, ਮੈਂ ਇੱਥੇ ਜਿਹੜਾ ਹੈਗਾ ਹੁਣ ਇਹ ਪਾਣੀ ਦਾ ਕੈਨੇਡਾ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਹੈਗਾ ਨਾ, ਇੰਨੀਆਂ ਜ਼ਿਆਦਾ ਝੀਲਾਂ ਹੈਗੀਆਂ, ਔਰ ਪਾਣੀ ਇੰਨਾ ਜ਼ਿਆਦਾ ਪਵਿੱਤਰ ਹੈਗਾ ਔਰ ਇੰਨਾ ਐਕਸੈਸ ਦੇ ਵਿੱਚ ਹੈਗਾ। ਫਿਰ ਵੀ ਇਹ ਲੋਕ ਕੀ ਕਰਦੇ ਆ, ਘਰਾਂ ਦੇ ਵਿੱਚ ਜਿਹੜੀਆਂ ਟੂਟੀਆਂ ਲੱਗੀਆਂ ਹੋਈਆਂ, ਤੁਸੀਂ ਜਿੰਨਾ ਪਾਣੀ ਯੂਜ਼ ਕਰਦੇ ਹੋ ਉਹਦਾ ਬਿੱਲ ਆਉਣਾ ਹੈ, ਤੇ ਜਿਹੜਾ ਪਾਣੀ ਤੁਸੀਂ ਵੇਸਟ ਕਰਦੇ ਹੋ ਉੱਥੇ ਵੀ ਮੀਟਰ ਲਾਇਆ ਉਹਨਾਂ ਨੇ, ਉਹਦਾ ਵੀ ਬਿੱਲ ਆਉਣਾ ਹੈ। ਬਈ ਤੁਹਾਡੇ ਵੇਸਟ ਪਾਣੀ ਨੂੰ ਅਸੀਂ ਜਿਹੜੇ ਹੈਗੇ ਡਿਸਪੋਜ਼ ਕਰਦੇ ਹਾਂ, ਅਸੀਂ ਉਹਨੂੰ ਮੇਨਟੇਨ ਕਰਦੇ ਹਾਂ, ਉਹਦਾ ਵੀ ਬਿੱਲ ਆਏਗਾ ਤੁਹਾਨੂੰ। ਉਹਦਾ ਮਤਲਬ ਨਿੱਜਰ ਸਾਹਿਬ ਇਹ ਆ ਕਿ ਉਹ ਕਹਿੰਦੇ ਆ ਕਿ ਇੱਕਦਮ ਕੱਲ ਨੂੰ ਸਰਪ੍ਰਾਈਜ਼ ਨਾ ਹੋ ਜਾਓ, ਥੋੜਾ ਜਿਹਾ ਬਿੱਲ ਰੱਖਣਗੇ ਤਾਂ ਜੋ ਤੁਸੀਂ ਨਾ ਉਹ ਮਿਸ ਯੂਜ਼ ਨਾ ਕਰੋ। ਹਾਂ ਵੇਖੋ ਵੇਸਟ ਪਾਣੀ ਤੇ ਵੀ ਮੀਟਰ ਲੱਗਾ, ਮੈਂ ਹੈਰਾਨ ਹੋ ਗਿਆ। ਚਲੋ ਠੀਕ ਹੈ, ਉਹ ਕਹਿੰਦੇ ਆ ਕਿਤੇ ਦੂਜੇ ਮੀਟਰ ਨਾਲ ਛੇੜਖਾਨੀ ਕਰਕੇ ਕੀਤਾ, ਵੇਸਟ ਪਾਣੀ ਕਿੱਥੋਂ ਲੈ ਆਉਣਾ ਇੰਨਾ। ਮੇਰਾ 440 ਬਿੱਲ, $440 ਦੇਖ ਲਓ, ਲਾ ਲਓ ਹਿਸਾਬ ਜਿਹੜਾ ਹੈਗਾ, ਤਕਰੀਬਨ 30-40 ਹਜ਼ਾਰ ਰੁਪਇਆ ਬਿੱਲ ਜਿਹੜਾ ਹੈਗਾ ਉਹ ਪਾਣੀ ਦਾ ਹੀ ਆਉਂਦਾ ਹੈ ਕਈ ਵਾਰੀ 3 ਮਹੀਨੇ ਦਾ। ਬਾਪ ਰੇ ਬਾਪ ਰੇ ਬਾਪ, ਇਹਦਾ ਮਤਲਬ ਬਿੱਲ ਤਾਰਨੇ ਪੈਣੇ ਆ। ਭਾਈ ਸਾਹਿਬ ਹਾਂਜੀ ਮੀਂਹ ਪੈਂਦਾ ਹੈ ਨਾ, ਰੇਨ ਦਾ ਪਾਣੀ ਵੀ ਸਾਨੂੰ ਮੀਂਹ ਪੈਂਦਾ ਨਾ, ਕਹਿੰਦੇ ਤੁਹਾਡੀ ਛੱਤ ਦਾ ਪਾਣੀ ਸਾਡੇ ਨੂੰ ਜਾਂਦਾ ਆ। ਹਾਂਜੀ, ਉਹ ਵੀ ਆਪਣੇ ਬਿੱਲ ਪੇ ਕਰਦੇ ਆ। ਦੇਖੋ ਲੈ ਕਰੋ ਗੱਲਾਂ, ਗੋਰਿਆਂ ਦੀਆਂ ਸਕੀਮਾਂ, ਅਮਲੀ ਨਾ ਖਾਣ ਫੀਮਾ, ਤੇ ਕਿੱਥੋਂ ਖਾਣੀ ਹੈ? ਮੀਟਰ ਲਾਤਾ ਅਗਲਿਆਂ ਨੇ। ਮੇਰੇ ਵਰਗਾ ਮੱਗ ਪਾਣੀ ਪਾਉਣ ਲੱਗਾ ਵੀ ਸੋਚਦਾ ਵੀ 2 ਹੀ ਪਾਵੇ, ਜ਼ਿਆਦਾ ਨਾ ਪਾਵੇ, ਰੋਣ ਨਾ ਉਹਦਾ ਵੀ ਬਿੱਲ ਆਉਣਾ। ਕਿਉਂਕਿ ਨਿੱਜਰ ਸਾਹਿਬ ਅਸਲ ਚ ਨਾ ਉਹ ਬਿੱਲ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਦੁਰਵਰਤੋਂ ਨਾ ਕਰੋ ਇਹਦੀ, ਇਹ ਰਿਸੋਰਸ ਆ। ਬਿਲਕੁਲ, ਬਹੁਤ ਵਧੀਆ। ਕੋਈ ਇਹ ਫ੍ਰੀ ਨਹੀਂ ਹੈਗਾ, ਇਟ ਇਜ਼ ਨਾਟ ਫ੍ਰੀ। ਇੱਥੇ ਪੰਜਾਬ ਚ ਫ੍ਰੀ ਨੇ, ਪਿੰਡਾਂ ਚ ਟੈਂਕੀਆਂ ਲੱਗੀਆਂ ਨੇ, ਲੋਕੀ 20 ਰੁਪਏ ਦੀ ਟੂਟੀ ਲੈ ਕੇ ਨਹੀਂ ਲਾਉਂਦੇ ਆ ਗੋਰਖੀ ਸਾਹਿਬ। ਉਹ ਟੂਟੀ ਜਿਹੜਾ ਹੈ ਨਾ, ਫੀਮਚੀ ਜਿਹੜੇ ਆ ਦਾਰੂ ਪੀਣ ਵਾਲੇ ਨਾ, ਉਸੇ ਟਾਈਮ ਪੱਟ ਕੇ ਲੈ ਜਾਂਦੇ ਆ ਘੰਟੇ ਦੇ ਅੰਦਰ। ਨਹੀਂ ਨਿੱਜਰ ਸਾਹਿਬ, ਪਲਾਸਟਿਕ ਦੀ ਲਾ ਦਿਓ, ਉਹ 15 ਰੁਪਏ ਦੀ ਵੇਚਦੀ ਵੀ ਨਹੀਂ। ਠੀਕ ਹੈ ਜੀ, ਆ ਜਾਈਏ ਕਥਾ ਤੇ, ਆ ਜਾਈਏ ਜੀ, ਵਿਚਾਰ ਸ਼ੁਰੂ ਕਰੀਏ। ਹਾਂਜੀ ਵੀਰ ਜੀ, ਇਹ ਜਿਹੜਾ ਹੈ ਨਾ ਪਿਛਲਾ ਜਿਹੜਾ ਹੈਗਾ ਆਪਾਂ ਨੇ ਚੌਥੇ ਉਹਦੀ ਪੌੜੀ ਸੀਗੀ, ਉੱਥੋਂ ਮਹਾਰਾਜ ਨੇ ਗਿਆਨ ਦਿੱਤਾ ਸੀਗਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਬਈ ਤੇਰਾ ਰਸਤਾ ਕੀ ਹੈਗਾ, ਜੇ ਤੈਨੂੰ ਤੇਰੇ ਅੰਦਰ ਆਏ, ਤੇਰੇ ਅੰਦਰ ਇਹ ਜਿਹੜਾ ਹੈਗਾ ਇੱਛਾ ਹੋ ਜਾਏ, ਤੈਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਦੋ ਟਾਈਪ ਦੀ ਸੰਗਤ ਮਿਲੇਗੀ, ਇੱਕ ਜਿਹੜੀ ਚੰਗੇ ਭਲਿਆਂ ਦੀ ਸੰਗਤ ਮਿਲੇਗੀ, ਇੱਕ ਮੰਦਿਆਂ ਦੀ ਸੰਗਤ ਤਾਂ ਭਰਪੂਰ ਹੈਗੀ ਆ। ਇਹ ਦੋਨੋਂ ਮਾਲਕ ਨੇ ਦੇਣੇ ਆ। ਔਰ ਇਹਦੇ ਵਿੱਚੋਂ ਜੇ ਤੇਰੇ ਅੰਦਰ ਤੈਨੂੰ ਕੋਈ ਟਣਕਾ ਲੱਗ ਜੇ, ਤੇਰੀ ਜਾਗ ਖੁੱਲ ਜਾਏ ਬਈ ਮੈਂ ਕਾਹਦੇ ਵਾਸਤੇ ਆਇਆ, ਔਰ ਤੇਰੇ ਅੰਦਰ ਇੱਛਾ ਪੈਦਾ ਹੋ ਜਾਏ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਬਈ ਉਹ ਕੰਮ ਕਿਵੇਂ ਹੋਣਾ ਆ, ਔਰ ਕਿਹੜਾ ਕੰਮ ਆ ਮੈਂ ਆਇਆ ਆ ਜਿਹੜੇ ਕੰਮ ਦੇ ਵਾਸਤੇ, ਤਾਂ ਜਿਹੜਾ ਉਹ ਮਾਲਕ ਪਰਮਾਤਮਾ ਬ੍ਰਹਮ ਗਿਆਨੀ ਜਾਂ ਗੁਰੂ ਜਾਂ ਸਤਿਗੁਰੂ ਮਿਲਾਉਂਦਾ ਹੈ, ਉਹ ਜਾਂ ਗਿਆਨ ਦਿੰਦਾ ਹੈ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਇਹ ਜਿਹੜਾ 84 ਲੱਖ ਜੂਨਾਂ ਦੇ ਵਿੱਚੋਂ ਭਟਕ ਕੇ ਜੀਓ ਆ ਰਿਹਾ ਆ ਭਾਈ, ਤਾਂ ਸਤਿਗੁਰੂ ਸ਼ਬਦ ਜਿਹੜਾ ਹੈਗਾ ਇਹ ਗਿਆਨ ਮਿਲਦਾ ਹੈ ਆਪਾਂ ਨੂੰ। ਵੀ ਮਨੁੱਖਾ ਜੂਨ ਮਿਲੀ ਆ ਹੁਣ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਜਿਹੜੀ ਦਾਤ ਸਤਿਗੁਰੂ ਦੇ ਰਹੇ ਆ, ਜਿਹੜੀ ਚੀਜ਼ ਸਤਿਗੁਰੂ ਦੱਸ ਰਹੇ ਆ ਪਾਏ, ਉਸ ਤੋਂ ਉੱਪਰਲੀ ਦਾਤ ਹੈ ਨਹੀਂ ਗੀ, ਉਸ ਤੋਂ ਉੱਪਰਲੀ ਦਾਤ ਨਹੀਂ ਹੈਗੀ, ਉਸ ਤੋਂ ਵੱਡਾ ਦਾਤਾ ਕੋਈ ਨਹੀਂ ਹੈਗਾ। ਇਹ ਸਾਰੇ ਲੋਕੋ ਹੈ ਇਨਸਾਨੋ, ਆਹ ਗੱਲ ਨੂੰ ਸਮਝ ਲਓ, ਬੁੱਝ ਲਓ। ਇਹ ਗਿਆਨ ਲੈਣ ਵਾਲਿਓ, ਗਿਆਨ ਨੂੰ ਸੁਣਨ ਵਾਲਿਓ, ਗਿਆਨ ਨੂੰ ਪੜ੍ਹਨ ਵਾਲਿਓ, ਆਹ ਗੱਲ ਸਮਝ ਲਓ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੈ ਸੱਚ ਪਾਇਆ। ਗੁਰੂ ਨੂੰ ਮਿਲ ਕੇ ਹੀ ਸੱਚ ਪਾਇਆ ਜਾ ਸਕਦਾ ਹੈ। ਗੁਰੂ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ ਹੀ ਜਿਹੜਾ ਹੈਗਾ ਇਹ ਪਰਮੇਸ਼ਰ, ਇਹ ਆਤਮ ਯਾਤਰਾ, ਆਤਮ ਤੀਰਥ ਤੇ ਨਿਵਾਸ ਕੀਤਾ ਜਾ ਸਕਦਾ ਹੈ। ਸਤਿਗੁਰ ਮਿਲੈ ਸੱਚ ਪਾਇਆ, ਕਿੰਨਾ ਨੇ? ਜਿਨ੍ਹੀਂ ਵਿੱਚੋਂ ਆਪ ਗਵਾਇਆ। ਕੰਡੀਸ਼ਨ ਹੈਗੀ ਆਪਣੇ ਆਪ ਨੂੰ। ਆਪਣੇ ਆਪ ਕੀ ਹੈ ਬਈ? ਮੈਂ ਸਰੀਰ ਹੈਗਾ ਬਈ, ਭੋਗ ਵਿਲਾਸ ਕਰੋ, ਸਰੀਰ ਜੋ ਮੰਗਦਾ ਹੈ ਦੇਈ ਜਾਓ, ਖਾਈ ਜਾਓ, ਪੀਓ ਜਾਓ, ਕਰੋ ਆਨੰਦ, ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ। ਆਹ ਹੈਗਾ ਭਾਈ ਆਪ। ਇਹਨੂੰ ਜਦ ਤੱਕ ਨਹੀਂ ਗਵਾਉਂਦੇ ਬਈ ਆਪਾਂ ਸਰੀਰ ਨਹੀਂ ਹੈ। ਜੇ ਸਰੀਰ ਹੈਗਾ ਤੇ ਸਰੀਰ ਤਾਂ ਸਾੜ ਦਿੱਤਾ, ਸਰੀਰ ਤਾਂ ਰੋੜ ਦਿੱਤਾ, ਸਰੀਰ ਤਾਂ ਖਤਮ ਹੋ ਗਿਆ। ਫਿਰ ਵੀ ਤੂੰ ਹੈਗਾ ਹੈ, ਫਿਰ ਜੂਨਾਂ 'ਚ ਜਾ ਰਿਹਾ ਹੈ, ਫਿਰ ਲੇਖਾ ਦੇ ਰਿਹਾ। ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ, ਉਹਨੇ ਜਿਹੜਾ ਹੈਗਾ ਪੂਰਾ ਨਿਰੋਲ ਸੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ, ਔਰ ਆਪਾਂ ਕੌਣ ਹੈਗੇ ਆ? ਆਪਾਂ ਉਹਦਾ ਅੰਸ਼ ਹੈਗੇ ਆ। ਉਹਨੇ ਬੁਝਾ ਦਿੱਤਾ ਆਪਾਂ ਨੂੰ। ਗੁਰੂ ਸਾਹਿਬ ਕੁਝ ਕਹਿਣਾ ਇਹਦੇ ਵਿੱਚ? ਇਹ ਕੱਲ ਦੀ ਪੌੜੀ ਸੀਗੀ। ਹਾਂਜੀ, ਕੱਲ ਦੀ ਪੌੜੀ ਆਪਾਂ ਸਾਰੇ ਵਿਚਾਰ ਕੀਤੀ ਸੀ ਕਿ ਜੀਵਨ ਦਾ ਜਿਹੜਾ ਗਿਆਨ ਆ, ਜੀਵਨ 'ਚ ਕਰਨਾ ਕੀ ਹੈ, ਕੀ ਨਹੀਂ ਕਰਨਾ, ਇਹ ਭੇਦ ਸਾਨੂੰ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਜੋ ਗੁਰਮੁਖ ਹੁੰਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਪੂਰਾ ਕਰ ਲਿਆ, ਉਹਨਾਂ ਦੇ ਸੰਗ ਬਹਿਣ ਦੇ ਨਾਲ ਜਾਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਮਿਲਦਾ ਹੈ। ਉਹ ਦੱਸ ਕੇ ਜਾਂਦੇ ਨੇ ਕਿ ਤੇਰੇ ਜੀਵਨ ਦੇ ਵਿੱਚ ਇਹ ਕੰਮ ਆਉਣੇ ਨੇ, ਤੂੰ ਆਹ ਕਰਨੇ ਆ ਤੇ ਆਹ ਕੰਮ ਨਹੀਂ ਕਰਨੇ। ਕਿਉਂ ਨਹੀਂ ਕਰਨੇ? ਕਿਉਂਕਿ ਤੇਰੀ ਜ਼ਿੰਦਗੀ ਦੀ ਜਿਹੜੀ ਖੇਡ ਹੈ ਨਾ, ਬੜੀ ਮੁਸ਼ਕਿਲ ਹੈ, ਬਹੁਤ ਉੱਪਰ ਆ ਕੇ ਬੈਠਾ ਹੈ ਬਹੁਤ। ਕਿਉਂਕਿ ਇਹ ਇੱਕ ਐਸਾ ਪੁਆਇੰਟ ਹੈਗਾ ਹੈ, ਇੱਥੋਂ ਚੇਨ ਨੂੰ ਤੋੜਿਆ ਜਾ ਸਕਦਾ। ਅਦਰਵਾਈਜ਼ ਜਿਹੜੀ 84 ਲੱਖ ਦੇ ਵਿੱਚ ਜਿਹੜੀ ਚੇਨ ਹੈ ਨਾ, ਉਹ ਅਨਬ੍ਰੇਕੇਬਲ ਹੈ, ਉਹਨੂੰ ਤੋੜ ਨਹੀਂ ਸਕਦੇ ਤੁਸੀਂ। ਇਹ ਜਿਹੜਾ ਇੱਕ ਵੀਕ ਪੁਆਇੰਟ ਹੈਗਾ, ਇਹ ਮਨੁੱਖ ਜਨਮ, ਇੱਥੇ ਕੁਝ ਕੀਤਾ ਜਾ ਸਕਦਾ। ਇਹ ਜਿਹੜਾ ਤੁਸੀਂ ਵਿੱਚ ਲਿੰਕ ਕੱਢ ਦੋਗੇ ਨਾ, ਤੇ ਨਜ਼ਰ ਸਾਹਿਬ ਨਾਲ ਹੀ ਨਾਲ ਸਾਰੀਆਂ ਚੇਨਾਂ ਜਿਹੜੀਆਂ ਉਹ ਡਿਸਕਨੈਕਟ ਹੋ ਜਾਂਦੀਆਂ। ਕਿਉਂਕਿ ਤੁਹਾਡੇ ਚਿੱਤ ਨੂੰ ਕੋਈ ਬੰਨ ਨਹੀਂ ਸਕਦਾ। ਚਿੱਤ ਤੋਂ ਭਾਵ ਤੁਹਾਡਾ ਚਿੱਤਰ ਗੁਪਤ, ਜਿਹਦੇ ਅੰਦਰ ਗੁਪਤ ਚਿੱਤਰ ਨੇ। ਕਿਹੜੇ ਗੁਪਤ? ਜਿਹੜੇ ਤੁਸੀਂ ਕੀਤੇ ਨੇ ਕੰਮ, ਉਹ ਤੁਹਾਡੇ ਅੰਦਰ ਹੈਗੇ ਆ। ਤੁਸੀਂ ਸਾਖੀ, ਤੁਹਾਡੇ ਅੰਦਰ ਜਿਹੜਾ ਸਾਖੀ ਹੈ ਨਾ, ਵੇਖੇ ਨੇ ਕਰਮ, ਉਹਦੇ ਕੋਲ ਸਾਰਾ ਡਾਟਾ ਤੁਹਾਡਾ ਹੈਗਾ। ਜਿਹੜਾ ਮਨ ਜੁਗਾਲੀ ਕਰਦਾ ਹੈ ਨਾ, ਜਿੱਦਾਂ ਉਹ ਗਾਵਾਂ ਖਾ ਕੇ ਉਹ ਕੀ ਕਰਦੀਆਂ, ਜੁਗਾਲੀ ਕਰਦੀਆਂ ਨਾ, ਉਹਦੇ ਵਿੱਚ ਹੀ ਜੁਗਾਲੀ ਕਰਦਾ, ਉਹਦੇ ਵਿੱਚ ਹੀ ਉਹ ਕੱਢ ਲਿਆਉਂਦਾ ਉੱਥੋਂ। ਉਹ ਗੁਪਤ ਚਿੱਤਰਾਂ ਨੂੰ ਕੱਢ ਕੇ ਫਿਰ ਜੁਗਾਲੀ ਕਰਦਾ। ਇਹ ਜੇ ਐਂਗਜ਼ਾਇਟੀ, ਡਿਪਰੈਸ਼ਨ, ਇਹ ਜੁਗਾਲੀ ਦੀ ਨਿਸ਼ਾਨੀ ਹੈ, ਕਿਉਂਕਿ ਉਹ ਕੱਢ ਲਿਆਉਂਦਾ ਉੱਥੋਂ। ਕੁਛ ਤੁਹਾਡੇ ਏਦਾਂ ਦੇ ਕਰਮ ਨੇ ਜਿਹੜੇ ਤੁਸੀਂ ਕੀਤੇ ਨੇ, ਕਿਸੇ ਨੂੰ ਪਤਾ ਨਹੀਂ, ਉਹ ਤੁਹਾਡੇ ਅੰਦਰ ਬੋਝ ਨੇ। ਕਿਉਂਕਿ ਅੰਦਰ ਤੇ ਬੋਝ ਤੇ ਪੈਣਾ ਹੀ ਪੈਣਾ। ਹੁਣ ਗੱਡੀ ਤੇ ਲੱਦੀ ਜਾਓਗੇ ਸਮਾਨ, ਤੇ ਟਾਇਰਾਂ ਤੇ ਬੋਝ ਪੈਣਾ ਵਾ। ਬਿਲਕੁਲ ਪੈਣਾ ਹੈ ਜੀ, ਬਿਲਕੁਲ ਪੈਣਾ। ਹਾਂ, ਉਹ ਕਹਿੰਦੇ ਨਾ ਮਾਇਆ ਧਾਰੀ ਆਤਨ ਨਾ ਬੋਲਾ। ਉਹਨੇ ਗੱਡੀ ਤੇ ਮਾਰ ਹੀ ਨਾ ਲੱਦ ਲਿਆ, ਉਹਦੇ ਟਾਇਰ ਹੀ ਖਰਾਬ ਕਰ ਲਏ ਨੇ। ਉਹਦੀ ਗੱਡੀ ਪੈਂਚਰ ਹੋ ਗਈ ਆ, ਉਹ ਪੈਂਚਰ 'ਚ ਬੜਾ ਖੁਸ਼ ਆ। ਉਹਨੂੰ ਲੋਕੀ ਕਹਿੰਦੇ ਕਿ ਤੇਰੀ ਗੱਡੀ ਦੀ ਹਵਾ ਨਿਕਲ ਗਈ। ਤੁਹਾਡਾ ਆਵਾਜ਼ ਬੰਦ ਹੋ ਗਈ ਜੀ। ਹਾਂਜੀ, ਕਿਉਂਕਿ ਤੇਰੀ ਗੱਡੀ ਨਹੀਂ ਚੱਲ ਰਹੀ। ਔਰ ਤੂੰ ਕਿਸੇ ਜਗ੍ਹਾ ਤੇ ਜਾਣਾ ਹੈ। ਬਾਣੀ ਤੇ ਉਹ ਕੱਲ ਦੀ ਬਾਣੀ 'ਚ ਇਹ ਸਮਝਾਇਆ ਕਿ ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਤੇ ਤੂੰ ਤੇ ਲੰਮੀਆਂ ਤਾਣ ਕੇ ਬੈਠਾ। ਮਤਲਬ ਕਹਿਣ ਤੋਂ ਭਾਵ ਹੈ ਕਿ ਇੱਕ ਜੰਗਲ ਹੈ। ਮੇਰੇ ਹਿਸਾਬ ਨਾਲ ਆਪਾਂ ਇੱਕ ਮਾਇਆ ਦੇ ਜੰਗਲ 'ਚ ਫਸੇ ਹੋਏ ਆ, ਤੇ ਸਮਾਂ ਕਰੀਬ ਆ ਰਿਹਾ। ਔਰ ਹੁਣ ਮੇਰੇ ਵਰਗਾ ਇੱਥੇ ਕਿਹਾ ਏਦਾਂ ਬੈਠਾ ਹੋਵੇ ਕਿ ਇੱਥੇ ਰੰਗ ਤਮਾਸ਼ਿਆਂ 'ਚ ਬੈਠਾ ਹੋਵੇ, ਤੇ ਤੁਹਾਨੂੰ ਵੀ ਪਤਾ ਹੈ ਕਿ ਜੰਗਲ ਦੇ ਅੱਗੇ ਲੰਘਣਾ ਵਾ। ਜੰਗਲ ਤੋਂ ਅੱਗੇ ਕਹਿਣ ਤੋਂ ਭਾਵ ਇਹ ਭਵ ਸਾਗਰ ਤੋਂ ਅੱਗੇ ਲੰਘਣਾ। ਬਿਲਕੁਲ। ਜਦ ਤੱਕ ਤੁਸੀਂ ਭਵ ਸਾਗਰ 'ਚ ਬੈਠੇ ਜੋ,
ਤੇ ਫਿਰ ਜੇ ਮੇਰੇ ਵਰਗਾ ਆਪਣੇ ਆਪ ਨੂੰ ਪਹੁੰਚਿਆ ਵੀ ਸਮਝਦਾ ਤੇ ਮੇਰੀ ਬੇਵਕੂਫੀ ਹੈ, ਕੋਈ ਸਿਆਣਪ ਨਹੀਂ ਹੈ। ਬਾਣੀ ਤੇ ਇਹ ਕਹਿ ਰਹੀ। ਠੀਕ ਹੈ ਜੀ। ਔਰ ਆਗੇ ਚਲੀਏ ਨਜ਼ਰ ਸਾਹਿਬ। ਅੱਗੇ ਇਹੀ ਜੋ ਤੁਸੀਂ ਹੁਣ ਗੱਲਾਂ ਕੀਤੀਆਂ ਇਹੀ ਅੱਗੇ ਮਹਾਰਾਜ ਕਹਿ ਰਹੇ ਭਾਈ। ਸ਼ਲੋਕ ਮਹਲਾ ਪਹਿਲਾ ਕਹਿੰਦੇ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਕਹਿੰਦੇ ਦੇਖ ਲਾ ਮਿੱਤਰਾ ਤੇਰੇ ਕੋਲ ਸਮਾਂ ਨਿਰਧਾਰਿਤ ਹੈਗਾ, ਘੜੀਆਂ ਨਿਰਧਾਰਿਤ ਹੈਗੇ, ਤੇਰੇ ਕੋਲ ਪਹਿਰ ਨਿਰਧਾਰਿਤ ਹੈਗੇ ਆ। 24 ਘੰਟੇ ਬਾਅਦ ਤੇਰਾ ਸਾਰਾ ਮਾਰਾ ਪਰਮਾਤਮਾ ਨਵੇਂ ਸਿਰੇ ਤੋਂ ਤੈਨੂੰ ਫਿਰ ਜਾਗ੍ਰਿਤੀ ਦਿੰਦਾ ਹੈ ਵੀ ਪਿਆਰਿਆ ਕੱਲ ਤੂੰ ਇੰਨਾ ਸਾਰਾ ਵੇਸਟ ਕਰ ਲਿਆ 24 ਘੰਟੇ, ਚੱਲ ਹੁਣ ਆ ਨਵੇਂ ਫਿਰ ਸ਼ੁਰੂ ਹੋ ਜਾ, ਫਿਰ ਹੁਣ ਘੱਟ ਤੋਂ ਘੱਟ ਅੱਜ ਦਾ ਦਿਨ ਤਾਂ ਯੂਜ਼ ਕਰ ਲਾ। ਘੜੀਆਂ ਸਭੇ ਗੋਪੀਆਂ, ਘੜੀਆਂ ਜਿਹੜੀਆਂ ਹੁੰਦੀਆਂ ਇਹ ਟਾਈਮ ਦੀ ਵੰਡ ਆ, 24 ਘੰਟੇ ਦੀ 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਔਰ ਆਪਣੇ ਜਿਹੜੇ ਹੈਗੇ ਆ ਇਹ ਪਹਿਰ ਕੰਨ ਗੋਪਾਲ, ਪਹਿਰ ਜਿਹੜੇ 4 ਪਹਿਰ ਦਿਨ ਹੁੰਦਾ, 4 ਪਹਿਰ ਰਾਤ ਹੁੰਦੀ ਆ। 32 ਘੜੀਆਂ ਦਿਨ 'ਚ ਹੁੰਦੀਆਂ, 32 ਘੜੀਆਂ ਰਾਤ 'ਚ ਹੁੰਦੀਆਂ। ਇਸ ਤਰ੍ਹਾਂ ਜਿਹੜੀਆਂ ਹੈਗੀਆਂ 64 ਘੜੀਆਂ ਬਣਦੀਆਂ ਹੈ। ਮਾਲਕ ਜਿਹੜਾ ਹੈ ਰੋਜ਼ ਆਪਾਂ ਨੂੰ ਦੇ ਦਿੰਦਾ ਹੈ। ਇਹ ਘੜੀਆਂ ਜਿਹੜੀਆਂ ਆ ਇਹ ਗੋਪੀਆਂ ਸਮਝ ਲਓ, ਜਿਵੇਂ ਕ੍ਰਿਸ਼ਨ ਜੀ ਜਿਹੜੇ ਉੱਥੇ ਜਿਹੜੇ ਮਥੁਰਾ ਦੇ ਬਿੰਦਾਬਨ ਦੇ ਵਿੱਚ ਸੀਗੇ ਤੇ ਗੋਪੀਆਂ ਉਹਨਾਂ ਦੇ ਦੁਆਲੇ ਘੁੰਮਦੀਆਂ ਸੀਗੀਆਂ, ਇਵੇਂ ਘੜੀਆਂ ਜਿਹੜੀਆਂ ਪੈਰਾਂ ਦੇ ਦੁਆਲੇ ਘੁੰਮਦੀਆਂ, ਪਹਿਰ ਬਣ ਜਾਂਦੇ ਆ। ਪਹਿਰ ਤੋਂ ਬਾਅਦ ਫਿਰ ਜਿਹੜਾ ਹੈਗਾ 8 ਪਹਿਰ ਬਾਅਦ ਉਹ ਦਿਨ ਹੀ ਖਤਮ ਹੋ ਜਾਂਦਾ। ਇਨਸਾਨ ਔਰ ਆਪਾਂ ਨੂੰ ਮਾਲਕ ਨੇ ਕਿੱਥੇ ਭੇਜਿਆ ਹੋਇਆ? ਕਹਿੰਦੇ ਇੱਥੇ ਜਿਹੜਾ ਜਿੱਥੇ ਤੈਨੂੰ ਭੇਜਿਆ ਹੈ 5 ਤੱਤ ਹੈਗੇ ਆ, 5 ਤੱਤਾਂ ਦੀ ਸਾਰੀ ਰਚਨਾ ਹੈਗੀ। ਗਹਿਣੇ ਪੌਣ ਪਾਣੀ ਬੈਸੰਤਰ, ਇਹ ਗਹਿਣੇ ਪਾਏ ਹੋਏ ਆ ਇਹਨਾਂ ਨੇ ਪਾਏ। ਚੰਦ ਸੂਰਜ ਅਵਤਾਰ, 2 ਅਵਤਾਰ ਹੈਗੇ ਆ ਇੱਥੇ, ਇੱਕ ਚੰਦ ਹੈਗਾ ਤੇ ਇੱਕ ਸੂਰਜ ਹੈਗਾ। ਇਹ 2 ਅਵਤਾਰ ਹੈਗੇ ਆ, ਹਮੇਸ਼ਾ ਰਹਿਣੇ ਹੀ ਰਹਿਣੇ ਆ ਇਹ ਅਵਤਾਰ ਜਿਹੜੇ ਹੈਗੇ ਆ। ਔਰ ਇਹ ਜਿਹੜੇ ਹੈਗੇ ਆ ਇਹਨਾਂ ਨੇ ਗਹਿਣੇ ਜਿਹੜੇ ਹੈਗੇ ਇਹਨਾਂ ਨੇ ਪਾਏ ਹੋਏ ਆ ਪੌਣ ਪਾਣੀ ਤੇ ਬੈਸੰਤਰ, ਹਵਾ ਪਾਣੀ ਤੇ ਅੱਗ। ਤੇ ਬਾਕੀ ਤੱਤ ਕਿੱਥੇ ਆ? ਸਗਲੀ ਧਰਤੀ ਮਾਲ ਧਨ, ਬਾਕੀ ਸਾਰੀ ਦੀ ਸਾਰੀ ਧਰਤੀ ਉਹਦੇ ਵਿੱਚੋਂ ਸਾਰਾ ਮਾਲ ਧਨ ਪੈਦਾ ਹੋ ਰਿਹਾ ਹੈ। ਬਾਕੀ ਜਿਹੜਾ ਹੈਗਾ ਅਗਲਾ ਜਿਹੜਾ ਹੈ ਆਕਾਸ਼ ਕਿੱਥੇ ਆ? ਕਹਿੰਦੇ ਆਕਾਸ਼ ਦੇ ਵਿੱਚ ਤਾਂ ਸਾਰਾ ਕੁਝ ਚੱਲ ਰਿਹਾ ਹੈ, ਰਚਨਾ ਸਪੇਸ ਦੇ ਵਿੱਚ ਤਾਂ ਰਚਨਾ ਚੱਲ ਰਹੀ ਹੈ। ਇਸ ਤਰੀਕੇ ਦੇ ਨਾਲ 5 ਦੇ 5 ਤੱਤ ਜਿਹੜੇ ਹੈਗੇ ਇਸ ਰੰਗ ਬਿਰੰਗੀ ਦੁਨੀਆ ਦੇ ਵਿੱਚ ਆਪਾਂ ਆਏ ਆ। ਔਰ ਸਮਾਂ ਆਪਣਾ ਜਿਹੜਾ ਹੈਗਾ ਉਹ ਕਲੌਕ ਜਿਹੜੀ ਹੈ ਟਿਕ ਟਿਕ ਕਰੀ ਜਾ ਰਹੀ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਣ ਸਗਲ ਸਰਬ ਜੰਜਾਲ। ਤੇ ਹੋ ਕੀ ਰਿਹਾ ਆ? ਲੋਕੀ ਦੁਨੀਆ ਦੇ ਵਿੱਚ ਜਿਹੜੇ ਮਨੁੱਖ ਦੇ ਜਾਮੇ ਦੇ ਵਿੱਚ ਆਉਂਦੇ ਆ, ਨਾਨਕ ਮੁੱਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਜਿਨ੍ਹਾਂ ਨੇ ਨਹੀਂ ਗਿਆਨ ਲਿਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਜਾਣਾ ਕਿੱਧਰ ਨੂੰ ਆ, ਕਿੱਧਰ ਨੂੰ ਗੱਡੀ ਨੇ ਭਜਾਉਣਾ ਹੈ, ਬਸ ਉਹ ਭਜਾਈ ਜਾ ਰਹੇ ਆ। ਕਹਿੰਦੇ ਮੂਸੇ ਕਹਿੰਦੇ ਆ, ਇੱਕ ਤਾਂ ਹੁੰਦੇ ਆ ਲੁੱਟੇ, ਇੱਕ ਹੁੰਦੇ ਆ ਮੂਸੇ ਦਾ ਮਤਲਬ ਲੁੱਟੇ ਦਾ ਮਤਲਬ ਹੁੰਦਾ ਹੈ ਵੀ ਉਹਨੇ ਬੰਦੂਕ ਦੇ ਕੇ ਦਿਖਾ ਕੇ ਹਥਿਆਰ ਦੇ ਨਾਲ ਲੁੱਟ ਲਿਆ। ਇਹ ਮੂਸੇ ਵਾਲਾ ਹੁੰਦਾ ਭਾਈ, ਇਹ ਜਿਹੜਾ ਹੈਗਾ ਠੱਗੇ ਗਏ, ਬਿਲਕੁਲ ਮੋਢੇ ਤੇ ਹੱਥ ਰੱਖ ਕੇ ਜਿਹੜਾ ਹੈਗਾ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਆ ਸਾਰੇ ਦੇ ਸਾਰੇ, ਗਿਆਨ ਹੈ ਨਹੀਂ ਗਾ, ਇਸ ਕਰਕੇ ਸਾਰੇ ਜੀਵ ਜਿਹੜਾ ਮੈਜੋਰਟੀ ਜਿਹੜੀ ਹੈ ਉਹ ਲੁੱਟੀ ਜਾ ਰਹੀ ਹੈ। ਔਰ ਜਮਕਾਲ ਜਿਹੜਾ ਹੈਗਾ ਸਾਰਿਆਂ ਨੂੰ ਹੜੱਪ ਕਰ ਲੈਂਦਾ ਹੈ, ਕਿਸੇ ਨੂੰ ਵੀ ਰੱਬ ਵਾਲੇ ਪਾਸੇ ਝਾਕਣ ਵੀ ਨਹੀਂ ਦਿੰਦਾ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਦੇਖ ਲਓ ਉਹ ਕਹਿ ਰਹੇ ਨੇ ਕਿ ਘੜੀਆਂ ਜਿਹੜੀਆਂ ਨੇ ਬੜੀਆਂ ਕੀਮਤੀ। ਹਾਂ, ਬਾਣੀ ਕਹਿੰਦੀ ਪਰਮੇਸ਼ਰ ਦੇ ਭੁੱਲਿਆਂ ਵੀ ਆਪਣ ਸਭੇ ਰੋਗ। ਤੇ ਪਰਮਾਤਮਾ ਯਾਦ ਕਿਹਨੂੰ? ਉਹ ਕਹਿੰਦੇ ਇੱਕ ਛਣ ਵੀ ਜੇ ਤੂੰ ਭੁੱਲਦਾ ਹੈ, ਬਾਣੀ ਚ ਥੋੜੇ ਦਿਨ ਹੋ ਗਏ ਆਪਾਂ ਕਥਾ ਪੜ੍ਹ ਰਹੇ ਹਾਂ, ਤੇ ਪਤਾ ਨਹੀਂ ਕੀ ਹੋ ਜਾਂਦਾ। ਹਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਆਵੇ ਨੀਂਦ ਨਾ ਆਵੇ। ਦੇਖੋ ਕਿੱਥੇ ਤੱਕ ਜਿਨ੍ਹਾਂ ਨੂੰ ਹੈ ਨਹੀਂ ਕਹਿੰਦੇ ਕਿ ਦਿਨ ਕਿ 365 ਦੇਣੇ ਆ ਤੇ 365 ਦਿਨ ਚ ਮੈਂ ਇੰਨੇ ਦਿਨ ਯਾਦ ਕਰਾਂ ਤੇ ਇੰਨੇ ਦਿਨ ਭੁੱਲ ਜਾਵਾਂ। ਕਹਿੰਦੇ ਨਹੀਂ, ਇੱਕ ਘੜੀ ਵੀ ਜੇ ਮੈਂ ਤੈਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਕੇ ਜੇ ਕਿ ਮੈਂ ਕਰਮ ਕਰ ਰਿਹਾ ਜਾਂ ਕੁਝ ਹੋਰ ਵੀ ਕਰ ਰਿਹਾ ਤੇ ਕਲਯੁਗ ਹੋ ਜਾਂਦਾ ਹੈ। ਇੱਕ ਛਣ ਚ ਤੁਸੀਂ ਸਹਿਣ ਕਰ ਸਕਦੇ ਜੋ ਪੇਪਰ ਤੇ? ਬਿਲਕੁਲ ਕਰ ਸਕਦੇ। ਕਈ ਲੋਕ ਵੇਖਿਆ ਨਹੀਂ, ਉਹ ਤਾਂ ਕੰਮ ਨਹੀਂ ਕੀਤਾ ਹੁੰਦਾ,
ਮੁੜ ਕੇ ਇੱਧਰ ਉੱਧਰ ਹੱਥ ਪੱਲਾ ਮਾਰ ਕੇ ਕਿਸੇ ਤਰੀਕੇ ਨਾਲ ਉਹ ਪ੍ਰਾਪਰਟੀ ਲੈ ਜਾਂਦੇ ਆ ਗੋਰਖੀ ਸਾਹਿਬ। ਅਗਲੇ ਤਾਂ ਗਲਾ 1 ਸਕਿੰਟ 'ਚ ਹੀ ਵੱਢ ਸਕਦੇ ਆ ਆਪਾਂ। ਹਾਂ, ਕੀ ਕੋਈ ਕਰਦੇ ਫਿਰਦੇ ਦੁਨੀਆ। ਆਹੋ, ਤੇ ਉਹ ਕਹਿੰਦੇ ਕਿ ਨਹੀਂ, ਮਤਲਬ 1 ਘੜੀ ਤੱਕ ਸਾਨੂੰ ਸੀਮਤ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੋ ਗੱਲ ਕੀਤੀ ਸੀ, ਆਮ ਆਦਮੀ ਹੈ ਇੱਕਦਮ। ਹਾਂ, ਮੋਹਲਤ ਮੋਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਿਰੇਵੋ ਜਾ ਕੇ ਜੀ ਪਰਾਣਾ। ਹਾਂਜੀ ਵੀਰ ਜੀ। ਉਹ ਕਹਿੰਦੇ ਕਿ ਮੈਂ ਪੇਪਰ ਤੇ ਲਿਖਦਾ ਪਿਆ, ਪਰ ਜੋ ਵੀ ਲਿਖਾਂਗਾ ਬਰਾਬਰ ਲਿਖਾਂਗਾ, ਕਿਉਂਕਿ ਮੈਨੂੰ ਪਤਾ ਨਹੀਂ ਕਦੋਂ ਪੈਨਸਲ ਬੰਦ ਹੋ ਜਾਣੀ ਹੈ। ਪਰ ਇੱਕ ਵਾਰੀ ਲਿਖਿਆ ਤੁਸੀਂ ਮਿਟਾ ਸਕਦੇ ਜੋ, ਪੇਪਰ ਤੇ ਲਿਖਿਆ ਨਹੀਂ ਮਿਟਦਾ ਤੇ ਕਰਮ ਕਿੱਥੋਂ ਮਿਟ ਜਾਣੇ ਨਿੱਜਰ ਸਾਹਿਬ? ਨਾ ਨਾ ਨਾ, ਬਿਲਕੁਲ ਨਹੀਂ। ਕੋਈ ਹੈ ਤਾਕਤ ਤੁਹਾਡੇ ਕੋਲ, ਹੈ ਕੋਈ ਏਦਾਂ ਦੀ ਇੰਕ ਨੂੰ ਮਿਟਾਉਣ ਵਾਲਾ ਕੋਈ ਅਰੇਂਜਮੈਂਟ? ਨਹੀਂ। ਉਹ ਜਦੋਂ ਇੰਕ ਅੰਦਰ ਵੜ ਜਾਂਦੀ ਪੇਪਰ 'ਚ, ਖਤਮ ਕਹਾਣੀ, ਉੱਥੇ ਹੀ ਰਹਿੰਦੀ। ਇਸ ਕਰਕੇ ਬਾਣੀ ਕਹਿੰਦੀ ਆ ਕਿ ਐਵੇਂ ਨਾ ਲਿਖਦੇ ਜ਼ਿੰਦਗੀ। ਔਰ ਉਹ ਇੰਕ ਜਿਹੜੀ ਆ ਆਪਣਾ ਮਨ ਆ ਗੋਰਖੀ ਸਾਹਿਬ, ਮਨ ਮਸਵਾਣੀ, ਮਨ ਆ ਇੰਕ, ਮਨ ਦੀ ਸ਼ਾਹੀ ਨਾਲ ਲਿਖਿਆ ਜਾ ਰਿਹਾ ਆ, ਔਰ ਲਿਖਣ ਵਾਲੇ ਆਪਾਂ ਹੀ ਹੈਗੇ ਆ। ਹਾਂ, ਹੁਣ ਦੇਖੋ ਸਾਧ ਸੰਗਤ ਜੀ, ਇੱਥੇ ਆਪ ਪਲੀਜ਼ ਅੰਡਰਸਟੈਂਡ ਕਰੋ। ਕਹਿੰਦੇ ਜਿਹੜੀਆਂ ਘੜੀਆਂ ਨੇ, ਕੀਮਤੀ ਘੜੀਆਂ ਨੇ, ਉਹ ਗਹਿਣੇ ਨੇ, ਬਸੰਤਰ ਆ, ਸੂਰਜ ਚੰਦ ਅਵਤਾਰ, ਫਿਰ ਤੇ ਲਿਖਿਆ ਸਗਲੀ ਧਰਤੀ ਮਾਲ, ਧਨ ਵਰਤੇ ਵਰਤਨ ਸਗਲ। ਹਾਂ, ਇਹ ਧਰਤੀ ਧੁਰਤੀ ਚ ਵੇਖ। ਹਾਂ, ਇਹ ਸਾਰੀ ਧਰਤੀ ਜਿਹੜੀ ਹੈਗੀ ਮਾਲਤਨ ਆ, ਔਰ ਸਾਰੇ ਦੁਨੀਆ ਜਿਹੜੀ ਮਾਲਤਨ ਦੇ ਵਿੱਚ ਹੀ, ਇਸ ਜੰਜਾਲ ਦੇ ਵਿੱਚ ਹੀ ਵਰਤੀ ਜਾ ਰਹੇ ਆ। ਬਸ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਹੈ ਹੀ ਨਹੀਂ ਦਿਮਾਗ ਦੇ ਵਿੱਚ ਕੋਈ ਵੀ ਇਸ ਤੋਂ ਅਗਲੀ ਦੁਨੀਆ ਵੀ ਹੈ ਕੁਛ, ਕਿ ਆ ਖਾਲੀ ਦਿਸਦਾ ਮਟੀਰੀਅਲ ਆਕਾਰ, ਇਹੀ ਹੈ ਸਵਾਦ। ਹਾਂਜੀ ਵੀਰ ਜੀ। ਹਾਂ, ਇਹ ਲੋਕੀ ਵੇਖਿਆ ਕਿੰਨੀ ਬਾਣੀ ਪੜ੍ਹਦੇ ਆ, ਕਿੰਨੇ ਪਾਠ ਕਰਦੇ ਆ, ਪਰ ਅੰਦਰ ਕੀ ਲਿਖਿਆ ਉਹਦੇ ਧਿਆਨ ਨਹੀਂ ਦਿੱਤਾ। ਨਾ ਨਾ ਨਾ, ਬਾਣੀ ਪੜ੍ਹਦਾ ਬੰਦਾ, ਵਿਚਾਰ ਨਹੀਂ ਕਰਦਾ। ਬਿਲਕੁਲ। ਆਹੀ ਦੇਖ ਲਓ ਗੋਰਖੀ ਸਾਹਿਬ, ਇਹ ਆਸਾ ਦੀ ਵਾਰ ਕਿੰਨੀ ਵਾਰੀ ਕੜੀਆਂ ਸਭੇ ਗੋਪੀਆਂ ਪੈਰ ਗਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ। ਇੱਕ ਮੈਨੂੰ ਤਾਂ ਪੂਰਾ ਮੂੰਹ ਜ਼ਬਾਨੀ ਅੱਖਾਂ ਬੰਦ ਕਰਕੇ, ਮੈਂ ਤਾਂ ਜਦ ਮਰਜੀ ਸੁਣ ਲਓ ਮੇਰੇ ਕੋਲੋਂ। ਠੀਕ ਹੈ ਜੀ, ਪਲੀਜ਼ ਅੰਡਰਸਟੈਂਡ ਕਰੋ। ਚਿੱਤ ਦੇ ਵਿੱਚ 3 ਖਾਦਾਂ ਪੈਣੀਆਂ ਨੇ, ਉਹ ਖਾਦਾਂ ਦੇ ਨਾਮ ਯਾਦ ਕਰ ਲੈਣਾ, ਜਪ ਤਪ ਤੇ ਸੰਜਮ। ਠੀਕ ਹੈ ਜੀ, ਇਹ ਦਵਾਈਆਂ ਪੈਣੀਆਂ। ਇਹ ਜਦੋਂ ਦਵਾਈਆਂ ਪੈਣਗੀਆਂ ਤੇ ਫਿਰ ਕੀ ਹੋਊਗਾ? ਇਹਨਾਂ ਦਵਾਈਆਂ ਪਾਉਣ ਦੇ ਨਾਲ ਕੀ ਹੋਊਗਾ ਕਿ ਤੁਹਾਡਾ ਮਨ ਨਿਰਮਲ ਹੋ ਜਾਊ। ਜਿੱਦਾਂ ਮਨ ਨੂੰ ਸਪੋਰਟ ਦੇਣੀ ਹੈ ਨਾ, ਔਗਣ ਬਹੁਤ ਪਾਵਰਫੁਲ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਜ਼ਿਆਦਾ ਪਾਵਰਫੁਲ ਹੈ। ਉਹਨਾਂ ਦੇ ਐਂਟੀ ਕੀ ਆ? ਜਪ। ਜਪ ਦਾ ਮਤਲਬ ਜਾਪ ਕਰਨਾ, ਭਗਤੀ। ਤਪ ਦਾ ਮਤਲਬ ਕੀ ਹੁੰਦਾ? ਤਪੱਸਿਆ। ਤਪੱਸਿਆ ਦਾ ਮਤਲਬ ਮਨ ਚ ਫੁਰਨਾ ਆ ਗਿਆ ਮਾੜਾ ਕੰਮ ਕਰਨ ਵਾਸਤੇ, ਤਪੱਸਿਆ ਕਰੋ, ਉਹਨੂੰ ਰੋਕ ਦੋ। ਕਿੱਦਾਂ ਰੋਕੋਗੇ ਤੁਸੀਂ? ਜਿੱਦਾਂ ਮੈਂ ਆੜ ਦਾ ਪਾਣੀ ਦੇ ਵਿੱਚ ਜੋ ਆੜ ਟੁੱਟ ਜਾਂਦੀ ਹੈ ਨਜਰ ਸਾਹਿਬ, ਮੈਂ ਬੰਨ ਸਕਦਾ? ਬਿਲਕੁਲ ਬਣ ਸਕਦਾ। ਬਣ ਸਕਦੇ ਹੋ, ਔਰ ਬਾਅਦ ਚ ਜੇ ਜ਼ਿਆਦਾ ਪੂਰਾ ਖਾਲ ਹੀ ਟੁੱਟ ਜਾਏ ਫਿਰ ਮੁਸ਼ਕਲ ਹੋ ਜਾਂਦੀ ਹੈ, ਪਰ ਬਣ ਤੇ ਸਕਦੇ ਆ ਨਾ। ਬਿਲਕੁਲ। ਤੇ ਤਪ ਦੇ ਨਾਲ ਕੀ ਕਰਨਾ ਹੈ? ਆਪਣੇ ਆਪ ਨੂੰ ਰੋਕ ਲੈਣਾ। ਮਨ ਚ ਫੁਰਨਾ ਆ ਗਿਆ, ਫਿਰ ਕੀ ਕਹਿਣਾ ਮਨ ਨੂੰ? ਅੱਜ ਨਹੀਂ ਕਰਨਾ, ਕੱਲ ਕਰਾਂਗਾ। ਕੱਲ ਆ ਜਾਣਾ, ਫਿਰ ਕੀ ਕਹਿਣਾ? ਅੱਜ ਨਹੀਂ ਕਰਾਂਗਾ, ਕੱਲ ਕਰਾਂਗਾ। ਇਹਨੂੰ ਮਨਾ ਨਹੀਂ ਕਰਨਾ, ਕਿਉਂਕਿ ਜੇ ਤੂੰ ਮਨਾ ਕਰਤਾ ਨਾ, ਫਿਰ ਇਹਨੇ ਅਗੇਂਸਟ ਹੋ ਜਾਣਾ ਤੁਹਾਡੇ। ਬਹੁਤ ਪਾਵਰਫੁਲ ਹੈ ਤੁਹਾਡਾ ਮਨ। ਇਹਨੂੰ ਮਨਾ ਨਹੀਂ ਕਰਨਾ। ਇਹਨੂੰ ਕੁਛ ਵੀ ਕੰਮ ਕਰਨਾ ਵਾ, ਇਹਨੂੰ ਕਹਿ ਮੈਂ ਇਹ ਨਹੀਂ ਕਹਿੰਦਾ ਕਰਾਂਗਾ, ਮੈਂ ਇਹ ਨਹੀਂ ਕਹਿੰਦਾ ਨਹੀਂ ਕਰਾਂਗਾ। ਇਹਨੂੰ ਨਾ ਡਿਪਲੋਮੈਟਿਕ ਪੋਲੀਟੀਕਲ ਜਵਾਬ ਦੇਣਾ। ਨਜਰ ਸਾਹਿਬ ਪੁੱਛ ਲਓ ਵੀ ਇਹਦੇ ਬਗੈਰ ਦੱਸ ਦੇ ਵੀ ਇਹ ਨਹੀਂ ਕਰਾਂਗੇ ਤੇ ਆਪਾਂ ਇਹਦੇ ਬਗੈਰ ਜਿਹੜਾ ਹੈਗਾ ਤੇਰਾ ਸਰਦਾ ਨਹੀਂ ਹੈਗਾ। ਹਾਂ, ਇਹਨੂੰ ਨਜਰ ਸਾਹਿਬ ਇਹਨੂੰ ਇਹ ਨਹੀਂ ਕਹਿਣਾ ਨਹੀਂ ਕਰਨਾ। ਇਹਨੂੰ ਕਹਿ ਮੈਂ ਹਜੇ ਨਹੀਂ ਕਰਨਾ, ਮੈਂ ਕਰ ਵੀ ਸਕਦਾ, ਮੈਂ ਨਹੀਂ ਵੀ ਕਰ ਸਕਦਾ, ਪਰ ਹੁਣ ਨਹੀਂ ਕਰਨਾ। ਜਦੋਂ ਤੁਸੀਂ ਇਹਨੂੰ ਕਹਿ ਤਾ ਨਾ ਕਿ ਆ ਕੰਮ ਮੈਂ ਨਹੀਂ ਕਰਨਾ, ਫਿਰ ਚਿੱਤ ਚ ਉਹ ਚੀਜ਼ ਆਣੀ ਤੁਹਾਡੇ। ਚਿੱਤ ਖਾਲੀ ਨਹੀਂ ਹੋਵੇਗਾ, ਕਿਉਂਕਿ ਮਨ ਬੜਾ ਚਲਾਕ ਹੈ। ਤੁਸੀਂ ਇਹ ਤੋਂ ਵੱਡੇ ਚਲਾਕ ਬਣੋ। ਇਹਨੂੰ ਇੱਕ ਐਸਾ ਨਕਲੀ ਜਵਾਬ ਦਿਓ, ਨਾ ਨਹੀਂ ਕਹਿਣੀ ਕਿ ਨਹੀਂ ਕਰਨਾ। ਨਾ ਕਹਿਤੀ ਤੇ ਫਿਰ ਤੇ ਇਹਨੇ ਤੇ ਤੁਹਾਡੇ ਅਗੇਂਸਟ ਹੋ ਜਾਣਾ, ਰੌਲਾ ਪੈ ਜਾਣਾ। ਔਰ ਥੋੜੀ ਦੇਰ ਬਾਅਦ ਜਿਹੜਾ ਨਾ ਆਪਣਾ ਉਹ ਜਿਹੜਾ ਕੰਮ ਕਰਨ ਵਾਲਾ ਹੈ ਨਾ, ਉਹ ਭੁੱਲ ਜਾਣਾ ਹੈ ਆਪਾਂ ਨੇ, ਕਿਉਂਕਿ ਦੂਸਰੇ ਪਾਸੇ ਉਲਝ ਜਾਣਾ ਹੈ ਆਪਾਂ ਨੇ। ਹਾਂ, ਫਿਰ ਇਹਨੂੰ ਇਸੇ ਤਰ੍ਹਾਂ ਛੋਟੇ ਬੱਚੇ ਨੂੰ ਆਪਾਂ ਕਿਤੇ ਕਹਿੰਦੇ ਆ ਕਿ ਪੁੱਤ ਨਹੀਂ ਦੇਣੀ ਚੀਜ਼, ਆਪਾਂ ਨੂੰ ਕਹਿੰਦੇ ਆ ਪੁੱਤ ਦੇਵਾਂਗੇ, ਬਾਅਦ ਚ ਲੈ ਕੇ ਦੇਣੇ ਤੈਨੂੰ। ਜਦੋਂ ਤੂੰ ਕੋਈ ਨਹੀਂ ਲੈ ਕੇ ਦੇਣੀ, ਉਹਦੇ ਤੇ ਰੌਲਾ ਪਾ ਦੇਣਾ। ਨਜਰ ਸਾਹਿਬ ਬਿਲਕੁਲ ਬਿਲਕੁਲ, ਉਹਨੇ ਲਿਟ ਜਾਣਾ ਉੱਥੇ ਹੀ। ਉਹ ਚੀਜ਼ ਉਹਦੇ ਕੰਮ ਦੀ ਨਹੀਂ ਹੈਗੀ।
ਪਰ ਉਹਨੂੰ ਨਾ ਨਹੀਂ ਕਹਿਣਾ, ਉਹਨੂੰ ਕਹਿਣਾ ਪੁੱਤ ਅੱਜ ਨਹੀਂ, ਤੈਨੂੰ ਕੱਲ ਲੈ ਦਾਂਗੇ। ਉਹ ਕੱਲ ਤੱਕ ਉਹਨੂੰ ਭੁੱਲ ਜਾਣਾ। ਇਸੇ ਤਰ੍ਹਾਂ ਤੁਹਾਡਾ ਮਨ ਹੈ। ਮਨ ਦਾ ਮਤਲਬ ਭਾਵਨਾ ਹੈ, ਫੀਲਿੰਗ। ਉਹ ਫੀਲਿੰਗ ਜਿਹੜੀ ਟੈਂਪਰੇਰੀ ਹੁੰਦੀ ਆ। ਕੋਈ ਚੀਜ਼ ਤਰੰਗ ਆ ਗਈ ਆ ਤੇ ਅਗਲਾ ਹੁਣ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਸੁਣਾਵਾਂ। ਸਵੇਰੇ ਨਾ ਮੈਂ ਤੇ ਅਰਸ਼, ਮੇਰੇ ਮਾਮੇ ਦਾ ਮੁੰਡਾ ਹੈ ਕੈਨੇਡਾ ਤੋਂ, ਤੇ ਅਸੀਂ ਨਾ ਸ਼ਰਦਾਈ ਰਗੜ ਰਹੇ ਹਾਂ। ਬੜੇ ਕੰਮ ਦੀ ਗੱਲ ਜੀ। ਤੇ ਚਲੋ ਅਸੀਂ ਖਸਖਾਸ ਘੋਟ ਲਈ ਹੈ ਤੇ ਬਦਾਮ ਦੀਆਂ ਗਿਰੀਆਂ ਵੀ ਰਾਤੀ ਗਿੱਲੀਆਂ ਕੀਤੀਆਂ। ਚਲੋ ਉਹ ਵੀ ਮੈਂ ਮੈਡਮ ਨੂੰ ਕਿਹਾ, ਮੈਡਮ ਚੱਲ ਏਦਾਂ ਕਰ, ਉਹ ਗਿਰੀਆਂ ਜਿਹੜੀਆਂ ਨਾ ਤੂੰ ਗ੍ਰਾਈਂਡਰ ਚ ਨਿਜਸਤਾ ਰਗੜ ਕੇ ਲੈ ਆ। ਉਹ ਗਏ ਨੇ, ਰਗੜ ਕੇ ਲੈ ਆਏ। ਚਲੋ ਰੱਖਤਾ। ਬਾਅਦ ਚ ਮੈਨੂੰ ਪਤਾ ਲੱਗਾ ਵਿੱਚ ਮਗਜ ਪਾਉਣੇ ਭੁੱਲ ਗਏ। ਤੇ ਮੈਂ ਕਿਹਾ ਮੈਡਮ ਏਦਾਂ ਕਰੋ ਕਿ ਤੁਸੀਂ ਨਾ ਮਗਜ ਪਾ ਲਿਓ। ਉਹ ਕਹਿੰਦੀ ਨਹੀਂ, ਮੈਂ ਨਹੀਂ ਜਾਣਾ, ਮੈਂ ਤੇ ਉਹ ਗ੍ਰਾਈਂਡਰ ਸਾਂਭਤਾ। ਦੇਖੋ ਪਲੀਜ਼ ਅੰਡਰਸਟੈਂਡ ਕਰੋ, ਇਹ ਘਰ ਦੀ ਸਿਚੁਏਸ਼ਨ ਹੈ। ਹੁਣ ਮੈਨੂੰ ਪਤਾ ਹੈ ਕਿ ਉਹ ਜੀਵ ਚ ਹੰਕਾਰ ਆ ਚੁੱਕਿਆ। ਉਹ ਕਹਿੰਦਾ ਮੈਂ ਗ੍ਰਾਈਂਡਰ ਸਾਂਭਤਾ, ਮਤਲਬ ਨਾ ਵਾ। ਮੈਂ ਕੋਈ ਗੱਲ ਨਹੀਂ ਮੈਡਮ, ਮੈਂ ਆਪ ਕਰ ਲਿਆਉਣਾ। ਵੇਖੋ ਇਹਨੂੰ ਟਾਈਮ ਨੂੰ ਸਾਂਭਿਆ ਕਰੋ। ਮੈਂ ਗਿਆ ਰਸੋਈ ਚ, ਫਿਰ ਮੇਰੇ ਮਗਰ ਆ ਗਈ ਹੈ, ਕੋਈ ਨਹੀਂ ਮੈਂ ਕਰ ਦਿੰਦੀ ਹਾਂ। ਤੇ ਜੇ ਉਸ ਮੌਕੇ ਤੇ ਮੈਂ ਬੋਲਦਾ ਕਿ ਤੇਰੀ ਕੀ ਹਿੰਮਤ ਹੈ ਮੈਨੂੰ ਮਨਾ ਕਰਨ ਦੀ, ਆਪ ਪਲੀਜ਼ ਅੰਡਰਸਟੈਂਡ ਕਰੋ। ਨਿੱਜਰ ਸਾਹਿਬ, ਜਦੋਂ ਚੀਜ਼ ਸਾਹਮਣੇ ਆ ਗਈ ਹੈ ਨਾ, ਉਸੇ ਟਾਈਮ ਸੌਫਟ ਹੋ ਜਾਓ, ਆਪਣਾ ਸਟੈਪ ਬੈਕ ਕਰ ਲਓ। ਬਿਲਕੁਲ, ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ। ਔਰ ਉਸ ਸੰਕਟ ਨੂੰ ਮੈਂ ਜਿੱਤਾ ਇੰਜ ਸੈਕਿੰਡ ਚ ਭੜਕਾ ਕੇ ਉਹ ਮਾਰਿਆ। ਮੈਨੂੰ ਪਤਾ ਸੀ ਕੀ ਗੇਮ ਹੈ। ਜੇ ਮੈਂ ਆਪਣੇ ਆਪ ਨੂੰ, ਮੇਰੇ ਅੰਦਰ ਹੰਕਾਰ ਹੁੰਦਾ, ਮੈਂ ਕਹਿੰਦਾ ਵੀ ਤੂੰ ਕੌਣ ਹੁੰਦੀ ਹੈ ਮੈਨੂੰ ਕਹਿਣ ਵਾਲੀ, ਵੀ ਮੈਂ ਨਹੀਂ ਕਰਦੀ, ਜਾ ਕੰਮ ਕਰ। ਉਹ ਭਾਵੇਂ ਸ਼ਰਦਾਈ ਬਣਦੀ, ਕੁਛ ਵੀ ਬਣਦਾ, ਪਰ ਉਹ ਮਜ਼ਾ ਨਹੀਂ ਹੋਣਾ। ਉਹ ਲੜਾਈ ਹੋ ਗਈ। ਸ਼ਰਦਾਈ ਤਾਂ ਵੈਸੇ ਦੂਜੀ ਬਣ ਜਾਣੀ ਸੀ। ਸੋ ਇਹ ਪੁਆਇੰਟ ਤੁਹਾਡੇ ਨਾਲ ਮੈਂ ਡਿਸਕਸ ਕੀਤਾ ਹੈ। ਮੇਰੇ ਝੁਕਣ ਦੇ ਨਾਲ ਉਹ ਵੀ ਝੁਕ ਗਈ। ਤੇ ਜੇ ਮੈਂ ਆਕੜ ਕਰਦਾ ਨਾ ਤੇ ਉੱਥੇ ਕੋਈ ਫਾਇਦਾ ਨਹੀਂ ਸੀ। ਨਿਕਲਣਾ ਕੀ ਸੀ, ਰਹਿਣਾ ਤਾਂ ਉੱਥੇ ਇਕੱਠੇ ਹੀ, ਇੱਕੋ ਛੱਤ ਦੇ ਥੱਲੇ। ਇੱਥੇ 40-50 ਫੁੱਟ ਜਿਹੜੀ ਜਗ੍ਹਾ ਉਹਦੇ ਵਿੱਚ ਤੇ ਘੁੰਮਣਾ। ਉਹ ਰਿਸ਼ਤਾ ਏਦਾਂ ਹੀ ਬਚਦਾ ਹੈ। ਕਈ ਜਗ੍ਹਾ ਤੇ ਪਲੀਜ਼ ਹਾਰ ਜਾਇਆ ਕਰੋ, ਪਿੱਛੇ ਹੋ ਜਾਇਆ ਕਰੋ ਯਾਰ, ਕੋਈ ਫਰਕ ਨਹੀਂ ਪੈਂਦਾ। ਉਹਦੇ ਨਾਲ ਕਹਿੰਦਾ ਤੁਹਾਡਾ ਰਿਸ਼ਤਾ ਬਚ ਜਾਂਦਾ। ਤੇ ਅਗਲਾ ਕੋਈ ਬੇਵਕੂਫ ਨਹੀਂ ਹੁੰਦਾ। ਜੇ ਤੁਸੀਂ ਥੋੜੇ ਜਿਹੇ ਝੁਕ ਗਏ ਨਾ, ਪਤਾ ਉਹਨੂੰ ਵੀ ਹੈ। ਬਿਲਕੁਲ, ਬਹੁਤ ਵਧੀਆ ਗੁਰਕੀ ਸਾਹਿਬ, ਬੜਾ ਕੀਮਤੀ ਨੁਕਤਾ ਹੈ। ਛੋਟੇ ਬੱਚਿਆਂ ਨੂੰ ਨਿੱਜਰ ਸਾਹਿਬ ਆਪਾਂ ਨੂੰ ਕਹਿੰਦੇ ਨਾ ਪੁੱਤ ਜਿੱਤ ਜਾ, ਉਹ ਬੜੇ ਚਲਾਕ ਆ। ਉਹ ਖੁਸ਼ ਹੁੰਦੇ ਆ ਕਿ ਮੈਂ ਪਾਪਾ ਨੂੰ ਰਾਹਤਾ। ਤੇ ਹੁਣ ਜੇ ਪਿਓ ਹੋਵੇ, ਉਹਦੀ ਛਾਤੀ ਤੇ ਬਹਿ ਜਾ ਚੜ ਕੇ, ਨਿੱਜਰ ਸਾਹਿਬ ਉਹ ਕਿਹੜਾ ਪਿਓ ਆ, ਹੈ ਨਾ। ਇਸੇ ਕਰਕੇ ਇਹ ਜ਼ਿੰਦਗੀ ਚ ਪਲੀਜ਼ ਨੋਟ ਕਰੋ, ਇਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੂਗਾ। ਹਾਂਜੀ, ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਉਹ ਕਹਿੰਦੇ ਜੰਜਾਲ ਹੈ, ਤੇ ਜੰਜਾਲ ਤੋਂ ਬਾਹਰ ਨਿਕਲਣ ਦਾ ਤਰੀਕਾ ਕੀ ਹੈ? ਜਪ, ਤਪ ਤੇ ਸੰਜਮ। ਸੰਜਮ ਦਾ ਮਤਲਬ ਹੈ ਆਪਣੇ ਇੰਦਰੀਆਂ ਤੇ ਸੰਜਮ ਕਰਨਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਜਦੋਂ ਡਾਕਟਰ ਕੋਲ ਜਾਈਦਾ ਹੈ, ਉਹ ਕਹਿੰਦਾ ਕਿ ਚਰਨਜੀਤ ਤੈਨੂੰ ਬੁਖਾਰ ਹੋ ਗਿਆ, ਕਹਿਣ ਤੋਂ ਭਾਵ ਕਿ ਤੇਰੇ ਸਰੀਰ 'ਚ ਇਨਫੈਕਸ਼ਨ ਹੋ ਗਈ। ਤੂੰ ਖਾਣਾ ਪਤਾ ਕਿਹੜਾ ਖਾਣਾ? ਹੁਣ ਤੂੰ ਉਹ ਖਾਣਾ ਖਾਣਾ ਹੈ ਲਾਈਟ, ਜਿੱਦਾਂ ਮਤਲਬ ਖਿਚੜੀ ਐਰਾ ਵਗੈਰਾ। ਕਿਉਂ ਖਾਣੀ ਆ? ਕਿਉਂਕਿ ਤੇਰੇ ਸਰੀਰ 'ਚ ਹੈਵੀ ਫੂਡ ਨੂੰ ਪਚਾਉਣ ਵਾਸਤੇ ਸ਼ਕਤੀ ਤੇ ਹੈਗੀ ਆ, ਪਰ ਇਸ ਟਾਈਮ ਜਿਹੜਾ ਤੇਰਾ ਸਰੀਰ ਆ ਉਹ ਬਿਮਾਰੀ ਨਾਲ ਲੜ ਰਿਹਾ ਹੈ। ਤੇ ਤੂੰ ਰਾਸ਼ਨ ਖਾਏਗਾ ਜ਼ਿਆਦਾ ਤੇ ਵਿਚਾਰਾ ਉਹ ਰਾਸ਼ਨ ਨੂੰ ਪਚਾਊਗਾ ਕਿ ਦੁਸ਼ਮਣ ਦੇ ਨਾਲ ਲੜੂਗਾ। ਇਹ ਸੰਜਮ ਕਰਕੇ ਕੀ ਹੁੰਦਾ ਹੈ, ਫਿਰ ਸਾਡੇ ਅੰਦਰ ਜਿਹੜੀ ਪ੍ਰਾਣ ਊਰਜਾ ਹੈ ਉਹ ਫਿਰ ਉਹ ਲੜਦੀ ਹੈ। ਕਿਉਂਕਿ ਤੁਹਾਡੇ ਅੰਦਰ ਦੋ ਫੋਰਸਾਂ ਨੇ। ਦੇਖੋ, ਕੋਈ ਬੁੱਧੀ ਤੇ ਬੁੱਧੀ, ਦੋ ਪਾਵਰਾਂ ਨੇ। ਹਰ ਟਾਈਮ ਤੁਹਾਡੇ ਅੰਦਰ ਲੜਾਈ ਚੱਲ ਰਹੀ ਹੈ, ਤੇ ਇਹ ਲੜਾਈ ਜਿਹੜੀ ਆ ਇਹ ਉਸ ਚੀਜ਼ ਨੇ ਜਿੱਤਣੀ ਹੈ ਜਿਹਨੂੰ ਅਸੀਂ ਸਪੋਰਟ ਕਰਦੀ। ਤੁਸੀਂ ਮਾੜਾ ਫੁਰਨਾ ਆ ਗਿਆ, ਤੁਸੀਂ ਕਰ ਦੋ। ਹੁਣ ਕਿਹੜਾ ਜਿੱਤੂਗਾ? ਮਾੜਾ ਹੀ ਜਿੱਤੂਗਾ। ਮਾੜੇ ਨੇ ਜਿੱਤਣਾ ਜਿਹਨੂੰ ਤੁਸੀਂ ਸਪੋਰਟ ਕਰਦੀ ਹੈ। ਹੁਣ ਚੰਗਾ ਫੁਰਨਾ ਆ ਗਿਆ, ਉਹ ਕੋਈ ਫੀਲਿੰਗ ਆ। ਉਹ ਗੱਲ ਯਾਦ ਜੇ ਉਹ ਚਰਚ 'ਚ ਬੈਠਾ ਹੈ ਬੰਦਾ, ਉਹ ਕਹਿੰਦਾ ਮੈਂ $50 ਦਊਂ, ਮੁੜ ਕੇ 40, 30, 20, ਆਖਰ ਦੇ 10 ਤੋਂ ਕਹਿੰਦਾ ਥੱਲੇ ਨਹੀਂ ਜਾਣਾ। ਫਿਰ ਕਹਿੰਦਾ 10 ਵੀ ਦੇਣ ਨੂੰ ਦਿਲ ਨਾ ਕੀਤਾ, ਉਹਦੇ ਬਾਕਸ 'ਚ ਦਿਲ ਕੀਤਾ ਹੋਰ ਕੱਢਣਾ ਜ਼ਿਆਦੇ ਹੈ। ਬਿਲਕੁਲ, ਮਨ ਏਦਾਂ ਦਾ ਹੈ ਜੇ, ਮਨ ਬਹੁਤ ਚਲਾਕ ਹੈ। ਤੁਸੀਂ ਕਿਤੇ ਸਟੇਜ ਤੇ ਬਹਿ ਜਾਓ, ਤੁਸੀਂ ਏਦਾਂ ਕਰਿਓ, ਤੁਹਾਡੇ ਮਨ 'ਚ ਭਾਵਨਾ ਆਉਣੀ ਉਹ ਬਈ ਇਹ ਬੰਦੇ ਨੂੰ ਮੈਂ $200 ਦੇਣਾ। ਤੁਸੀਂ 10 ਮਿੰਟ ਬਹਿ ਕੇ ਵੇਖ ਲੈਣਾ, ਤੁਸੀਂ ਮੇਰਾ ਨਾਂ ਚੇਂਜ ਕਰ ਦਿਓ, ਤੁਸੀਂ ਇਹਨੂੰ 200 ਨਹੀਂ ਦਿਓਗੇ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ।
ਤੁਸੀਂ 1 ਘੰਟਾ ਸੁਣ ਕੇ ਵੇਖ ਲਿਓ, 1 ਘੰਟੇ ਬਾਅਦ ਕਹਿਣਾ ਨਹੀਂ ਇਹ ਨਹੀਂ ਬੰਦਾ, ਇਹਨੂੰ 200 ਦੇ ਬਹੁਤ ਜ਼ਿਆਦਾ ਹੈ, ਸ਼ੁਕਰ ਕਰਨਾ ਕਿ ਮੈਂ ਕਾਹਨੂੰ ਇਹਨੂੰ ਦੇ ਦਿੰਦਾ ਤੇ ਮੈਨੂੰ ਬੜੀ ਟੈਨਸ਼ਨ ਹੋਈ ਨਹੀਂ, ਚੰਗਾ ਨਹੀਂ ਦਿੱਤਾ। ਮਨ ਏਡਾ ਖਤਰਨਾਕ ਹੈ, ਇੰਨੀ ਪਾਵਰਫੁਲ ਚੀਜ਼ ਹੈ, ਇਹ ਇੱਕ ਜਗ੍ਹਾ ਤੇ ਸਥਿਰ ਨਹੀਂ ਜੋ ਹੁੰਦਾ। ਇਸੇ ਕਹਿੰਦੇ ਕਿ ਚੰਗਾ ਫੁਰਨ ਆ ਜਾਏ ਤੇ ਉਸੇ ਟਾਈਮ ਕਰ ਦੋ, ਮਾੜਾ ਫੁਰਨ ਆ ਜਾਓ ਤੇ ਕਹ ਦੋ ਕੱਲ ਕਰਾਂਗਾ, ਜਦੋਂ ਆਊਗਾ ਪੋਸਟਪੋਨ ਕਰ ਦੋ। ਅੱਜ ਦੇ ਸਭ ਅੱਗੇ ਚਲੀਏ ਪਲੀਜ਼। ਹਾਂ ਬਿਲਕੁਲ ਇਹੀ ਕਹਿ ਰਹੇ ਭਾਈ, ਗਿਆਨ ਲੈਣਾ ਜ਼ਰੂਰੀ ਹੈ। ਨਾਨਕ ਮੁੱਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ, ਨਹੀਂ ਤਾਂ ਜਮਕਾਲ ਨੇ ਜਿਹੜਾ ਮਨੁੱਖੀ ਜੂਨ ਖਾ ਜਾਣੀ ਆ, ਫਿਰ ਵਾਪਸ ਜਿਹੜਾ ਚੱਲ ਪੈਣਾ, ਫਿਰ ਜਿਹੜਾ ਹੈਗਾ ਦੁਬਾਰਾ ਨਵੇਂ ਸਿਰੇ ਜੂਨਾਂ ਦਾ ਮੀਟਰ। ਤੇ ਮਹੱਲਾ ਪਹਿਲਾ, ਹੁਣ ਫਿਰ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਆ ਰਿਹਾ ਹੈ। ਕਹਿੰਦੇ ਹੋ ਕੀ ਰਿਹਾ ਹੈ ਦੁਨੀਆ ਦੇ ਵਿੱਚ। ਪਹਿਲਾਂ ਮਹਾਰਾਜ ਨੇ ਆ ਸਾਰਾ ਦੱਸਿਆ, ਗਿਆਨ ਹੈ ਨੀ ਗਾ ਤੇ ਜਿਹੜੇ ਹੈਗੇ ਸਾਰੇ ਲੁੱਟੇ ਜਾ ਰਹੇ ਆ। ਬਈ ਪਤਾ ਹੀ ਨਹੀਂ ਆ ਬਈ ਜਾਣਾ ਕਿਹੜੇ ਪਾਸੇ ਨੂੰ ਆ। ਇਹ ਸਰੀਰ ਮਿਲਿਆ ਆ, ਇਹ ਸਾਰਾ ਮਾਲਕ ਨੇ ਸਾਰਾ ਖਾਣ ਪੀਣ ਨੂੰ ਸਾਰਾ ਦੇ ਰਿਹਾ, ਤੇ ਕਾਦੇ ਵਾਸਤੇ ਦੇ ਰਿਹਾ, ਇਹਦਾ ਪਰਪਸ ਕੀ ਹੈਗਾ। ਹੁਣ ਕਹਿੰਦੇ ਆ, ਹੁਣ ਆ ਦੂਸਰਾ ਦੱਸ ਰਹੇ ਭਾਈ, ਜਿਨ੍ਹਾਂ ਨੂੰ ਪਤਾ ਵੀ ਲੱਗ ਗਿਆ ਬਈ ਬਈ ਮੈਂ ਜਿਹੜਾ ਮਨੁੱਖੀ ਜੂਨ ਮਿਲੀ ਹੈ ਭਗਤੀ ਕਰਨ ਵਾਸਤੇ ਮਿਲੀ ਹੈਗੀ ਆ, ਪਰਮਾਤਮਾ ਨੂੰ ਮਿਲਣ ਵਾਸਤੇ ਮਿਲੀ ਆ, ਉਹ ਹੁਣ ਕੀ ਕਰ ਰਹੇ। ਮਹੱਲਾ ਪਹਿਲਾ, ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ। ਵਾਇਨ ਚੇਲੇ, ਚੇਲੇ ਕਹਿੰਦੇ ਸਾਜ਼ ਵਜਾ ਰਹੇ, ਗੁਰੂ ਜਿਹੜੇ ਨੱਚ ਰਹੇ ਆ ਭਾਈ। ਬਸ ਗੁਰੂ ਜਿਹੜੇ ਆਪ ਹੀ ਮਾਇਆ ਦੇ ਉੱਤੇ ਮਾਇਆ ਦੇ ਨਾਲ ਵਿਕੇ ਪਏ ਆ, ਸਵਾਦਾਂ ਦੇ ਵਿੱਚ ਪੂਰੇ ਦੇ ਪੂਰੇ ਗਲਤਾਨ ਹੈਗੇ ਆ। ਔਰ ਕੱਲਾ ਗਿਆਨ ਜਿਹੜਾ ਲੈ ਕੇ ਜਿਹੜਾ ਹੈਗਾ ਉਹਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਉਹਦੇ ਅਰਥ ਕੱਢ ਕੇ ਬ੍ਰਹਮ ਗਿਆਨ ਦੇ ਚੇਲਿਆਂ ਨੂੰ ਦੱਸੀ ਜਾ ਰਹੇ ਆ। ਬਸ ਉਹ ਵੀ ਜਿਹੜੇ ਹੈਗੇ ਦੋਨਾਂ ਦਾ ਝੱਸ ਪੂਰਾ ਹੋਈ ਜਾ ਰਿਹਾ, ਨਾ ਕਿਤੇ ਜਾਣਾ ਤੇ ਨਾ ਕਿਤੇ ਆਉਣਾ। ਬਸ ਆ ਸਰੀਰ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਵਾਪਸ ਜਿਹੜੇ ਹੈਗੇ ਉਹ ਆਪਣਾ ਜਿਹੜੇ ਹੈਗੇ ਮਨੁੱਖੀ ਜੂਨ ਹਾਰ ਰਹੇ ਆ। ਉੱਡੇ ਰਾਵਾ ਝਾਟੇ ਪਾਏ, ਕਹਿੰਦੇ ਕੀ ਕਰ ਰਹੇ ਆ। ਬਸ ਅੱਜ ਜਿਵੇਂ ਜਿਹੜਾ ਹੈਗਾ ਰਾਮਲੀਲਾ ਹੋ ਗਈ, ਜਿਹੜਾ ਹੈਗਾ ਕ੍ਰਿਸ਼ਨ ਦੀ ਉਹ ਕੀ ਮਨਾਉਂਦੇ ਹੁੰਦੇ, ਕ੍ਰਿਸ਼ਨ ਜੀ ਦੀ ਵੀ ਲੀਲਾ ਕਰਦੇ ਹੁੰਦੇ ਆ। ਬਸ ਉਹਦੇ ਵਿੱਚ ਹੀ ਜਿਹੜਾ ਹੈਗਾ ਕ੍ਰਿਸ਼ਨ ਜੀ ਕੋਈ ਬਣ ਜਾਂਦਾ ਹੈ, ਕੋਈ ਰਾਧਿਕਾ ਬਣ ਜਾਂਦੇ, ਕੋਈ ਕੁਸ਼ ਬਣ ਜਾਂਦੇ ਆ, ਕੋਈ ਰਾਮ ਬਣ ਜਾਂਦਾ, ਕੋਈ ਸੀਤਾ ਬਣ ਜਾਂਦੇ, ਕੋਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਕੱਪੜੇ ਪਾ ਲੈਂਦੇ, ਉਹਨਾਂ ਦਾ ਰੂਪ ਧਾਰ ਲੈਂਦੇ ਆ। ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ, ਉੜ ਰਾਵਾ ਝਾਟੇ ਪਾਏ। ਔਰ ਇੰਨਾ ਜਿਹੜਾ ਹੈਗਾ ਨੱਚਦੇ ਆ, ਔਰ ਕੱਚੀ ਜ਼ਮੀਨ ਤੋਂ ਜਿਹੜਾ ਮਿੱਟੀ ਜਿਹੜੀ ਹੈਗੀ ਉੱਡ ਕੇ ਜਿਹੜੀ ਹੈਗੀ ਉਹਨਾਂ ਦੇ ਸਿਰਾਂ ਤੇ ਪੈਂਦੀ ਹੈ। ਮਿਲਦਾ ਮਿਲਾਉਂਦਾ ਕੁਛ ਵੀ ਨਹੀਂ ਹੈ। ਔਰ ਲੋਕੀ ਜਿਹੜੇ ਹੈਗੇ ਜਿਹੜੇ ਆਏ ਆ ਇਹਨਾਂ ਦੇ ਕੋਲੋਂ ਬ੍ਰਹਮ ਗਿਆਨ, ਨਾਮ ਤਾਂ ਇਹ ਹੈਗਾ ਬਈ ਧਰਮ ਕਰ ਰਹੇ, ਧਰਮ ਦਾ ਅਸੀਂ ਜਿਹੜੇ ਹੈਗੇ ਜੀ ਰਾਮ ਲੀਲਾ ਦੇਖ ਰਹੇ ਹਾਂ, ਕ੍ਰਿਸ਼ਨ ਜੀ ਦੀ ਦੇਖ ਰਹੇ ਹਾਂ ਅਸੀਂ, ਕ੍ਰਿਸ਼ਨ ਜੀ ਦੀ ਉਹ ਜਿਹੜੀਆਂ ਲੀਲਾਵਾਂ। ਉੱਡ ਰਾਵਾ ਝਾਟੇ ਪਾਏ, ਵੇਖਿਆ ਲੋਕ ਹੱਸੇ ਘਰ ਜਾਏ। ਔਰ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਹਸਾਉਣ ਦੇ ਵਾਸਤੇ ਜਿਹੜੇ ਹੈ ਆਪਣੇ ਵੱਲੋਂ ਨਵੇਂ ਜਿਹੜੇ ਹੈਗੇ ਚੁਟਕੁਲੇ ਵਿੱਚ ਭਰ ਦਿੰਦੇ ਆ ਭਾਈ। ਉਹਨਾਂ ਦੀ ਕ੍ਰਿਸ਼ਨ ਜੀ ਦੀ ਲੀਲਾ ਦੇ ਵਿੱਚ ਹੀ, ਰਾਮ ਲੀਲਾ ਦੇ ਵਿੱਚ ਹੀ ਸਾਰਾ ਕੁਛ ਆ ਭਰ ਦਿੰਦੇ ਆ ਵਿੱਚ। ਲੋਕੀ ਘਰ ਜਾ ਕੇ ਉਹ ਮਜ਼ਾਕ ਉਹਨਾਂ ਦੇ ਦਿਮਾਗ 'ਚ ਆ ਜਾਂਦਾ ਹੈ, ਔਰ ਉਹਦੇ ਨਾਲ ਘਰ ਜਾ ਕੇ ਬੜੇ ਖੁਸ਼ ਹੁੰਦੇ ਆ, ਬੜੇ ਹੱਸਦੇ ਆ ਉਹਨਾਂ ਦੇ ਉਸ ਚੁਟਕਲਿਆਂ ਦੇ ਉੱਤੇ। ਇਹ ਸਾਰਾ ਕੁਛ ਕਿਉਂ ਹੋ ਰਿਹਾ ਹੈ, ਕਿਉਂ ਇਹ ਧਰਮ ਦੇ ਨਾਮ ਤੇ ਇਸ ਤਰ੍ਹਾਂ ਜਿਹੜਾ ਹੈਗਾ ਚੱਲ ਰਿਹਾ ਹੈ। ਰੋਟੀਆਂ ਕਾਰਨ ਪੂਰੇ ਤਾਲ, ਕਹਿੰਦੇ ਸਾਰਾ ਦਾ ਸਾਰਾ ਜਿਹੜਾ ਹੈਗਾ ਮਾਇਆ ਦਾ ਜਿਹੜਾ ਹੈਗਾ ਇਹ ਤਾਲ ਪੂਰੀ ਹੋ ਰਹੀ ਹੈ ਭਾਈ। ਰੋਟੀਆਂ ਦੇ ਕਾਰਨ ਜਿਹੜਾ ਹੈਗਾ ਦੁਨੀਆ ਦੇ ਪਦਾਰਥਾਂ ਦੇ ਵਾਸਤੇ, ਆ ਭੋਗਾਂ ਦੇ ਵਾਸਤੇ ਇਹ ਸਾਰਾ ਚੱਲ ਰਿਹਾ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਕਹਿੰਦੇ ਆਪਣੇ ਆਪ ਨੂੰ ਇੰਨਾ ਜਿਹੜਾ ਹੈਗਾ ਇੰਨਾ ਪੂਰਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਪਤਾ ਨਹੀਂ ਕਿੰਨੀ ਰਿਹਰਸਲ ਕਰਦੇ ਆ, ਕਿੰਨਾ ਕੁਛ ਕਰਦੇ ਆ, ਕਿੰਨੇ ਸੀਰੀਅਸਲੀ ਜਿਹੜਾ ਰਾਮਲੀਲਾ ਦੇ ਵਾਸਤੇ ਪ੍ਰਿਪਰੇਸ਼ਨ ਚੱਲਦੀ ਹੈ। ਇਹ ਸਾਰਾ ਦਾ ਸਾਰਾ ਆਪ ਪਛਾੜੇ ਧਰਤੀ ਨਾਲ, ਆਪਣੇ ਆਪ ਨੂੰ ਪਛਾੜਦੇ ਆ। ਗਾਵਨ ਗੋਪੀਆਂ ਕੀ ਗਾਉਂਦੇ ਆ, ਕੀ ਕਰਦੇ, ਕਾਹਦੀ ਲੀਲਾ ਕਰਦੇ ਆ। ਗਾਵਨ ਗੋਪੀਆਂ ਗਾਵਨ ਕਾਨ, ਕਹਿੰਦੇ ਕ੍ਰਿਸ਼ਨ ਲੀਲਾ ਕਰਦੇ ਆ ਭਾਈ। ਗੋਪੀਆਂ ਦੀ ਕ੍ਰਿਸ਼ਨ ਦੀ ਲੀਲਾਵਾਂ ਦੱਸਦੇ ਆ। ਹੋਰ ਕੀ ਦੱਸਦੇ ਆ, ਗਾਵਨ ਸੀਤਾ ਰਾਜੇ ਰਾਮ। ਔਰ ਜਿਹੜੇ ਹੈਗੇ ਹੋਰ ਇੱਕ ਮਹਾਭਾਰਤ, ਔਰ ਇੱਕ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਆ ਰਾਮ, ਇਹ ਜਿਹੜੀ ਹੈਗੀ ਰਾਮਲੀਲਾ ਦੱਸਦੇ ਆ ਭਾਈ। ਗਾਵਨ ਸੀਤਾ ਰਾਜੇ ਰਾਮ। ਫਿਰ ਕਹਿੰਦੇ ਮਾਲਕ ਪਰਮਾਤਮਾ, ਕਹਿੰਦੇ ਨਿਰਭਉ ਨਿਰੰਕਾਰ ਸਚ ਨਾਮ। ਕਹਿੰਦੇ ਉਹ ਨਿਰਭਉ, ਉਹ ਮਾਲਕ ਪਰਮਾਤਮਾ ਨਿਰੰਕਾਰ, ਉਹ ਤਾਂ ਕਿਤੇ ਅਲੱਗ ਹੀ ਰਹਿ ਗਿਆ ਭਾਈ। ਉਹਦਾ ਨਾਮ ਸੱਚ ਹੈਗਾ, ਉਹ ਨਿਰਭਉ ਹੈਗਾ, ਉਹ ਨਿਰੰਕਾਰ ਆਕਾਰ ਰਹਿਤ ਹੈ।
ਉਸ ਆਕਾਰ ਰਹਿਤ ਦੀ, ਉਸ ਨਿਰਭਉ ਦੀ ਕੋਈ ਵੀ ਗੱਲ ਨਹੀਂ ਕਰਦਾ। ਉਹਦੀ ਭਗਤੀ ਦੇ ਬਾਰੇ, ਉਹਦੇ ਬਾਰੇ ਕੋਈ ਚਰਚਾ ਨਹੀਂ ਹੈਗੀ ਇਹਦੇ ਵਿੱਚ। ਨਿਰਭਉ ਨਿਰੰਕਾਰ ਸਚ ਨਾਮ ਜਾਂਕਾ ਕੀਆ ਸਗਲ ਜਹਾਨ। ਕਹਿੰਦੇ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਆ, ਦੇਖੋ ਕੈਸੀ ਵਿਡੰਬਨਾ ਹੈਗੀ ਆ। ਕਹਿੰਦੇ ਉਹਦੇ ਬਾਰੇ, ਉਹਦੀ ਭਗਤੀ ਕੋਈ ਨਹੀਂ ਕਰਦਾ ਭਾਈ। ਉਸ ਨਿਰਭਉ ਦੀ, ਉਸ ਨਿਰੰਕਾਰ ਦੀ, ਉਸ ਸੱਚ ਦੀ, ਜਿਹਦਾ ਨਾਮ ਸੱਚਾ ਹੈਗਾ, ਉਸ ਸੱਚ ਦੀ ਕੋਈ ਵੀ ਜਿਹੜਾ ਹੈਗਾ ਗੱਲ ਨਹੀਂ ਕਰਦਾ। ਸੇਵਕ ਸੇਵੇਂ ਕਰਮੇ ਚੜਾਓ। ਪਰ ਕੁਛ ਸੇਵਕ ਹੈਗੇ ਆ, ਕੁਛ ਟਾਵੇਂ ਹੈਗੇ ਆ ਜਿਨ੍ਹਾਂ ਨੂੰ ਸਹੀ ਗਾਈਡ, ਸਹੀ ਰਸਤਾ ਪਤਾ ਲੱਗ ਜਾਂਦਾ। ਉਹ ਫਿਰ ਜਿਹੜੇ ਹੈਗੇ ਭਗਤੀ ਕਰਦੇ ਆ। ਸੇਵਕ ਸੇਵੇਂ, ਉਹ ਸੇਵਾ ਕਰਦੇ ਆ। ਉਹ ਮਾਲਕ ਫਿਰ ਬਖਸ਼ਿਸ਼ ਕਰਦਾ ਹੈ, ਉਹਨਾਂ ਦੀ ਚੜ੍ਹਾਈ ਹੁੰਦੀ, ਦਿਨ ਦੂਣੀ ਰਾਤ ਚੌਗਣੀ ਤਰੱਕੀ ਹੁੰਦੀ ਆ। ਪਿੰਨੀ ਰਹਿਣ ਜਿਨ੍ਹਾਂ ਮਨੇ ਚਾਹੋ, ਉਹਨਾਂ ਦੇ ਮਨ 'ਚ ਚਾਹ ਹੁੰਦਾ ਹੈ, ਔਰ ਉਹਨਾਂ ਦੀ ਜੀਵਨ ਦੀ ਰਾਤ ਜਿਹੜੀ ਹੈਗੀ ਭਿੱਜ ਜਾਂਦੀ ਹੈ ਅੰਮ੍ਰਿਤ ਦੇ ਨਾਲ, ਖੁਸ਼ੀ ਦੇ ਨਾਲ, ਖੇੜੇ ਦੇ ਨਾਲ, ਸ਼ਾਂਤੀ ਦੇ ਨਾਲ। ਸਿੱਖੀ ਸਿੱਖਿਆ ਗੁਰ ਵਿਚਾਰ। ਉਹਨਾਂ ਨੇ ਸਿੱਖਿਆ, ਗੁਰੂ ਨੂੰ ਵਿਚਾਰਿਆ ਹੈ। ਉਹਨਾਂ ਨੇ ਬ੍ਰਹਮ ਗਿਆਨ ਨੂੰ ਵਿਚਾਰਿਆ ਹੈ, ਔਰ ਬ੍ਰਹਮ ਗਿਆਨ ਤੋਂ ਸਿੱਖਿਆ ਲੈ ਕੇ ਉਸ ਰਸਤੇ ਤੇ ਚੱਲੇ ਹੈਗੇ ਆ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ, ਉਸ ਦੀ ਨਦਰ ਹੋ ਜਾਂਦੀ ਆ, ਉਸ ਦੀ ਬਖਸ਼ਿਸ਼ ਹੋ ਜਾਂਦੀ ਆ, ਔਰ ਉਹਨਾਂ ਦੇ ਕਰਮਾਂ ਦੇ ਉੱਤੇ ਉਹ ਜੋ ਜਿਹੜਾ ਗੁਰੂ ਤੋਂ ਸਿੱਖਿਆ ਲੈ ਕੇ ਉਸ 'ਤੇ ਚੱਲਦੇ ਹੈਗੇ, ਅਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਆ। ਬਾਕੀ ਕੋਹਲੂ ਚਰਖਾ ਚੱਕੀ ਚੱਕ। ਕਹਿੰਦੇ ਕੋਹਲੂ ਜਿਵੇਂ ਘੁੰਮਦਾ ਹੈ ਭਾਈ, ਕੋਹਲੂ ਦੇ ਬੈਲ ਵਾਂਗੂ ਜੂਨਾਂ ਦੇ ਵਿੱਚ, ਚਰਖਾ ਜਿਵੇਂ ਘੁੰਮਦਾ ਹੈ, ਚੱਕੀ ਜਿਵੇਂ ਘੁੰਮਦੀ ਹੈ, ਚੱਕ ਘੁਮਾਰਦਾ ਜਿਵੇਂ ਘੁੰਮਦਾ ਹੈ, ਥਲ ਜਿਵੇਂ ਥਲ ਵਰੋਲੇ ਆਉਂਦੇ ਆ, ਜਿਹੜੇ ਵਾਹ ਵਰੋਲੇ ਆਉਂਦੇ, ਹਵਾ ਕਿਵੇਂ ਘੁੰਮਦੀ ਹੈ, ਸਾਰਾ ਉਡਾ ਲੈ ਜਾਂਦੀ ਹੈ। ਬਹੁਤ ਅਨੰਤ, ਇੰਨੇ ਜ਼ਿਆਦਾ ਅਨੰਤ ਜਿਹੜਾ ਜੂਨਾਂ ਹੈਗੀਆਂ, ਔਰ ਉਹਨਾਂ ਦੇ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਘੁੰਮੀ ਜਾਂਦੇ ਆ। ਲਾਟੂ ਮਧਾਣੀਆਂ ਅਨਗਾਹ। ਕਹਿੰਦੇ ਆਹ ਦੇਖ ਲਓ, ਲਾਟੂ ਵਾਂਗੂ ਘੁੰਮਦੇ ਆ ਭਾਈ, ਮਧਾਣੀ ਵਾਂਗੂ ਰਿੜਕੇ ਜਾਂਦੇ ਆ। ਅਨਗਾਹ ਜਿਹੜਾ ਹੈਗਾ, ਜਿਹਦੇ ਨਾਲ ਉਹ ਜਿਹੜੇ ਹੈਗੇ ਬਲਦਾਂ ਦੇ ਉਹਦੇ ਪਹਿਲਾਂ ਜਿਹੜੇ ਹੈ ਇਹ ਦਾਣੇ ਕੱਢਦੇ ਸੀਗੇ, ਉਹਦੇ ਵਿੱਚੋਂ ਜਿਹੜੇ ਹੈਗੇ ਇਹ ਤੂੜੀ ਵੱਖ ਕਰਦੇ ਸੀਗੇ, ਗਾਹ ਕੇ ਅੰਨ ਨੂੰ ਗਾਉਂਦੇ ਸੀਗੇ। ਅਤੇ ਇਸ ਤਰ੍ਹਾਂ ਕਹਿੰਦੇ ਆ ਘੁੰਮਦੇ ਆ ਭਾਈ ਜੂਨਾਂ ਦੇ ਵਿੱਚ। ਪੰਖੀ ਪਾਉਂਦੀਆਂ ਲੈਣ ਨਾ ਸਾਹ। ਜਿਵੇਂ ਪੰਖੀ ਜਿਹੜੇ ਘੁੰਮਦੇ ਆ ਭਾਈ ਉੱਪਰ ਆਕਾਸ਼ ਦੇ ਵਿੱਚ ਘੁੰਮਦੇ ਆ, ਅਤੇ ਇਹਨਾਂ ਨੂੰ ਜਿਹੜਾ ਹੈਗਾ ਕਹਿੰਦੇ ਚੈਨ ਨਹੀਂ ਆਉਂਦਾ, ਕਿਤੇ ਵੀ ਚੈਨ ਨਹੀਂ ਆਉਂਦਾ। ਇਸ ਤਰੀਕੇ ਦੇ ਨਾਲ ਦੁੱਖ ਦੇ ਵਿੱਚ ਜੂਨਾਂ ਦੇ ਵਿੱਚ ਘੁੰਮਦੇ ਆ। ਜਿਵੇਂ ਸੂਏ ਝਾੜ ਪਵਾਈਆਂ ਜੰਤ। ਸੂਆ ਕਹਿੰਦੇ ਸੂਏ ਦੇ ਉੱਤੇ ਚਾੜ ਕੇ, ਕਹਿੰਦੇ ਇਸ ਤਰ੍ਹਾਂ ਜਿਹੜੇ ਹੈਗੇ ਧਰਮਰਾਜ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਜੂਨਾਂ ਦੇ ਵਿੱਚ ਉਹਨਾਂ ਨੂੰ ਤੀਰ ਵਾਂਗੂ ਸਿੱਧਾ ਕਰ ਦਿੰਦਾ ਭਾਈ। ਜੋ ਕਾਰਨ ਸੀ ਰਿਹਾ ਉਹਨਾਂ ਦਾ, ਉਹ ਸਾਰਾ ਭੁਗਤਾਨ ਕਰਦਾ ਹੈ ਵੀ ਆ ਵੀ ਤੂੰ ਮੰਗਿਆ ਸੀ, ਆ ਵੀ ਤੂੰ ਮੰਗਿਆ ਸੀ, ਆ ਵੀ ਲੈ ਲਾ, ਆ ਵੀ ਲੈ ਲਾ, ਆ ਵੀ ਲੈ ਲਾ। ਸੂਏ ਚਾੜ ਪਵਾਈਆਂ ਜੰਤ, ਨਾਨਕ ਪਾਉਂਦਿਆਂ ਗਣਤ ਨਾਨਤ। ਕਹਿੰਦੇ ਇਹਨਾਂ ਦੇ ਜੀਵਨ ਦਾ ਪਾਉਂਦੇ ਹੋਏ ਜੂਨਾਂ ਦੇ ਵਿੱਚ ਕਹਿੰਦੇ ਆ ਗਿਣਤੀ ਤੇ ਅੰਤ ਨਹੀਂ ਹੁੰਦਾ ਭਾਈ, ਇੰਨਾ ਜ਼ਿਆਦਾ ਵੱਡਾ ਸਫ਼ਰ ਹੈਗਾ। ਬੰਧਨ ਬੰਧ ਪਵਾਏ ਸੋਏ। ਕਹਿੰਦੇ ਬੰਧਨਾਂ ਦੇ ਵਿੱਚ ਬੰਨੇ ਹੋਏ ਸੀਗੇ, ਇਸ ਕਰਕੇ ਭਾਈ ਇਹ ਪਵਾਏ ਜਾਂਦੇ ਆ ਭਾਈ। ਮਨੁੱਖਾ ਜੂਨ ਦੇ ਵਿੱਚ ਆ ਕੇ ਫਿਰ ਇਹ ਮਾਇਆ ਦੇ ਬੰਧਨਾਂ ਦੇ ਵਿੱਚ, ਸਵਾਦਾਂ ਦੇ ਵਿੱਚ ਫਿਰ ਵੱਜੇ ਜਾਂਦੇ ਆ। ਪਏ ਕਿਰਤ ਨੱਚੇ ਸਭ ਕੋਏ। ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਪਿਛਲੀ ਜਿਹੜੀ ਹੈਗੀ ਇਹ ਸੰਸਕਾਰ ਬਣ ਜਾਂਦੇ ਆ, ਔਰ ਇਹ ਸੰਸਕਾਰ ਦੇ ਨਾਲ ਫਿਰ ਜਿਹੜਾ ਹੈਗਾ ਵਾਪਸ ਇਹ ਜੀਵਨ ਦੇ ਵਿੱਚ ਜਿਹੜੇ ਹੈਗੇ ਇਹ ਆਪਾਂ ਨੂੰ ਜਿਹੜੇ ਹੈਗੇ ਆ ਪ੍ਰੇਰਿਤ ਕਰਦੇ ਆ ਉਸ ਲੀਹਾਂ ਦੇ ਵਿੱਚ। ਸਾਰੀ ਦੁਨੀਆ ਜਿਹੜੀ ਹੈਗੀ ਇਸੇ ਤਰੀਕੇ ਦੇ ਨਾਲ ਇਹ ਕਿਰਤ ਦੇ ਨਾਲ ਨੱਚਦੀ ਆ। ਨੱਚ ਨੱਚ ਹੱਸੈਂ ਚੱਲੇ ਸੇ ਰੋਏ। ਔਰ ਜਿਹੜੇ ਇਸ ਤਰੀਕੇ ਦੇ ਨਾਲ ਇਹ ਚੋਗਾ ਪਦਾਰਥ ਸਵਾਦ ਜੋ ਖਿਲ ਰਿਹਾ ਪਿਆ ਆ, ਇਹਦੇ ਨਾਲ ਜੇ ਇਹਨੂੰ ਭੋਗ ਕੇ ਹੱਸਦੇ ਆ, ਖੁਸ਼ ਹੁੰਦੇ ਆ, ਸਵਾਦ ਲੈ ਕੇ, ਸਵਾਦ ਮਾਣ ਕੇ ਇਸ ਤਰ੍ਹਾਂ ਜੀਵਨ ਗੁਜ਼ਾਰ ਦਿੰਦੇ ਆ। ਕਹਿੰਦੇ ਅਖੀਰ ਦੇ ਵਿੱਚ ਚੱਲੇ ਸੇ ਰੋਏ। ਕਹਿੰਦੇ ਰੋਂਦੇ ਹੋਏ ਚਲੇ ਜਾਂਦੇ ਆ, ਹੱਥ ਕੁਛ ਵੀ ਨਹੀਂ ਆਉਂਦਾ, ਪੱਲੇ ਕੁਛ ਵੀ ਨਹੀਂ ਆਉਂਦਾ, ਔਰ ਅੱਗੇ ਮਨੁੱਖ ਜੂਨ ਮਿਲਣੀ ਨਹੀਂ ਹੈਗੀ। ਨੱਚ ਨੱਚ ਹੱਸੈਂ ਚੱਲੇ ਸੇ ਰੋਏ। ਫਿਰ ਉੱਡ ਨਾ ਜਾਹੀ ਸਿੱਧ ਨਾ ਹੋਏ। ਕਹਿੰਦੇ ਜਦ ਤੱਕ ਇਹ ਐਸੇ ਤਰੀਕੇ ਦੇ ਨਾਲ ਇਹਨਾਂ ਦਾ ਮਨ ਜਿਹੜਾ ਹੈਗਾ ਉੱਡਦਾ ਰਹੂਗਾ, ਐਸੇ ਤਰੀਕੇ ਦੇ ਨਾਲ ਇਹ ਮਨ ਨੂੰ ਨਹੀਂ ਕੰਟਰੋਲ ਕਰਨਗੇ, ਤੇ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ ਭਾਈ।
ਜਦ ਤੱਕ ਇਹ ਉੱਡਦੇ ਰਹਿਣਗੇ, ਮਨ ਉੱਡਦਾ ਰਹੂਗਾ ਇਹਨਾਂ ਦਾ, ਇਸੇ ਤਰੀਕੇ ਦੇ ਨਾਲ ਸੁਆਦਾਂ ਦੇ ਵਿੱਚ, ਭੋਗਾਂ ਦੇ ਵਿੱਚ ਸਿੱਧੀ ਨਹੀਂ ਪ੍ਰਾਪਤ ਹੋਏਗੀ। ਫਿਰ ਇਹ ਨੱਚਣਾ, ਇਹ ਮਨ ਦਾ ਜਿਹੜਾ ਹੈਗਾ ਭੋਗ, ਜਿਹੜੇ ਪਦਾਰਥ, ਜਿਹੜੇ ਸਵਾਦ ਹੈ, ਕੀ ਹੈ ਇਹ? ਕਹਿੰਦੇ ਨੱਚਣ ਕੁੱਦਣ ਮਨ ਕਾ ਚਾਹੋ। ਬਸ ਮਨ ਕਹਿੰਦਾ ਆ ਵੀ ਖਲਾ, ਆ ਵੀ ਪੜਾ, ਆ ਵੀ ਦਿਖਾ। ਸਾਰਾ ਜਿਹੜਾ ਹੈਗਾ ਮਨ ਜਿਹੜਾ ਹੈਗਾ ਐਸੇ ਤਰੀਕੇ ਨਾਲ, ਇੱਥੇ ਵੀ ਚੱਲ, ਉੱਥੇ ਵੀ ਜਾਣਾ ਹੈ। ਨੱਚਣ ਕੁੱਦਣ ਮਨ ਕਾ ਚਾਹੋ। ਕਹਿੰਦੇ ਮਨ ਦੀਆਂ ਤਰੰਗਾਂ ਹੈਗੀਆਂ, ਬਸ ਇਹ ਇੱਕ ਤਰੰਗ ਉੱਤੇ 10 ਤਰੰਗਾਂ ਹੋਰ ਪੈਦਾ ਹੋ ਜਾਂਦੀਆਂ। ਐਸੇ ਤਰੀਕੇ ਦੇ ਨਾਲ ਮਨੁੱਖੀ ਜੂਨ ਖਤਮ ਹੋ ਜਾਂਦੀ ਹੈ। ਨੱਚਣ ਕੁੱਦਣ ਮਨ ਕਾ ਚਾਹੋ, ਨਾਨਕ ਜਿਨ੍ਹਾਂ ਮਨੇ ਭਾਓ ਤਿਨਾ ਮਨੇ ਭਾਓ। ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਮਾਲਕ ਪਰਮਾਤਮਾ ਦਾ ਡਰ ਹੈਗਾ ਭਾਈ, ਬਈ ਮਾਲਕ ਪਰਮਾਤਮਾ ਨੇ ਮੈਨੂੰ ਕਿਸੇ ਕੰਮ ਵਾਸਤੇ ਭੇਜਿਆ ਆ ਔਰ ਮੇਰੇ ਕੋਲ ਬਿਲਕੁਲ ਸਮਾਂ ਨਿਰਧਾਰਿਤ ਹੈਗਾ ਆ, ਉਹ ਫਿਰ ਜਿਹੜੇ ਹੈਗੇ ਉਹਨਾਂ ਦੇ ਮਨ ਦੇ ਵਿੱਚ ਪਿਆਰ ਹੁੰਦਾ ਹੈ, ਭਾਵਨਾ ਹੁੰਦੀ ਹੈ, ਔਰ ਉਹ ਭਗਤੀ ਕਰਦੇ ਆ ਅਤੇ ਉਹ ਜਿਹੜੇ ਹੈਗੇ ਖੁਸ਼ਹਾਲ ਹੋ ਜਾਂਦੇ ਆ, ਜੀਵਨ ਜਿਹੜਾ ਸਫਲ ਕਰ ਲੈਂਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਇੱਕ ਚੀਜ਼ ਆਪ ਅੰਡਰਸਟੈਂਡ ਕਰੋ, ਬਾਣੀ ਕਹਿੰਦੀ ਆ ਕਿ ਇਹ ਦੇਖ ਕੀ ਕਰਦਾ ਫਿਰਦਾ ਇਨਸਾਨ। ਜਿਹਦੀ ਭਗਤੀ ਕਰਨੀ ਉਹਨੂੰ ਤਾਂ ਭੁੱਲ ਹੀ ਜਾਂਦਾ। ਬਿਲਕੁਲ ਭੁੱਲ ਜਾਂਦਾ ਜੀ, ਬਿਲਕੁਲ ਭੁੱਲ ਜਾਂਦਾ। ਰਾਮ ਲੀਲਾ ਕਰਕੇ ਹੀ ਸੋਚਦਾ ਕਿ ਮੈਂ ਬੜਾ ਵੱਡਾ ਕੰਮ ਕਰਤਾ, ਪਰ ਉਹ ਕਹਿੰਦੇ ਕਿ ਮਤਲਬ ਤੇਰੀ ਜ਼ਿੰਦਗੀ 'ਚ ਕੋਈ ਉਚਾਈ ਤੇ ਨਹੀਂ ਨਾ ਆਈ। ਗੋਰਖੀ ਸਾਹਿਬ ਦੇਖੋ ਇੱਕ ਗੱਲ ਹੈ, ਗੁਰੂ ਨਾਨਕ ਸਾਹਿਬ ਜਿਹੜੇ 550 ਕਿੰਨੇ ਸਾਲ ਪਹਿਲੋਂ ਆ ਲਿਖ ਕੇ ਗਏ ਆ, ਤੇ ਹੁਣ ਵੀ ਉਹੀ ਕੁਛ ਹੋ ਰਿਹਾ ਹੈ। ਗੋਰਖੀ ਸਾਹਿਬ ਉਹਨਾਂ ਦੇ ਗਿਆਨ ਦੇ ਬਾਅਦ ਵੀ ਉਹੀ ਕੁਛ ਹੋ ਰਿਹਾ ਹੈ। ਨਿੱਜਰ ਸਾਹਿਬ ਸਾਡੇ ਵੀ ਤੇ ਇਹੋ ਪ੍ਰੋਬਲਮ ਹੈ, ਅਸੀਂ ਵੀ ਤੇ ਇਹੋ ਕੁਝ ਕਰ ਰਹੇ ਹਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਸਵੇਰੇ ਵੇਖੋ ਪਾਲਕੀ ਸਾਹਿਬ ਨੂੰ ਕਿੱਦਾਂ ਬੰਦੇ ਚਿੰਬੜੇ ਹੁੰਦੇ ਆ। ਉਹ ਜਦ ਕਿ ਮੈਂ ਇਹ ਸੋਚਦਾ ਵਾਂ ਕਿ ਉੱਥੇ ਪਤਾ ਨਹੀਂ ਕਿੰਨੇ ਕੁ ਸਰੂਪ ਆ, ਉਹ ਖਾਸ ਸਰੂਪ ਆ, ਉਹ ਸਰੂਪ 'ਚ ਕੀ ਵੜ ਗਿਆ ਹੈ। ਬੰਦੇ ਮੈਂ ਨਾ ਚੰਗੇ ਭਲੇ ਹੋਏ ਜੇ ਸਿਆਣੇ ਬਣੇ ਆ, ਤੁਸੀਂ ਅਵੇਅਰਨੈਸ ਕਰੋ ਕਿ ਲੋਕਾਂ ਨੂੰ ਦੱਸੋ ਕਿ ਬਈ ਇਹ ਕੋਈ ਸਰੂਪ ਵੱਖਰਾ ਨਹੀਂ ਹੈ, ਇਹ ਇਹੋ ਹੀ ਸਰੂਪ ਨੇ। ਹਾਂ ਜਿਹੜੇ ਪਕਰਮਾਂ 'ਚ ਹੋਰ ਜਿੰਨਾ ਵੀ ਪਾਠ ਰੱਖਿਆ ਉੱਥੇ ਤੇ ਤੁਸੀਂ ਮੱਥਾ ਵੀ ਨਹੀਂ ਟੇਕਾ, ਲਾਜ ਦੀ ਲੰਘਦੇ ਜੋ। ਇਹਦੇ ਵਿੱਚ ਵੀ ਉਹੀ ਗਿਆਨ ਆ ਜਿਹੜਾ ਅਸੀਂ ਲੈਣਾ ਆ, ਹਰੇਕ ਦੇ ਵਿੱਚ ਉਹੀ ਗਿਆਨ ਆ। ਪਰ ਨਹੀਂ, ਉਹ ਬੰਦੇ ਦੇ ਮਨ 'ਚ ਪਾ ਦਿੱਤਾ ਹੈ ਕਿ ਇਹ ਜਿਹੜਾ ਸਰੂਪ ਹੈ, ਜਿਹੜਾ ਅੰਦਰ ਜਾਂਦਾ ਹੈ, ਇਹ ਸਪੈਸ਼ਲ ਹੈ, ਜਦਕਿ ਉਹ ਸਾਰੇ ਸੇਮ ਨੇ। ਉਹ ਤੇ ਬਿਲਕੁਲ ਹੀ ਸੇਮ ਨੇ। ਤੁਹਾਡੇ ਪਿੰਡ ਜਿਹੜਾ ਗੁਰਦੁਆਰੇ 'ਚ ਪਿਆ ਉਹ ਵੀ ਸਰੂਪ ਉਹੀ। ਗੋਰਖੀ ਸਾਹਿਬ ਫਿਰ ਚੜਾਵਾ ਕਿਵੇਂ ਚੜੂਗਾ ਜੇ ਇਸ ਤਰ੍ਹਾਂ ਨਹੀਂ ਹੋਊਗਾ, ਤੇ ਇਹ ਸਾਰਾ ਕੁਝ ਨਹੀਂ ਹੋਏਗਾ, ਤੇ ਫਿਰ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਇਹ ਮੁਸ਼ਕਿਲ ਹੋ ਜਾਏਗੀ। ਮੁਸ਼ਕਿਲ ਤੇ ਬੜੀ ਹੋ ਜਾਏਗੀ, ਕਿਉਂਕਿ ਉੱਥੇ ਦਰਸ਼ਨੀ ਡਿਊਰੀ ਦੇ ਉੱਤੇ ਵੀ ਜਿਹੜਾ ਉੱਥੇ ਵੀ ਪਤਾ ਨਹੀਂ ਕਿੰਨੇ ਟਾਈਮ ਤੋਂ ਬਾਅਦ ਉੱਥੇ ਬੁਕਿੰਗ ਹੁੰਦੀ ਆ। ਉੱਥੇ ਫਿਰ ਕਹਿੰਦੇ ਕਿ ਜੀ ਮੇਰਾ ਨੰਬਰ ਬੜੇ ਸਾਲਾਂ ਬਾਅਦ ਲੱਗਾ ਜੀ, 4 ਸਾਲ ਬਾਅਦ ਨੰਬਰ ਆਇਆ ਸਾਡਾ, ਤੇ ਬਾਬਾ ਜੀ ਤੁਹਾਡਾ ਨੰਬਰ ਤਾਂ ਹੈ। ਤੇ ਉੱਥੇ ਬਾਣੀ ਜਦੋਂ ਬੋਲੀ ਤੇ ਸੁਣੀ ਤੇ ਨਹੀਂ, ਉਹ ਨਹੀਂ ਸੁਣੀ, ਉਹ ਪਾਠੀ ਸਾਹਿਬ ਨੇ ਕਰ ਲਈ ਹੈ, ਉਹਨਾਂ ਸੁਣ ਲਈ। ਤੇ ਉਹ ਫਿਰ ਆਪ ਜਸਟ ਸੋਚੋ, ਬਾਣੀ ਕਿਦਾਂ ਦੀ ਕੋਈ ਗੱਲ ਲਿਖੀ ਨਿੱਜਰ ਸਾਹਿਬ ਕਿ ਉਹ ਬੋਲ ਦੋਗੇ ਤੁਹਾਡਾ ਮਸਲਾ ਲੈ ਲੂ। ਆਹ ਦੇਖ ਲਓ, ਬਾਣੀ ਤਾਂ ਆਪਾਂ ਪੜ੍ਹ ਰਹੇ ਗੋਰਖ ਸਾਹਿਬ, ਆਹੀ ਕੁਛ ਲਿਖਿਆ ਬਾਣੀ ਦੇ ਵਿੱਚ। ਤਾਂ ਬਾਣੀ ਤਾਂ ਕੱਟਦੀ ਹੈ ਭਾਈ, ਆਸਾ ਦੀ ਵਾਰ ਕੱਟਦੀ ਹੈ ਸਾਰੀਆਂ ਚੀਜ਼ਾਂ ਨੂੰ। ਬਾਣੀ ਤੇ ਕਹਿੰਦੀ ਕਿ ਦਵਾਈ ਤੂੰ ਖਾਣੀ ਹੈ ਤੇ ਠੀਕ ਤੂੰ ਹੋਵੇਂਗਾ, ਤੇਰੀ ਦਵਾਈ ਗੁਆਂਢੀ ਖਾਈ ਜਾਣਗੇ। ਉਹ ਜੇ ਪੰਡਤ ਉਹ ਕਹਿੰਦੇ ਆ ਆਪਣੇ ਵੈਸੇ ਨਾ ਆਪਣੇ ਬੰਦੇ 'ਚ ਬੜੇ ਗੜਬੜਿਆ। ਉਹ ਆਪਾਂ ਜਿਹੜੇ ਪੰਡਤ ਕੰਮ ਕਰਦਾ ਸੀ ਨਾ, ਸੋ ਕੰਮ ਆਪਾਂ ਕਰ ਲੈ ਚਾਲੂ। ਪੰਡਤ ਕਹਿੰਦਾ ਸੀ ਉਹ ਇਹ ਚਰਨਜੀਤ ਤੋਂ ਤੁਹਾਡਾ ਜਿਹੜਾ ਬਾਪੂ ਸੀ ਨਾ, ਉਹ ਨੰਗੇ ਪੈਰੀ ਤੁਰਿਆ ਫਿਰਦਾ ਹੀ, ਲਿਆ ਚੱਪਲਾ ਦਈਏ ਉਹਨੂੰ। ਉੱਥੇ ਦੁੱਧ ਵੀ ਨਹੀਂ ਹੈਗਾ। ਮੇਰਾ ਕਹਿੰਦਾ ਅੱਛਾ ਲੈ ਮੱਝ ਲੈ ਜਾ। ਉਹ ਉੱਥੇ ਔਰ ਕੋਈ ਪੈਸੇ ਨਹੀਂ ਹੈਗੇ, ਲੈ ਪੈਸੇ ਵੀ ਲੈ ਜਾਓ। ਬੰਦਾ ਪੁੱਛੇ ਕਿੱਥੇ ਪੈਸੇ ਖਾਣੇ ਆ, ਕਿੱਥੇ ਦੁੱਧ, ਕਿੱਥੇ ਗਾਵਾਂ, ਕਿੱਥੇ ਚੱਪਲਾਂ। ਉਹ ਗੋਰਖੀ ਸਾਹਿਬ ਮੈਂ ਤੁਹਾਨੂੰ ਦੱਸਿਆ ਨਹੀਂ ਸੀ, ਮੈਂ ਤੁਹਾਨੂੰ ਦੱਸਿਆ ਨਹੀਂ ਸੀ ਬਈ ਉਹ ਚਲਾ ਗਿਆ ਹਰਿਦੁਆਰ, ਇੱਕ ਜੱਟ ਚਲਾ ਗਿਆ, ਤੇ ਉਹ ਜਿਹੜਾ ਹੈਗਾ ਦੱਸਿਆ ਇਸ ਤਰ੍ਹਾਂ ਹੀ ਉਹਨੇ, ਪਾਂਡੇ ਨੇ ਦੱਸਿਆ, ਕਹਿੰਦਾ ਵੀ ਆਹ ਦੇਖ ਤੇਰੇ ਪਿਓ ਦਾ ਨਾਂ ਆ ਹੈਗਾ, ਤੇਰੇ ਦਾਦੇ ਦਾ ਨਾਂ ਹੈਗਾ, ਸਾਰਿਆਂ ਦੀ ਬਹੀ ਉਹਨਾਂ ਦੇ ਕੋਲ ਹੈਗੀ, ਯਾਰ ਸਾਰਿਆਂ ਦੇ ਕੋਲ ਸੀਗੀ ਪਹਿਲਾਂ। ਤੇ ਕਹਿੰਦਾ ਬਿਲਕੁਲ ਸਹੀ ਹੈ ਜੀ, ਬਿਲਕੁਲ। ਕਹਿੰਦੇ ਦੇਖ ਉਹਨਾਂ ਦੇ ਕੋਲ ਤਾਂ ਉਹਦੇ ਦੁੱਧ ਹੀ ਹੈ ਨੀ ਗਾ, ਗਊ ਹੈ ਨੀ ਗੀ। ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਆਹ ਦੇਖ ਆਹ ਚਿੱਟੀ ਗਊ ਕਿੰਨੀ ਵਧੀਆ ਗਊ ਹੈਗੀ ਆ, ਔਰ ਕਿੰਨੀ ਜਿਹੜਾ ਦੁੱਧ ਵਾਲੀ ਆ, ਦਾਨ ਕਰ ਇਹਨੂੰ। ਕਹਿੰਦੇ ਇਹ ਤਾਂ ਮੇਰੀ ਨਹੀਂ ਆ। ਕਹਿੰਦੇ ਲੈ ਤੂੰ ਦੇ 20 ਰੁਪਈਏ ਤੇ ਗਊ ਲੈ ਲਾ ਤੇ ਦਾਨ ਕਰ ਦੇ। ਤੇ ਉਹਨੇ ਦਿੱਤੇ 20 ਰੁਪਈਏ, ਲੈ ਲਈ ਗਊ, ਤੇ ਕਹਿੰਦਾ ਦੇ ਦਾਨ ਕਰ। ਕਹਿੰਦਾ ਕਿਉਂ, ਮੇਰੀ ਗਊ ਹੋ ਗਈ, ਹੁਣ ਮੈਂ ਕਿਉਂ ਦਾਨ ਕਰਾਂ? ਚਲੋ ਸ਼ਿੰਗਾਰੇ ਚੱਲੀਏ ਘਰ ਹੁਣ।
ਪੱਧਰਾ ਦੁੱਧ ਪੀਵਾਂਗੇ ਆਪਾਂ। ਹਾਂ, ਇਹ ਗਿਆਨ ਜਿਹੜਾ ਹੈ, ਇਹ ਗਿਆਨ ਪੜ੍ਹਨ ਦਾ ਵਿਸ਼ਾ ਹੈ, ਸਮਝਣ ਦਾ ਵਿਸ਼ਾ ਹੈ, ਇਹ ਰੱਟਾ ਮਾਰਨ ਦਾ ਵਿਸ਼ਾ ਨਹੀਂ ਹੈ। ਔਰ ਮੇਰੇ ਵਰਗਾ ਕਈ ਇੱਥੇ ਪ੍ਰਚਾਰ ਕਰੀ ਜਾਂਦਾ, ਲਓ ਜੀ ਉਹਨੇ ਨੂੰ ਸੁਖਮਨੀ ਸਾਹਿਬ ਦਾ ਪਾਠ ਉਹਨੂੰ ਕੰਠ ਹੈਗਾ। ਮੈਂ ਕੰਠ ਤੇ ਹੈਗਾ, ਉਹ ਕੰਠ ਹੋਣ ਦੇ ਨਾਲ ਉਹ ਮੈਮਰੀ 'ਚ ਚਲ ਗਿਆ, ਉਹਦੇ ਜੀਵਨ 'ਚ ਥੋੜੀ ਆ ਇਹਨਾਂ ਨੇ। ਉਹਦੀ ਤੇ ਇੱਕ ਹਾਰਡ ਡਿਸਕ ਆ। ਹੁਣ ਤੁਹਾਡੇ ਲੈਪਟਾਪ ਦੀ ਹਾਰਡ ਡਿਸਕ ਦੇ ਵਿੱਚ ਡਾਟਾ ਪਿਆ, ਤੁਸੀਂ ਦੱਸੋ ਉੱਥੋਂ ਕੀ ਫਾਇਦਾ ਤੁਹਾਨੂੰ? ਉਹ ਡਾਟੇ ਨੂੰ ਜਦੋਂ ਤੁਸੀਂ ਪੜ੍ਹੋਗੇ, ਆਪਣੇ ਜੀਵਨ 'ਚ ਇਸਤੇਮਾਲ ਕਰੋਗੇ, ਹਾਂ ਤਦ ਮੈਂ ਮੰਨਣਾ ਉਹਦਾ ਫਾਇਦਾ ਹੈਗਾ। ਪਰ ਜੇ ਤੁਹਾਡੀ ਮੈਮਰੀ 'ਚ ਇੱਥੇ ਨਿਜਰ ਸਾਹਿਬ ਕਾਪੀ ਕਰਕੇ ਪੇਸਟ ਕਰਤਾ ਤੇ ਕੀ ਫਾਇਦਾ ਹੋਊਗਾ? ਵਾਹਿਗੁਰੂ ਜੀ। ਹਾਂਜੀ 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 ਵਾਹਿਗੁਰੂ ਜੀ, ਮੇਰੇ ਨਾਲ ਪੀਐਮ ਸੀਗਾ ਇੱਕ, ਉਹਦੀ ਹਿਮਾਚਲ ਦਾ ਉਹਦੀ ਡੈਥ ਹੋ ਗਈ। ਉੱਥੇ ਜਦੋਂ ਮੈਂ ਅਫਸੋਸ ਕਰਨ ਗਿਆ ਤਾਂ ਉਹ ਦੱਸਦੇ ਕਿ 1 ਸਾਲ ਅਸੀਂ ਬਾਹਮਣ ਨੂੰ, ਜਿਹੜਾ ਉਹ ਬੰਦਾ ਕਿਹੜਾ ਖਾਣਾ ਖਾਂਦਾ ਸੀਗਾ, ਕਿਹੜਾ ਉਹਨੂੰ ਫਰੂਟ ਚੰਗਾ ਲੱਗਦਾ ਸੀਗਾ, ਕਿਹੜੀ ਜੁੱਤੀ ਕਿੱਦਾਂ ਦੀ ਪਾਉਂਦਾ ਸੀ, ਉਹ ਡਿਜ਼ਾਈਨ ਦੀ 1 ਸਾਲ ਵਾਸਤੇ ਉਹਨੂੰ ਸਾਰਾ ਰਾਸ਼ਨ ਦੇਣਾ, ਨਹੀਂ ਕਹਿੰਦੇ ਉਹਦੀ ਗਤੀ ਨਹੀਂ ਹੋਏਗੀ। ਉਹ ਮੇਰਾ ਖਿਆਲ ਆ ਉਹਨਾਂ ਦਾ 4-5 ਹਜ਼ਾਰ ਰੁਪਇਆ ਇਸੇ ਚੀਜ਼ ਉੱਤੇ ਹਰ ਮਹੀਨੇ ਦਾ ਖਰਚਾ ਹੋਗਾ ਸੀ। ਬਿਲਕੁਲ, ਮੈਂ ਸੁਣ ਕੇ ਬੜਾ ਹੈਰਾਨ ਹੋਇਆ। ਤੁਸੀਂ ਜਿਹੜੀ ਗੱਲ ਦੱਸੀ ਬਿਲਕੁਲ ਸਹੀ ਹੈ ਜੀ। ਨਿਜਰ ਸਾਹਿਬ ਉਹਨੂੰ ਛੱਡੋ, ਆ ਜਿਹੜੇ ਆਪਣੇ ਧਰਮ ਦੇ ਵਿੱਚ ਇੱਕ ਨਿਜਰ ਸਾਹਿਬ ਥੋੜਾ ਆਪ ਤੇ ਜਾਣਦੇ ਜੋ, ਮੈਨੂੰ ਜ਼ਿਆਦਾ ਪਤਾ ਨਹੀਂ, ਇਹ ਸੰਪਟ ਪਾਠ ਕੀ ਹੁੰਦਾ ਹੈ? ਸੰਪਟ ਪਾਠ ਜਿਹੜਾ ਹੁੰਦਾ ਹੈ ਗੁਰਕੀ ਸਾਹਿਬ 7 ਦਿਨਾਂ 'ਚ ਪੂਰਾ ਹੁੰਦਾ। ਔਰ ਉਹਦੇ ਨਾਲ ਕੀ ਕਰਦੇ ਆ ਕਿ ਉਹ ਸ਼ਬਦ ਜਿਹੜਾ ਹੈਗਾ ਨਾ, ਇੱਕ ਸ਼ਬਦ ਜਿਹੜਾ ਨਾਲ ਚਲਾਉਂਦੇ ਆ, ਹਰੇਕ ਸ਼ਬਦ ਦੇ ਬਾਅਦ ਉਹ ਸ਼ਬਦ ਰਿਪੀਟ ਕਰਦੇ ਆ। ਦੇਖੋ ਏਦਾਂ ਨਹੀਂ, ਗੁਰੂ ਗ੍ਰੰਥ ਸਾਹਿਬ ਲਿਖਿਆ ਵਾਲੇ ਨਹੀਂ ਹੈਗੇ ਜੀ। ਹਾਂਜੀ, ਹਾਂ ਉਹ ਸੁਖਮਨੀ ਸਾਹਿਬ ਦਾ ਇੱਕ ਪਾਠ ਆਉਂਦਾ ਉਹਨਾਂ ਦੇ ਜੀ, ਉਹਦੇ ਸੰਪਟ ਲਾਇਆ ਹੁੰਦਾ ਨਾਲ। ਸੁਖਰੀ ਸੁਖ ਅਮਰਤਪੁਰ ਭਰ ਜਾ ਭਗ ਜਨਾ ਕੇ ਮਾਮ ਦੇ ਦੇਸ ਰਾਮ, ਇਹ ਵੀ ਬਾਰ-ਬਾਰ ਕਿਤੇ ਨਾਲ ਲਾਇਆ ਹੁੰਦਾ ਜੀ ਉਹਦੇ ਐਂਡ 'ਚ। ਜਦੋਂ ਅਸ਼ਟਪਦੀ ਪੂਰੀ ਹੁੰਦੀ ਆ ਜੀ, ਉਹਦੀ ਇਹ ਨਾਲ ਸ਼ਬਦ ਲਾਇਆ ਹੁੰਦਾ ਉਹਦੇ। ਤੁਸੀਂ ਉਹਨਾਂ ਦਾ ਕਦੇ ਪੜ੍ਹ ਕੇ ਦੇਖੋ, ਨਾਨਕਸਰ ਵਾਲਿਆਂ ਦਾ। ਹਾਂ, ਆਪਣੇ ਧਰਮ 'ਚ ਵੀ ਬੜਾ ਕੁਝ ਵਾੜ ਦਿੱਤਾ ਇਹਨਾਂ ਲੋਕਾਂ ਨੇ। ਦੇਖੋ ਪਲੀਜ਼ ਅੰਡਰਸਟੈਂਡ ਕਰੋ, ਬਾਣੀ 'ਚ ਏਦਾਂ ਦੀ ਕੋਈ ਲੈਣ ਨਹੀਂ ਲਿਖੀ, ਨਾ ਕੋਈ ਤੁਕ ਲਿਖੀ ਹੈ ਜਿੱਥੇ ਸਾਨੂੰ ਏਦਾਂ ਦਾ ਕੁਝ ਕਰਨ ਵਾਸਤੇ ਕਿਹਾ ਹੋਵੇ। ਬਾਣੀ ਹਰ ਚੀਜ਼ ਨੂੰ ਕੱਟ ਰਹੀ ਆ, ਜਿਹੜੀ ਚੀਜ਼ ਨੂੰ ਕਰਨ ਵਾਸਤੇ ਮਨਾ ਕੀਤਾ ਹੈ ਆਪਾਂ ਉਹ ਕੰਮ ਕਰ ਰਹੇ ਹਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਉਸ ਤੋਂ ਜ਼ਿਆਦਾ ਕਰ ਰਹੇ ਹਾਂ, ਉਲਟਾ ਹੀ ਕਰ ਰਹੇ ਹਾਂ। ਬਾਣੀ 'ਚ ਏਦਾਂ ਦਾ ਕੁਛ ਨਹੀਂ ਜੇ ਲਿਖਿਆ। ਇਹ ਜਿਹੜਾ ਲੋਕ ਤੁਹਾਨੂੰ ਦਿਖਾ ਰਹੇ ਨੇ, ਇਹ ਬਿਲਕੁਲ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇਂਸਟ ਹੈ, ਬਿਲਕੁਲ 101%। ਇੱਥੋਂ ਤੱਕ ਹਰ ਇੱਕ ਕਮਰਸ਼ੀਅਲ ਬਣਾਤਾ ਕਿੰਨਾ ਇਹ ਲੋਕਾਂ ਨੇ। ਕਮਰਸ਼ੀਅਲ ਵਿੱਚ ਬਿਜ਼ਨਸ, ਪਿਓਰ ਬਿਜ਼ਨਸ ਹੈ। ਔਰ ਰਿਲੀਜੀਅਸ ਨਾਲ ਦਾ ਬਿਜ਼ਨਸ ਕੋਈ ਨਹੀਂ। ਮੇਰੇ ਵਰਗਾ ਉੱਥੇ 2-4 ਗੱਲਾਂ ਮਾਰਦੇ ਬੋਲਦੇ, ਕਿਉਂਕਿ ਉਪਦੇਸ਼ ਹੀ ਕਰਨਾ ਨੇ ਜੋ ਸਾਹਿਬ, ਔਰ ਉਹਦੇ ਥੋੜੀ ਕਰਨ ਦੀ ਕੋਈ ਲੋੜ ਹੈ। ਹਾਂ, ਉਹਦੇ ਜਿੰਨਾ ਲਾਭ ਨਹੀਂ ਹੈਗਾ ਗੁਰਕੀ ਸਾਹਿਬ। ਹਿੰਗ ਲਗੇ ਨਾ ਫਿਟਕਰੀ, ਰੰਗ ਚੋਖਾ ਹੈ। ਥੋੜੀ ਜਿਹੀ ਇਨਵੈਸਟਮੈਂਟ ਬਹੁਤ ਥੋੜੀ। ਮੈਂ ਥੋੜਾ ਜਿਹਾ ਤੁਹਾਨੂੰ ਭਰਮ 'ਚ ਪਾ ਦੂੰਗਾ। ਉਹ ਨਿਜਰ ਸਾਹਿਬ ਏਦਾਂ ਕਿ ਤੁਹਾਡਾ ਤੇ ਕੰਮ ਰੁਕਿਆ ਨਾ, ਨਿਜਰ ਸਾਹਿਬ ਨੇ ਕਹਿਣਾ ਹਾਂ ਰੁਕਿਆ। ਮੈਂ ਬੰਦਾ ਪੁੱਛੇ ਮੈਨੂੰ ਕੀ ਰੁਕਿਆ ਕਿ ਨਹੀਂ ਰੁਕਿਆ, ਥੋੜਾ ਬਹੁਤਾ ਕੰਮ ਤੇ ਰੁਕਿਆ ਜਾਂਦਾ ਬੰਦੇ ਦਾ। ਇਹ ਤੇ ਪ੍ਰਕਿਰਤੀ 'ਚ ਬੈਠਿਆ। ਏਦਾਂ ਕਰੋ ਰੁਪਈਆ 5,000 ਦੇ ਦਿਓ ਮੈਨੂੰ, ਮੈਂ ਨਾ ਤੁਹਾਡਾ ਨਾ ਉੱਥੇ ਉਪਾਏ ਕਰ ਦਿੰਦਾ। ਫਿਰ ਨਿਜਰ ਸਾਹਿਬ ਨੇ ਕਹਿਣਾ ਚਰਨਜੀਤ ਅੱਛਾ ਉਪਾਏ ਕੀ ਕਰਾਂਗਾ? ਏਦਾਂ ਕਰੋ ਕਿ ਆ ਸਮੱਗਰੀ ਲੈ ਆਓ। ਠੀਕ ਹੈ ਨਿਜਰ ਸਾਹਿਬ ਲੈ ਆਉਣੇ। ਫਿਰ ਇਹ ਸਮੱਗਰੀ ਨਾ ਰਾਤ ਨੂੰ 3 ਵਜੇ ਜਾ ਕੇ ਸ਼ਮਸ਼ਾਨ ਘਾਟ 'ਚ ਛੱਡ ਕੇ ਆਉਣੀ ਹੈ। ਤੇ ਨਿਜਰ ਸਾਹਿਬ ਨੇ ਕਹਿਣਾ ਕਿ ਠੀਕ ਹੈ ਬਾਬਾ ਜੀ ਏਦਾਂ ਕਰੋ, 5,000 ਦੀ ਜਗ੍ਹਾ ਤੁਸੀਂ 1,000 ਰੁਪਇਆ ਵੱਧ ਲੈ ਲਓ। ਸ਼ਮਸ਼ਾਨ ਘਾਟ ਜਾਣ ਵਾਲਾ ਮਸਲਾ ਹੈ ਨਾ, ਇਹ ਔਖਾ ਵਾ, ਇਹ ਵੀ ਤੁਸੀਂ ਕਰ ਦੋ। ਫਿਰ ਮੇਰੇ ਵਰਗਾ ਇੱਕ ਹੋਰ ਚਲਾਕ ਬੰਦਾ ਹੁੰਦਾ, ਕਈ ਬੰਦੇ ਅੱਗੇ ਢੀਠ ਹੁੰਦੇ, ਉਹ ਕਹਿੰਦੇ ਕਿ ਮੈਂ ਲੈ ਜਾਵਾਂਗਾ। ਫਿਰ ਇਹ ਜਿਹੜੀ ਸਮੱਗਰੀ ਹੈ ਨਾ, ਪਤਾ ਵੀਰ ਜੀ, ਉਸ ਸ਼ਮਸ਼ਾਨ ਘਾਟ 'ਚ ਲੈ ਕੇ ਜਾਣੀ ਆ ਜਿੱਥੇ ਤੁਸੀਂ ਫਿਰ ਜ਼ਿੰਦਗੀ 'ਚ ਦੁਬਾਰਾ ਨਹੀਂ ਜਾਣਾ। ਹੋਰ ਔਖਾ ਕੰਮ ਕਰਦਾ। ਤੇ ਉਹ ਕਹਿੰਦਾ ਇਹ ਕੰਮ ਔਖਾ ਵਾ, ਇਹ ਕੰਮ ਔਖਾ, ਫਿਰ ਜਾਣਾ ਵੀ ਇਕੱਲੇ। ਸੋ ਕਹਿਣ ਤੋਂ ਭਾਵੇਂ ਇਹ ਲੋਕ ਚਲਾਕ ਨੇ, ਇਹ ਲੋਕ ਬੇਵਕੂਫ ਬਣਾਉਂਦੇ ਨੇ। ਇਸੇ ਤਰ੍ਹਾਂ ਇਹ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ। ਸੋ ਪਲੀਜ਼ ਅੰਡਰਸਟੈਂਡ ਕਰੋ, ਇਹ ਬਾਣੀ ਦੇ ਵਿੱਚ ਕੋਈ ਏਦਾਂ ਦਾ ਨਹੀਂ ਗੱਲ ਲਿਖੀ। ਜੇਕਰ ਲਿਖੀ ਹੈ ਤਾਂ ਪਲੀਜ਼ ਇੱਥੇ ਤੁਸੀਂ, ਤੁਹਾਡੇ 89 ਸੰਗਤ ਹੈਗੀ ਆ, ਪਲੀਜ਼ ਕੋਈ ਦੱਸ ਸਕਦਾ ਵਿੱਚ ਕੁਝ ਲਿਖੀ ਏਦਾਂ ਦੀ ਲਾਈਨ? ਤੁਸੀਂ ਕਹਿ ਨਾ ਦਿਓ ਕਿ ਇਹ 2 ਬੰਦੇ ਬੋਲੀ ਜਾਂਦੇ ਆ, ਇੱਥੇ ਕੁਝ ਲਿਖਿਆ, ਏਦਾਂ ਲਿਖਿਆ ਤੇ ਦੱਸ ਦਿਓ ਪਲੀਜ਼, ਮਾਈਂਡ ਨਹੀਂ ਕਰਨਾ। ਬਿਲਕੁਲ। ਹੁਣ ਕਿਉਂਕਿ ਨਿਜਰ ਸਾਹਿਬ ਮੁੜ ਕੇ ਫਿਰ ਕਥਾ ਦੇ ਵਿੱਚ ਬਾਅਦ 'ਚ ਕਿਤੇ ਮਨ 'ਚ ਨਾ ਆਵੇ ਕਿ ਤੁਸੀਂ ਦੋਵੇਂ ਉਲਟ ਬੋਲੀ ਜਾਂਦੇ ਜੋ, ਪਰ ਨਹੀਂ, ਏਦਾਂ ਦਾ ਕੋਈ ਲਫ਼ਜ਼ ਨਹੀਂ ਜੇ ਲਿਖਿਆ। ਕਿੰਨੇ ਸਮੇਂ ਤੋਂ ਆਪਾਂ ਕਥਾ ਕਰ ਰਹੇ ਹਾਂ, ਉਲਟਾ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਤੁਸੀਂ ਕਰ ਰਹੇ ਜੋ ਕ੍ਰਿਸ਼ਨ ਬਣ ਜਾਂਦੇ, ਜੋ ਕਿਤੇ
ਰਾਧਾ ਬਣ ਜਾਂਦੇ ਜੋ, ਇਹ ਜੋ ਰਾਮ ਬਣਦੇ ਜੋ, ਫਿਰ ਆ ਜਿਹੜੀਆਂ ਰਾਸ ਲੀਲਾ ਕੱਢਦੇ ਜੋ, ਇਸ ਪਰਮਾਤਮਾ ਦੇ ਨਾਲ ਕੀ ਲੈਣਾ ਦੇਣਾ? ਔਰ ਜਿਹੜਾ ਪਰਮਾਤਮਾ ਜਿਹਦੀ ਭਗਤੀ ਕਰਨੀ ਆ, ਤੁਸੀਂ ਉਹਨੂੰ ਤੇ ਛੱਡਤਾ, ਤੁਸੀਂ ਦੂਜਿਆਂ ਦੇ ਕਰੈਕਟਰ ਕਰੀ ਜਾਂਦੇ ਜੋ। ਇਹ ਚੀਜ਼ਾਂ ਜਿਹੜੀਆਂ ਨੇ, ਦੇਖੋ ਹੁਣ ਵੀ ਆਪਣੇ ਵੇਖੋ ਆਪਣੇ ਇੱਥੇ ਗੁਰਪੁਰਬ ਮਨਾਈ ਜਾਂਦੇ ਨੇ, ਜਾਂ ਹੋਰ ਕੋਈ ਇੱਥੇ ਮਤਲਬ ਵੱਧ ਤੋਂ ਵੱਧ ਕੀ ਕਹਿਣਗੇ, ਲੰਗਰ ਲਾ ਦੋ, ਬਹੁਤ ਤੋਂ ਵੱਧ ਕਹਿਣਗੇ ਜੀ ਪਾਠ ਪੜ੍ਹ ਲਓ, ਪਰ ਭਗਤੀ ਬਾਰੇ ਕਿਦੋਂ ਦੱਸਣਾ ਹੈ ਲੋਕਾਂ ਨੂੰ? ਇਹ ਭਗਤੀ ਕਰਨੀ ਹੈ, ਬਾਣੀ 'ਚ ਲਿਖਿਆ ਭਗਤੀ ਕਰਨੀ ਹੈ। ਇਹ ਜਿਹੜੇ ਕਰਮ ਆ, ਇਹ ਜਿਹੜੇ ਕਰਮ ਹੈ, ਇਹਨਾਂ ਤੋਂ ਤਾਂ ਉੱਠਣਾ, ਵਿਵੇਕ ਬੁੱਧੀ ਨੂੰ ਪ੍ਰਾਪਤ ਕਰਨਾ ਹੈ, ਗਿਆਨ ਆਪਣਾ ਪ੍ਰਾਪਤ ਕਰਨਾ ਹੈ। ਇਹ ਗੱਲਾਂ ਕਿਹਨੇ ਦੱਸਣੀਆਂ ਨੇ? ਇਹ ਜੇਕਰ ਸੋਚੀਏ ਨਾ ਕਿ ਉੱਥੇ ਪੈਸਾ ਚੜਾ ਕੇ ਤੇ ਸਾਡੇ ਆ 84 ਆ ਲਿਖੀ ਆ, ਬਾਣੀ 'ਚ ਲਿਖਿਆ ਆ, ਜਿਹੜੀ ਉੱਪਰ ਵੇਖੋ ਉੱਪਰ ਤੁਕ 'ਚ ਲਿਖਿਆ ਜੇ, ਪਲੀਜ਼ ਅੰਡਰਸਟੈਂਡ ਕਰੋ। ਆ ਕਹਿੰਦੇ ਨਾ ਕਿ ਤੂੰ ਜਿਹੜਾ ਤੂੰ ਕਰੀ ਫਿਰਦਾ ਹੈ ਨਾ, ਇਹ ਤੇਰੇ ਨਾਲ ਜਾਣਾ ਹੈ ਸਾਰਾ, ਤੇਰਾ ਕਾਰਨ ਸਰੀਰ। ਇੱਥੇ ਨੇ ਜਿਸ ਰੋਟੀਆਂ ਕਾਰਨ ਪੂਰਨ ਤਾਲ, ਆ ਵੇਖੋ ਲਿਖਿਆ ਵਾ। ਉਹ ਕਹਿੰਦੇ ਖਾਣ ਪੀਣ ਦਾ ਹਿਸਾਬ ਤਾਂ ਲਾ ਕੇ ਬੈਠੇ ਅਗਲੇ। ਬਿਲਕੁਲ। ਤੇ ਇਹ ਨਾ ਹੋਵੇ ਕਿ ਤੁਸੀਂ ਇਹਨਾਂ ਦੇ ਚੱਕਰ 'ਚ ਬਹਿ ਕੇ ਆਪਣੇ ਆਪ ਨੂੰ ਤੁਸੀਂ ਕਹੋ ਕਿ ਅਸੀਂ ਉੱਥੋਂ ਬਾਬਾ ਜੀ ਨੇ ਆਸ਼ੀਰਵਾਦ ਦੇਤਾ ਜਾਂ ਕੁਛ ਮੈਨੂੰ ਸਮਝਾਤਾ ਹੈ ਕਿ ਤੂੰ ਮੁਕਤ ਹੋ ਗਿਆ। ਇੱਕ ਦਿਨ ਬਾਬਾ ਵਾਹਵਾ ਵੱਡਾ ਬੈਠਾ ਸੀ ਕੋਈ ਸਟੇਜ ਤੇ, ਨਾਂ ਨਹੀਂ ਲਵਾਂਗਾ ਮੈਂ, ਤੇ ਉਹ ਕਹਿੰਦੇ ਕਹਿ ਰਹੇ ਨੇ ਇਹ ਜੀ ਤੁਹਾਨੂੰ ਪਤਾ ਹੈ ਮੈਂ ਇੰਨਾ ਬੁੱਢਾ ਹੋ ਗਿਆ, ਮੈਂ ਕਿੱਦਾਂ ਬੋਲਣ ਆ? ਉਹ ਬੰਦਾ ਪੁੱਛੇ ਤੇਰਾ ਸਰੀਰ ਹੈਗਾ, ਤੂੰ ਬੋਲ ਹੀ ਸਕਦਾ? ਮੇਰੇ ਪਿੱਛੇ ਸੰਤ ਲੱਗੇ ਹੋਏ ਨੇ, ਬੜੇ ਪੁਰਾਣੇ ਸੰਤ। ਲੇਕਿਨ ਨਿੱਜਰ ਸਾਹਿਬ ਦੇਖੋ, ਚੰਗਾ ਭਲਾ ਬੰਦਾ, ਮੋਟਾ ਜਿਹਾ ਬੰਦਾ ਵਾ, ਮੈਂ ਨਾਂ ਨਹੀਂ ਲਵਾਂਗਾ। ਤੇ ਫਿਰ ਕਹਿੰਦਾ ਕਿ ਆ ਜੇ ਤੁਸੀਂ ਸਾਰੇ ਬੈਠੇ ਜੋ ਨਾ, ਤੁਸੀਂ ਸਾਰਿਆਂ ਬੈਕੁੰਠ 'ਚ ਜਾਣਾ ਨਿੱਜਰ ਸਾਹਿਬ। ਤੇ ਮੈਂ ਬੰਦਾ ਪੁੱਛੇ ਬਾਣੀ ਜੀ ਤੇ ਏਦਾਂ ਦੀ ਗੱਲ ਨਹੀਂ ਲਿਖੀ, ਬਾਣੀ ਜੀ ਸਾਰੇ ਜਿਹੜੇ ਸੁਣਦੇ ਪਏ ਸਾਰੇ ਬੈਕੁੰਠ 'ਚ ਚੱਲ ਜਾਣਗੇ। ਉਹ ਤੇ ਉਹ ਜਾਊਗਾ ਜਿਹੜਾ ਇਮਤਿਹਾਨ 'ਚੋਂ ਪਾਸ ਹੋਊਗਾ। ਬਿਲਕੁਲ। ਤੇ ਮੇਰੇ ਕਹਿਣ ਦੇ ਨਾਲ ਜੇ ਤੇਰੇ ਕਹਿੰਦੇ ਨੇ ਬਾਬਾ ਇਹ ਤੇ ਗੱਲ ਬਣਨੀ ਨਹੀਂ ਹੈ। ਬਾਣੀ ਦੀ ਕਹਿੰਦੀ ਆ ਕਿ ਉੱਥੇ ਅਮਲ ਤੇਰੇ ਕੀ ਆ, ਜੇ ਤੂੰ ਤੇਰੇ ਕਰਮ ਹੀ ਤੇਰੇ ਜਿਹੜੇ ਹੈਗੇ ਨੇ ਉਹ ਬਰਾਬਰ ਨਹੀਂ ਹੈਗੇ, ਤੇ ਕਿਸੇ ਦੇ ਕਹਿਣ ਨਾਲ ਤੂੰ ਕਿੱਦਾਂ ਬਕੰਠ ਚੱਲ ਜਾਏਗਾ? ਫਿਰ ਤੇ ਉਹ ਬਿਲਕੁਲ ਹੀ ਰੋਂਗ ਹੋ ਜਾਏਗਾ। ਇੱਥੇ ਬਾਣੀ 'ਚ ਇਹ ਲਿਖਿਆ ਹੈ ਕਿ ਜਿਹੜਾ ਤੇਰਾ ਜੀਵਨ ਹੈ ਉਹਦੀ ਡਾਇਰੈਕਸ਼ਨ ਕੀ ਹੈ। ਤੂੰ ਜਾਂ ਤੇ ਇਸ ਸਿਸਟਮ ਨੂੰ, ਇਸ ਕਿਰਿਆ ਨੂੰ ਸਟਾਪ ਕਰਨਾ ਚਾਹੁੰਦਾ ਹੈ ਕਿ ਜਾਂ ਤੂੰ ਕਾਰਨ ਸਰੀਰ ਨੂੰ ਹੋਰ ਭਰ ਰਿਹਾ, ਕਿਉਂਕਿ ਇਹ ਬੈਗ ਤੇਰੇ ਨਾਲ ਜਾਣਾ ਹੈ ਨਿੱਜਰ ਸਾਹਿਬ। ਇਹ ਬਾਈ ਮੈਂ ਇਹ ਵੀ ਕਹਿੰਦਾ ਵਾਂ, ਮੈਂ ਵੀ ਕਹਿੰਦਾ ਵਾਂ, ਬਾਣੀ 'ਚ ਵੀ ਲਿਖਿਆ ਤੇਰੇ ਨਾਲ ਉਹ ਇੱਕ ਚਿੱਤ ਨੇ ਜਾਣਾ ਹੈ। ਉਹ ਚਿੱਤ ਦੇ ਵਿੱਚ ਤੇਰੇ ਸੰਸਕਾਰ ਆ। ਹੁਣ ਇਸ ਟਾਈਮ ਆਪਣੇ ਕੋਲ ਮੌਕਾ ਹੈਗਾ, ਇਹਨੂੰ ਨਸ਼ਟ ਕਰ ਸਕਦੇ ਆ। ਬਿਲਕੁਲ। ਇਹਨੂੰ ਨਸ਼ਟ ਕਰਨ ਦੇ ਲਈ 84 ਲੱਖ ਜੂਨੀ ਦੇ ਵਿੱਚ ਕੇਵਲ ਮਨੁੱਖਾ ਦੇ ਹੀ ਹੈ। ਔਰ ਇੱਕ ਗੱਲ ਯਾਦ ਰੱਖਿਓ, ਪਰਮਾਤਮਾ ਬਖਸ਼ਣਹਾਰਾ ਹੈ ਬਹੁਤ। ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਸਾਡੇ ਔਗੁਣਾਂ ਨੂੰ ਉਹ ਮਤਲਬ ਮਾਫ ਕਰ ਦਿੰਦਾ ਹੈ। ਜੋ ਵੀ ਪਿੱਛੇ ਬੀਤਿਆ ਉਹ ਸਟਾਪ ਹੋ ਜਾਂਦਾ ਹੈ, ਪਰ ਹੁੰਦਾ ਉਹਦਾ ਵਾ ਜਿਹੜਾ ਸੱਜੇ ਬੰਨੇ ਚੱਲਣ ਨੂੰ ਤਿਆਰ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਦੇਖੋ ਪਏ ਸਵਾਦ ਆ, ਸਵਾਦ ਪਏ ਹੋਏ ਆ ਆਪਣੇ ਕੋਲ, ਜਿਹੜਾ ਹੈਗਾ ਮਨ ਆਪਣਾ ਹੈਗਾ। ਜੇ ਆਪਾਂ ਚਾਹਾਂਗੇ ਇਹ ਸਵਾਦ ਤੋਂ ਮਨ ਨੂੰ ਹਟਾ ਲਾਂਗੇ ਤੇ ਪਰਮਾਤਮਾ ਸਾਰਾ ਪਿਛਲਾ ਜਿਹੜਾ ਹੈਗਾ ਸਾਰਾ, ਉਹ ਕਹਿੰਦਾ ਪਿਛਲਾ ਤਾਂ ਭੁੱਲ ਹੀ ਜਾ ਤੂੰ, ਬਸ ਤੂੰ ਹੁਣ ਸਹੀ ਰਸਤੇ ਤੇ ਤੁਰ ਗਿਆ। ਨਿੱਜਰ ਸਾਹਿਬ ਪਿਛਲਾ ਤੇ ਛੱਡੋ, ਐ ਜਨਮ ਚ ਚਲੋ ਕੋਈ ਥੋੜਾ ਬਹੁਤਾ ਕੀਤਾ ਹੋਊਗਾ, ਪਤਾ ਨਹੀਂ ਆਪਾਂ ਕਦੋਂ ਦੀ ਤੁਰੇ ਆ, ਕਿੰਨਾ ਕੁਝ ਅੰਦਰ ਪਿਆ ਜੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਇਹ ਥੋੜੀ ਕਿ ਪ੍ਰਕਿਰਤੀ ਸਾਰਾ ਲੋਡ ਪਾ ਕੇ ਸਾਨੂੰ ਦੱਬ ਦਿੰਦੀ ਹੈ। ਉਹ ਕਹਿੰਦੀ ਥੋੜਾ ਬਹੁਤਾ ਹੁਣ ਭੁਗਤ ਲਾ, ਹਜੇ ਮੇਰੀ ਮਾੜੀ ਮੋਟੀ ਇੱਕ ਦੀ ਸਲੇਟ ਖਾਲੀ ਹੁੰਦੀ ਹੈ, ਮੈਂ 4 ਹੋਰ ਲੈ ਕੇ ਚੱਲ ਜਾਣਾ। ਬਸ ਇੱਥੇ ਹੀ ਪ੍ਰੋਬਲਮ ਆ ਜਾਂਦੀ। ਹਾਂ, ਇਹ ਅਸਲ ਥੋੜੀ ਮਾਫ ਹੁੰਦਾ ਹੈ, ਪਿਛਲੇ ਬੜਾ ਬੰਦੇ ਦੇ ਸੰਸਕਾਰ ਹੁੰਦੇ ਆ। ਆਪ ਦੇਖੋ ਕਿ ਜਿਹੜੇ ਸੰਸਕਾਰ ਹੁੰਦੇ ਆ ਬੰਦੇ ਦੇ ਇੰਨੇ ਪਾਵਰਫੁਲ ਹੁੰਦੇ ਆ, ਬੰਦੇ ਨੂੰ ਧੱਕੀ ਫਿਰਦੇ ਵਿਚਾਰੇ ਨੂੰ, ਜ਼ੋਰ ਉਹਦਾ ਲੱਗਣ ਨਹੀਂ ਦਿੰਦੇ। ਬਿਲਕੁਲ। ਹਾਂਜੀ ਪਲੀਜ਼ ਅੱਗੇ ਚਲੋ। ਬੋਡੀ ਬੋਲੋ। ਅਮਰਪਾਲ ਜੀ ਤੁਹਾਡਾ ਮਾਈਕ ਬਹੁਤ ਜ਼ਿਆਦਾ ਆਵਾਜ਼ ਆ ਰਹੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਬੋਲ। ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਪਾਲ ਜੇ ਪੁੱਛਿਆ ਨਾ ਤੇ 90। ਹੈਲੋ। ਹਾਂਜੀ ਬੋਲੋ। ਹਾਂਜੀ ਆ ਰਹੀ ਆਵਾਜ਼। ਹਾਂਜੀ ਆ ਰਹੀ ਆਵਾਜ਼। ਮੈਂ ਤੇ ਤੁਸੀਂ
ਸਾਰੀ ਸੰਗਤ ਨੂੰ ਪੁੱਛਿਆ ਨਾ ਵੀ ਅਸੀਂ ਦੋ ਬੋਲ ਰਹੇ, ਮੈਂ ਤੇ ਨਿੱਜਰ ਸਾਹਿਬ, ਤੇ ਆਪਣਾ ਮਤਲਬ ਵਿਚਾਰ ਦੇ ਸਕਦੇ ਤੁਸੀਂ? ਹਾਂਜੀ 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 ਤੇ ਵਿਚਾਰ ਇਹ ਆ ਵੀ ਇੰਨੀਆਂ ਖਰੀਆਂ ਤੇ ਸੱਚੀਆਂ ਗੱਲਾਂ ਵਾ ਨਾ, ਭਾਵੇਂ ਜਿਹਨੂੰ ਜਿੰਨੀਆਂ ਮਰਜ਼ੀ ਕੌੜੀਆਂ ਲੱਗਣ, ਇਹੀ ਸੱਚ ਆ। ਵਾਹ ਜੀ ਵਾਹ, ਕਮਾਲ। ਅੱਜ ਇਹ ਤੁਹਾਡੀ ਗੱਲ ਸੁਣ ਕੇ ਨਾ ਮਤਲਬ ਕੱਲਾ ਰੋਮ ਜਿਹੜਾ ਨਾ ਖਿੜ ਗਿਆ ਵਾ। ਵਾਹ ਜੀ ਵਾਹ। ਤੇ ਬੜੀ ਦੁਖਦਾਈ ਗੱਲ ਆ ਵੀ ਜੋ ਤੁਸੀਂ ਬੋਲ ਰਹੇ ਜੋ ਬਾਣੀ ਜੋ ਬੋਲ ਰਹੇ ਜੇ, ਤੇ ਕਿਸੇ ਨੂੰ ਕੌੜੀ ਕਿਉਂ ਲੱਗੂਗੀ? ਤੇ ਜਿਹਨੂੰ ਕੌੜੀ ਲੱਗੂ ਉਹਨੂੰ ਸਮਝ ਨਹੀਂ ਆ। ਹਾਂ, ਅੰਮ੍ਰਿਤਪਾਲ ਸਾਹਿਬ ਲਿਖਿਆ ਹੀ ਹੈ ਉਹ ਕੁਛ। ਜਿਸ ਤਰ੍ਹਾਂ ਮੈਂ ਇੱਕ ਮਿੰਟ ਗੱਲ ਕਰਨੀ, ਮੈਂ ਬੰਦ ਕਰ ਦੇਣਾ। ਜਿਸ ਤਰ੍ਹਾਂ ਨਿੱਜਰ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਗਏ ਸੀ ਨਾ, ਤੇ ਜਦੋਂ ਪੰਡਤ ਸੂਰਜ ਨੂੰ ਪਾਣੀ ਦੇ ਦਿਆ ਸੀ ਨਾ, ਤੇ ਉਹਨਾਂ ਕਿਹਾ ਪਾਣੀ ਪੀਣ ਲੱਗੇ, ਤਾਂ ਉਹ ਕਹਿੰਦੇ ਵੀ ਤੁਸੀਂ ਪਾਣੀ ਪਿਆ ਦੋ। ਕਹਿੰਦੇ ਵੀ ਮੈਨੂੰ ਸੂਰਜ ਦੇਵਤੇ ਵੱਲ ਪਾਣੀ ਦੇ ਲੈਣ ਦੋ। ਤੇ ਉਹ ਕਹਿੰਦੇ ਉਹ ਪਾਣੀ ਨਾ ਪਿਆ, ਤੇ ਉਹਨਾਂ ਬਾਲਟੀ ਫੜ ਕੇ ਗੁਰੂ ਨਾਨਕ ਸਾਹਿਬ ਨੇ ਥੱਲੇ ਡੋਲ ਤੇ ਕਹਿੰਦੇ ਕੀ ਕਰ ਰਹੇ ਜੀ? ਤੇ ਕਹਿੰਦੇ ਜੀ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਕਰਤਾਰਪੁਰ ਨੂੰ। ਤਾਂ ਕਹਿੰਦਾ ਵੀ ਤੁਹਾਡੇ ਖੇਤ ਇੱਥੋਂ 200 ਕਿਲੋਮੀਟਰ ਪਾਣੀ ਕਿਵੇਂ ਪਹੁੰਚੂ? ਕਹਿੰਦੇ ਤੁਹਾਡਾ ਕਰੋੜ ਕਿਲੋਮੀਟਰ ਪਹੁੰਚੂ ਤੇ ਮੇਰਾ ਨਾ ਪਹੁੰਚੂ। ਬਿਲਕੁਲ ਸਹੀ ਗੱਲ ਹੈ। ਇਹ ਹੈ ਗੱਲ ਤਰਕ ਦੀ। ਉਹ ਪੰਡਤ ਤੇ ਗੁਰੂ ਸਾਹਿਬ ਦੇ ਚਰਨੀ ਢਹਿ ਗਿਆ। ਸੋ ਗੱਲ ਹੈ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਕਰ ਬੜੀ ਜ਼ਬਰਦਸਤ ਰਹੇ ਜੇ, ਤੇ ਬੜੀ ਨਿਚੋੜਦੀ ਆ, ਤੇ ਬਸ ਖਿੱਚ ਕੇ ਰੱਖੋ ਜਰਾ। ਉਹ ਕਹਿੰਦੇ ਨਾ ਕਿ ਇਸ ਮਨ ਕੋ ਜਨਮ ਜਨਮ ਕੀ ਮਾਲ ਲੈ ਕੇ ਕਾਲਾ ਹੁਆ ਸਵਾ। ਮਨ ਨੂੰ ਏਦਾਂ ਹੀ ਆ, ਇਹਨੂੰ ਸੱਚ ਨੂੰ ਬਾਰ ਇਹਨੂੰ ਨਾ ਪਤਾ ਕੀ ਹੁੰਦਾ, ਥੋੜਾ ਰੋਜ਼ ਗ੍ਰਾਈਂਡ ਕਰਾਂਗੇ ਤੇ ਇੱਕ ਨਾ ਇੱਕ ਦਿਨ ਸੁਧਰ ਜਾਏਗਾ। ਹੋਰ ਤੇ ਕੋਸ਼ਿਸ਼ ਤੇ ਇਹੋ ਚੱਲ ਰਹੀ ਹੈ। ਠੀਕ ਹੈ ਜੀ, ਅੱਜ ਅਗਲੀ ਪੌੜੀ ਬੋਲੋ ਨਿੱਜਰ ਸਾਹਿਬ। ਪੌੜੀ ਦੇ ਵਿੱਚ ਆਓ, ਨਾਮ ਤੇਰਾ ਨਿਰੰਕਾਰ। ਹਾਂ, ਪੌੜੀ ਦੇ ਵਿੱਚ ਬਸ ਸਹੀ ਰਸਤਾ ਦੱਸਦੇ ਆ ਬਈ, ਬਿਲਕੁਲ ਬਈ ਆਹ ਕੰਮ ਕਰਨ ਵਾਲਾ ਹੈਗਾ ਭਾਈ। ਉਹ ਜਿਹੜਾ ਜੋ ਕਰਮ ਕਾਂਡ ਜੋ ਮਾਲਕ ਨੇ ਦੱਸਿਆ ਆ, ਉਹ ਜਿਹੜੀਆਂ ਹੈਗੀਆਂ ਆਪਾਂ ਜਿਹੜੀਆਂ ਹੈਗੀਆਂ ਉਹ ਲੀਲਾਵਾਂ ਜਿਹੜੀਆਂ ਕਰਦੇ ਆ ਭਾਈ, ਉਹਨਾਂ ਦੇ ਨਾਲ ਨਹੀਂ ਕੁਛ ਹੋਣਾ ਭਾਈ। ਆਹ ਕੰਮ ਕਰਨਾ ਹੈ। ਮਾਲਕ ਜਿਹੜਾ ਹੈਗਾ ਉਹਦਾ ਕੋਈ ਰੂਪ ਰੇਖ ਰੰਗ ਨਹੀਂ ਹੈਗਾ, ਔਰ ਉਹਦਾ ਨਾਮ ਜਿਹੜਾ ਹੈਗਾ ਉਹਦਾ ਵੀ ਕੋਈ ਰੂਪ ਰੇਖ ਰੰਗ ਨਹੀਂ ਹੈਗਾ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਇੱਕੋ ਹੀ ਚੀਜ਼ ਹੈਗੀ ਦੁਨੀਆ ਦੇ ਵਿੱਚ। ਕਹਿੰਦੇ ਆ ਭਗਤੀ, ਜਿਹੜਾ ਵੀ ਇਹ ਭਗਤੀ ਕਰੂਗਾ, ਜਿਹੜਾ ਵੀ ਨਾਮ ਦੇ ਨਾਲ ਆਪਣੇ ਮਨ ਨੂੰ ਜੋੜ ਲਏਗਾ ਭਾਈ, ਕਹਿੰਦੇ ਨਰਕ 'ਚ ਨਹੀਂ ਜਾਏਗਾ, ਜੂਨਾਂ ਦੇ ਵਿੱਚ ਨਹੀਂ ਜਾਏਗਾ। ਮਹਾਰਾਜ ਗਰੰਟੀ ਲੈ ਰਹੇ ਭਾਈ, ਪਹਿਲੀ ਪਾਤਸ਼ਾਹੀ। ਜਿਉ ਪਿੰਡ ਸਭ ਤਿਸਦਾ ਦੇਖ ਆਜੈ ਆਖ ਗਵਾਈਏ। ਕਹਿੰਦੇ ਜਿਉ ਤੇ ਪਿੰਡ ਜਿਹੜਾ ਹੈਗਾ, ਇਹ ਜੀਵ ਜੀਵ ਜਿਹੜਾ ਹੁੰਦਾ ਹੈ ਆਤਮਾ, ਔਰ ਉਹਦੇ ਨਾਲ ਜਿਹੜਾ ਸੁਰਤ ਮਤ ਮਨ ਬੁੱਧ, ਔਰ ਇਹ ਜਿਹੜਾ ਹੈਗਾ ਆਪਣਾ ਇਹ ਸਰੀਰ ਮਿਲ ਗਿਆ, ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਾਰੀਆਂ ਦੀਆਂ ਸਾਰੀਆਂ, ਇਹ ਸਾਰਾ ਕੁਛ ਕਹਿੰਦੇ ਆ ਉਸ ਮਾਲਕ ਦਾ ਹੈਗਾ। ਦੇਖ ਆਜੇ ਉਹ ਖਾਣ ਨੂੰ ਵੀ ਦੇ ਰਿਹਾ ਹੈ ਮਾਲਕ ਪਰਮਾਤਮਾ। ਸਾਰਾ ਕੁਛ ਆਪਣਾ ਸਾਰਾ ਵਜਨ ਲੈ ਰਿਹਾ ਹੈ ਭਾਈ। ਕਹਿੰਦੇ ਆਪਾਂ ਕੀ ਕਰ ਰਹੇ ਹਾਂ? ਬਸ ਖਾ ਕੇ ਜਿਹੜਾ ਹੈਗਾ ਗਵਾ ਦਿੰਦੇ ਆ ਭਾਈ। ਭਗਤੀ ਕਰਦੇ ਹੀ ਨਹੀਂ ਆ, ਬਸ ਆਹ ਜਿਹੜੇ ਕਰਮ ਕਾਂਡਾਂ 'ਚ ਪੈ ਕੇ ਜਿਹੜਾ ਹੈਗਾ ਇਹਨੂੰ ਗਵਾ ਦਿੰਦੇ ਆ। ਜੇ ਲੋੜਾਂ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਕਹਿੰਦੇ ਜੇ ਤੂੰ ਆਪਣਾ ਚੰਗਾ ਲੋੜ ਚਾਹੁੰਦਾ ਹੈ ਬਈ ਮੈਨੂੰ ਲੋਕੀ ਭਲਾ ਕਹਿਣ, ਜੇ ਮੈਨੂੰ ਜਿਹੜਾ ਹੈਗਾ ਤੇਰਾ ਵਧੀਆ ਹੋ ਜਾਏ, ਜਿਹੜਾ ਤੈਨੂੰ ਜਿਹੜਾ ਹੈਗਾ, ਤੇ ਕਹਿੰਦੇ ਭਾਈ ਫਿਰ ਪੁੰਨ ਕਰ, ਦੂਜਿਆਂ ਦੇ ਵਾਸਤੇ ਜੀ, ਦੂਜਿਆਂ ਦਾ ਭਲਾ ਕਰ, ਤੇ ਆਪਣੇ ਆਪ ਨੂੰ ਨੀਵਾਂ ਰੱਖ। ਆਪਣੇ ਆਪ ਨੂੰ ਨੀਵਾਂ ਰੱਖ, ਨੀਵਾਂ ਸਦਾ ਆਪਣੇ ਆਪ ਨੂੰ। ਜੇ ਲੋੜਾਂ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਜੇ ਜਰਵਾਣਾ ਪਰ ਹੈ ਜਰ ਵੇਸ ਕਰਨ ਦੀ ਆਈਏ। ਕਹਿੰਦੇ ਦੇਖ ਲਾ ਪਿਆਰਿਆ, ਜੇ ਤੂੰ ਮਾੜਾ ਜਿਹਾ ਵੀ ਕਿਸੇ ਜਿਹੜਾ ਹੈਗਾ ਇਹ ਬੁਢੇਪਾ ਜਿਹੜਾ ਆ ਰਿਹਾ ਆ, ਇਹਨੂੰ ਕਿਤੇ ਪਾਸੇ ਕਰੇਗਾ ਨਾ, ਕੋਈ ਇੱਕ ਬਾਲ ਪੁੱਟੇਗਾ ਜਾਂ ਕੋਈ ਖਜਾਬ ਲਾਏਗਾ ਜਾਂ ਕਿਤੇ ਕੁਛ ਹੋਰ ਕਰੇਗਾ, ਤੇ ਇਹਨੇ ਜਿਹੜਾ ਬੁਢੇਪੇ ਨੇ ਨਹੀਂ ਰੁਕਣਾ ਪਿਆਰਿਆ, ਇਹਨੇ ਕਿਸੇ ਦੂਸਰੇ ਰੂਪ ਦੇ ਵਿੱਚ ਆ ਜਾਣਾ ਹੈ। ਇੱਕ ਬਾਲ ਤੂੰ ਪੁੱਟੇਗਾ, ਇੱਕ ਬਾਲ ਚਿੱਟਾ ਜਿਹੜਾ ਹੈਗਾ ਉਹਨੂੰ ਪਰੇ ਕਰੇਗਾ, ਤੇ ਫਿਰ ਜਦ ਤੇਰਾ ਸਾਰਾ ਸਰੀਰ ਹੀ ਚਿੱਟਾ ਹੋ ਗਿਆ, ਫਿਰ ਕੀ ਕਰੇਗਾ ਭਾਈ? ਚਿੱਟੀ ਕੁਕੜੀ ਚਿੱਟੇ ਪੈਰ, ਚੱਲ ਮੇਰੀ ਕੁਕੜੀ ਸ਼ਹਿਰੋ ਸ਼ਹਿਰ, ਫਿਰ ਕੀ ਕਰੇਗਾ ਦੱਸ? ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਏ, ਕੋ ਰਹਿ ਨਾ ਭਰੀਏ ਪਾਈਏ। ਕਹਿੰਦੇ ਭਾਈ ਕੋਈ ਨਹੀਂ ਰਹਿ ਸਕਦਾ ਜਦ ਇਹ ਪਾਈ ਭਰ ਗਈ ਭਾਈ, ਜਦ ਤੇਰੇ ਸਵਾਸ ਪੂਰੇ ਹੋ ਗਏ ਤੇ ਭਾਈ ਫਿਰ ਤੇਰੇ ਹੱਥ ਕੁਛ ਵੀ ਨਹੀਂ ਹੈਗਾ। ਫਿਰ ਜਿਹੜਾ ਹੈਗਾ ਵਾਪਸ ਨਵੇਂ ਸਿਰੇ ਤੋਂ ਚੱਲ ਪੈਣਾ ਤੂੰ। ਹਾਂਜੀ ਵੀਰ।
ਹਾਂਜੀ ਸਾਧ ਸੰਗਤ ਜੀ, ਪਹਿਲੀ ਤੁਕ 'ਚ ਉਹਨਾਂ ਨੇ ਗੱਲ ਕਲੀਅਰ ਕੀਤੀ ਹੈ। ਉਹ ਕਹਿ ਰਹੇ ਨੇ ਕਿ ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਠੀਕ, ਪਰਮਾਤਮਾ ਦੀ ਗੱਲ ਕਰਦੇ ਆ, ਕਹਿੰਦੇ ਨਿਰੰਕਾਰ ਦਾ ਨਾਮ ਇੰਨਾ ਪਾਵਰਫੁਲ ਹੈ ਕਿ ਜਦੋਂ ਤੁਸੀਂ ਲੈ ਲਿਆ, ਉਹਨੂੰ ਜਾਪ ਕਰ ਲਿਆ, ਤੇ ਤੁਸੀਂ ਨਰਕ ਤੋਂ ਮੁਕਤ ਹੋ ਜਾਓ। ਕਿਸੇ ਤੀਰਥ ਸਥਾਨ ਤੇ ਜਾ ਕੇ ਮੁਕਤ ਨਹੀਂ ਹੋਵੋਗੇ। ਕਹਿੰਦੇ ਕਿ ਕਿਵੇਂ ਮੁਕਤ ਹੋਵੋਗੇ? ਉਸ ਨਿਰੰਕਾਰ ਦਾ ਨਾਮ ਲੈ ਕੇ। ਨਾਮ ਦਾ ਮਤਲਬ ਉਹਦੀ ਭਗਤੀ ਕਰ। ਬਿਲਕੁਲ। ਨਿਰੰਕਾਰ ਦਾ ਮਤਲਬ ਜਿਹਦਾ ਕੋਈ ਆਕਾਰ ਨਹੀਂ, ਜਿਹੜਾ ਰੂਪ ਰੰਗ ਅਤੇ ਰੇਖ ਤੋਂ ਪਰੇ। ਤੇ ਜੇਕਰ ਸਾਡੇ ਵਰਗੇ ਤੇ ਮੈਂ ਇੱਕ ਬੀਬੀ ਨੂੰ ਕਹਿਤਾ ਤੇ ਉਹ ਬੜੀ ਔਖੀ ਹੋਈ। ਮੈਂ ਕਿਹਾ, ਮੈਂ ਮਾਤਾ ਮੇਰੀ ਗੱਲ ਸੁਣ, ਗੁਰੂ ਨਾਨਕ ਪਾਤਸ਼ਾਹ ਜੀ ਇੱਕ ਮੈਸੇਂਜਰ ਆ, ਉਹ ਤੁਹਾਨੂੰ ਸੁਣਾ ਦੇ ਕੇ ਗਏ ਆ, ਤੁਸੀਂ ਉਹਨਾਂ ਦੀ ਭਗਤੀ ਨਹੀਂ ਕਰਨੀ। ਉਹ ਕਹਿੰਦੀ ਨਹੀਂ ਤੁਸੀਂ ਕਹਿਤਾ। ਮੈਂ ਤੇ ਮੈਨੂੰ ਤੇ ਫੋਟੋ ਦਿਖਦੀ ਹੈ। ਮੈਂ ਮਾਤਾ ਫੋਟੋ ਦਿਖਦੀ ਹੈ, ਬਾਣੀ ਚ ਏਦਾਂ ਦੀ ਕੋਈ ਗੱਲ ਨਹੀਂ ਦਿਖੀ। ਭਗਤੀ ਕਿਹਦੀ ਕਰਨੀ ਆ? ਪਰਮਾਤਮਾ ਦੀ ਕਰਨੀ ਆ। ਬਿਲਕੁਲ। ਆਪ ਪਲੀਜ਼ ਅੰਡਰਸਟੈਂਡ ਕਰੋ। ਮੈਂ ਜੇਕਰ ਤੁਸੀਂ ਵਿੱਚ ਕਿਸੇ ਨੂੰ ਵੀ ਲੈ ਆ ਰਹੇ ਜੋ, ਚਾਹੇ ਉਹ ਧਰਤੀ ਹੈ, ਚਾਹੇ ਕੋਈ ਵੀ ਬ੍ਰਹਮ ਗਿਆਨੀ ਹੈ, ਜਾਂ ਕੋਈ ਸੰਤ ਆ, ਬਾਬਾ ਹੈ, ਉਹ ਤੁਹਾਡੇ ਰਾਹ 'ਚ ਆ ਗਿਆ ਜੀ, ਠੀਕ ਹੈ, ਮਾਰਗਦਰਸ਼ਨ ਜ਼ਰੂਰ ਲਓ। ਜੇਕਰ ਤੁਸੀਂ ਮੱਥਾ ਵੀ ਟੇਕਦੇ ਜੋ ਤੇ ਪਰਮਾਤਮਾ ਨੂੰ ਮੱਥਾ ਟੇਕਣਾ ਹੈ। ਨਜਰ ਸਾਹਿਬ, ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਪਲੀਜ਼ ਫੋਟੋ ਨੂੰ ਮੱਥਾ ਨਹੀਂ ਟੇਕਣਾ। ਹੁਣ ਇਹ ਗੱਲ ਸੁਣ ਕੇ ਤੇ ਉਹ ਤੇ ਉਹਨੇ ਫੋਨ ਕੱਟਤਾ। ਨਜਰ ਸਾਹਿਬ ਗੁੱਸੇ 'ਚ ਆ ਗਏ। ਕਹਿੰਦੀ ਤੁਸੀਂ ਤੇ ਮੇਰੀ ਸ਼ਰਧਾ ਹੀ, ਮੇਰੀ ਭਾਵਨਾ ਨੂੰ ਠੇਸ ਪਹੁੰਚਾਤੀ। ਮੈਂ ਕਿਹਾ ਮਾਤਾ, ਇਹ ਤੇ ਭਾਵਨਾ ਦੇ ਜਿਹੜੀ ਬਾਣੀ 'ਚ ਤੇ ਉਹ ਕੁਝ ਲਿਖਿਆ, ਨਿਰੰਕਾਰ ਦੀ ਭਗਤੀ ਕਰਨੀ ਆ, ਉੱਥੇ ਤੇ ਕਿਤੇ ਲਿਖਿਆ ਨਹੀਂ ਕਿ ਫੋਟੋ ਫਾਟੋ ਜਾਂ ਕੋਈ ਪੱਥਰ ਜਾਂ ਕੋਈ ਸੂਰਜ ਜਾਂ ਕੋਈ ਚੰਦਰਮਾ ਜਾਂ ਕੋਈ ਧਰਤੀ, ਏਦਾਂ ਦੀ ਕੁਛ ਵੀ ਭਗਤੀ ਨਹੀਂ ਲਿਖੀ। ਮੈਂ ਉੱਥੇ ਪਰਮਾਤਮਾ ਦੀ ਭਗਤੀ ਲਿਖੀ ਹੈ। ਮੈਂ ਬਾਣੀ 'ਚ ਬੜੀ ਚੰਗੀ ਤਰ੍ਹਾਂ ਲਿਖਿਆ ਹੈ, ਨਾ ਉਹਦਾ ਰੂਪ ਹੈ, ਨਾ ਉਹਦਾ ਰੰਗ ਹੈ, ਨਾ ਉਹਦੀ ਕੋਈ ਰੇਖ ਹੈ ਜਿਹਦੀ ਤੁਸੀਂ ਭਗਤੀ ਕਰਨੀ ਆ। ਇਸ ਕਰਕੇ ਮੈਂ ਉਹਦੀ ਭਗਤੀ ਥੋੜੀ ਔਖੀ ਆ, ਇਸ ਕਰਕੇ ਉੱਧਰ ਕੋਈ ਮੋਹ ਨਹੀਂ ਕਰਦਾ। ਪਰ ਜਿੱਥੇ ਤੁਸੀਂ ਤੁਰੇ ਜਾ ਰਹੇ ਹੋ ਉਹ ਆਸਾਨ ਹੈ, ਪਰ ਉਹਦਾ ਫਾਇਦਾ ਨਹੀਂ, ਆਊਟਪੁੱਟ ਨਹੀਂ ਨਿਕਲਣਾ। ਨਜਰ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ। ਜਦੋਂ ਮੇਰੀ ਸੁਰਤੀ ਪਦਾਰਥ 'ਚ ਆ, ਜਦੋਂ ਮੈਂ ਭਗਤੀ ਇੱਕ ਮੂਰਤੀ ਦੀ ਕਰ ਰਿਹਾ, ਤੇ ਨਜਰ ਸਾਹਿਬ ਉਹ ਪਰਮਾਤਮਾ ਥੋੜੀ ਹੈ, ਉਹ ਤੇ ਕਿਸੇ ਬੰਦੇ ਨੇ ਬਣਾਇਆ। ਔਰ ਬੰਦੇ ਨੇ ਬਣਾਇਆ ਤੇ ਇਹਦਾ ਮਤਲਬ ਤੇ ਉਹ ਤੇ ਠੀਕ ਆ, ਕੁਛ ਸਮੇਂ ਲਈ ਠੀਕ ਆ। ਪਰ ਜੇ ਮੈਂ ਸੋਚਿਆ 50-60 ਸਾਲ ਵੀ ਉਹਦੀ ਜ਼ਿੰਦਗੀ, ਸਾਰੀ ਜ਼ਿੰਦਗੀ ਉੱਥੇ ਹੀ ਕੱਢ, ਤੇ ਫਿਰ ਤੇ ਮੈਨੂੰ ਸੋਚਣਾ ਚਾਹੀਦਾ। ਠੀਕ ਹੈ ਜੀ, ਪਲੀਜ਼ ਅੰਡਰਸਟੈਂਡ ਕਰੋ। ਇੱਥੇ ਬਾਣੀ 'ਚ ਲਿਖਿਆ ਹੈ, ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਨਾਏ ਲੈ, ਨਾਮ ਲੈਣ ਦੇ ਨਾਲ ਜਿਹੜਾ ਵੀ ਲਊਗਾ ਉਹ ਨਰਕ 'ਚ ਨਹੀਂ ਜਾਏਗਾ। ਹਾਂਜੀ, ਥੱਲੇ ਬੰਨੇ ਫਿਰ ਦੋਲੋ ਨਜਰ ਸਾਹਿਬ ਕਹੋ, ਇਹ ਜੇ ਜਰਵਾਨਾ ਪਹਿਰੇ ਪਰ ਹਰੇ ਜਰਵੇਸ ਕਰੇਂਦੀ ਆਈ ਹੈ। ਜੇ ਜਰਵਾਨਾ ਜਿਹੜਾ ਹੈਗਾ, ਮਾੜਾ ਜਿਹਾ ਜਿਹੜਾ ਹੈਗਾ ਬੁਢੇਪੇ ਦੇ ਨਿਸ਼ਾਨ ਨੂੰ ਤੂੰ ਪਾਸੇ ਕਰੇਗਾ ਪਾਏ, ਤੇ ਬੁਢੇਪੇ ਨੇ ਵੇਸ ਵਟਾ ਕੇ ਆ ਜਾਣਾ ਹੈ। ਉਹਨੇ ਆਉਣਾ ਹੀ ਆਉਣਾ ਹੈਗਾ। ਤੇਰਾ ਸਮਾਂ ਨਿਰਧਾਰਿਤ ਹੈ। ਹਾਂਜੀ, ਹਾਂ, ਉਹ ਤੇਰੇ ਸਰੀਰ ਨੇ ਉਹਨੂੰ ਕਿੰਨਾ ਕੁ ਚਿਰ ਲੁਕਾ ਸਕਣਾ। ਬਿਲਕੁਲ। ਚਿੱਟੇ ਵਾਲ ਕਲਫ ਲਾ ਕੇ ਕਾਲੇ ਕਰ ਲੇਗਾ, ਉਹ ਫੇਰ ਚਿੱਟੇ ਆ ਜਾਣਗੇ। ਬਸ ਇਸ ਤਰ੍ਹਾਂ ਹੀ ਹੁੰਦਾ ਹੈ। ਉਹ ਤੇ ਹਾੜੂ ਦੇ ਸਟਾਲੇ ਮੋਗਦੇ। ਠੀਕ ਹੈ ਜੀ, ਕੋਈ ਗੱਲ ਨਹੀਂ, ਪਲੀਜ਼ ਅੰਡਰਸਟੈਂਡ ਕਰੋ। ਬਾਣੀ ਜੋ ਕਹਿ ਰਹੀ ਉਹਨੂੰ ਸਮਝ ਗਏ ਆਪਾਂ। ਬਾਣੀ ਕਹਿੰਦੀ ਭਗਤੀ ਕਰੋ, ਨਿਰਗੁਣ ਬ੍ਰਹਮ ਦੀ ਭਗਤੀ ਕਰੋ, ਔਰ ਜੋ ਬੀਤ ਗਿਆ ਉਹਨੂੰ ਛੱਡੋ। ਉਹਦੇ ਬਾਰੇ ਨੂੰ ਕੁਛ ਨਹੀਂ ਕਰ ਸਕਦਾ। ਐਵੇਂ ਮੈਂ ਕਹਾਂ ਕੁਛ ਨਹੀਂ ਹੋ ਸਕਦਾ। ਯੂ ਕਾਂਟ ਡੂ ਐਨੀਥਿੰਗ, ਇਵਨ ਆਈ ਕਾਂਟ ਡੂ ਐਨੀਥਿੰਗ। ਮੈਂ ਵੀ ਨਹੀਂ ਕੁਛ ਕਰਦਾ। ਬਿਲਕੁਲ। ਪਰ ਕੱਲ ਦਿਨ ਫਿਰ ਮਿਲਣਾ, ਜਾ ਫਿਰ ਕੁਛ ਕਰ ਸਕਦੇ ਹਾਂ। ਸ਼ੁਰੂ ਹੋ ਜਾਓ। ਫਿਰ ਕੀ ਹੋਇਆ? ਇੱਕ ਵਾਰੀ ਫੇਲ, ਉਹ ਬਾਣੀ ਤੇ ਕਹਿੰਦੀ ਆ, ਤੂੰ ਛੱਡ ਕਿਹੜਾ, ਕਿੰਨੀ ਵਾਰੀ ਫੇਲ ਹੋਇਆ, ਤੂੰ ਫਿਰ ਪੇਪਰ ਦੇ ਦੇ। ਬਸ ਆਇਲਟਸ ਦਾ ਪੇਪਰ ਹੈ, ਸਾਡਾ ਕੀ ਗਿਆ? ਹਾਂ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬਹੁਤ ਵਧੀਆ ਗੁਰਕੀ ਸਾਹਿਬ, ਇੰਨੀ ਵਧੀਆ ਗੱਲ ਕੀਤੀ ਹੈ ਨਾ, ਕਮਾਲ ਕਰਤੀ। ਇੱਥੇ ਉਹ ਮਨਾ ਥੋੜੀ ਕਹਿ ਰਿਹਾ, ਬਸ ਹੋ ਗਿਆ। ਉਹ ਕਹਿੰਦਾ ਜਦ ਤੱਕ ਜੀਣਾ ਵਾ ਪੇਪਰ ਦੇਈ ਜਾ, ਕਿਤੇ ਤੁੱਕਾ ਲੱਗ ਜੇ। ਬਸ ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ, ਸਾਰੀ ਜ਼ਿੰਦਗੀ 'ਚ ਤੁਸੀਂ ਪੇਪਰ ਦੇਈ ਜਾਓ। ਪਤਾ ਨਹੀਂ ਜਦੋਂ ਜੈਸ ਹੋ ਗਈ, ਹਰੀ ਲੀਕ ਵੱਜ ਗਈ, ਗੱਲ ਖਤਮ ਹੋ ਗਈ।
ਔਰ ਇਹ ਤੇ ਉਹ ਤੇ ਕਹਿੰਦੇ ਆ, ਬਾਣੀ ਤੇ ਕਹਿੰਦੀ ਆ ਕਿ ਉਹਨੂੰ ਸਵੇਰੇ ਤੇ ਸ਼ਾਮ 2 ਟਾਈਮ ਤੇ ਘੱਟੋ ਘੱਟ ਕੋ ਜਾਓ ਪੇਪਰ ਦੇਣ ਨੂੰ, ਕਹੋ ਬਈ ਸਾਡੀ ਝੋਲੀ ਚ ਪਾਓ ਕੁਛ, ਬਈ ਡਿਮਾਂਡ ਕਰੋ ਤੇ ਸਪਲਾਈ ਹੋਊਗੀ, ਕਿਉਂਕਿ ਇਹ ਚੀਜ਼ ਮੰਗਿਆਂ ਤੋਂ ਬਿਨਾਂ ਨਹੀਂ ਜੇ ਮਿਲਣੀ। ਕਿਤੇ ਕੜਾਹ ਪ੍ਰਸ਼ਾਦ ਮਿਲਦਾ ਨਾ, ਵੇਖੋ ਲਾਈਨਾਂ ਚ ਲੱਗਣਾ ਪੈਂਦਾ, ਓਦਾਂ ਨਹੀਂ ਜੇ ਮਿਲਦਾ। ਉੱਥੇ ਲਾਈਨ ਚ ਲੱਗੋਗੇ, ਇਸੇ ਤਰ੍ਹਾਂ ਲਾਈਨ ਚ ਲੱਗੋਗੇ, 2-3 ਵਾਰੀ ਕੱਢੂਗਾ, ਇੱਕ ਸਮਾਂ ਆਉਣਾ ਇਹਨੇ ਕਿੰਨਾ ਭਰਾ ਦੇ ਦਿਓ ਇਹਨੂੰ, ਬਾਰ-ਬਾਰ ਲਾਉਂਦਾ ਲਾਈਨ ਚ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਜੀ, ਬਹੁਤ ਵਧੀਆ। ਅੱਜ ਦੀ ਵਿਚਾਰੇ ਇੱਥੇ ਸਮਾਪਤ ਹੋ ਗਈ ਜੀ, ਟਾਈਮ ਫੇਰ ਲੱਗ ਗਿਆ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ਼ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ ਕਰੋ, ਕਿ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਨ ਰੋਗਤਾ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਸ਼ੁਭ ਇਛਾਵਾਂ ਦੀ ਪੂਰਤੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਆ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ